ਬਹੁਤ ਗੱਲਾਂ ਹੋ ਰਹੀਆਂ, ਕਹਿੰਦੇ 2022 ਦੇ ਵਿੱਚ ਆਪਣੀ ਰਾਜਨੀਤਿਕ ਪਾਰਟੀ ਖੜੀ ਕਰਨਗੇ, ਕੁਝ ਲੋਕ ਜੋੜਨਗੇ ਤੇ ਫਿਰ 117 ਚੋਣਾਂ ਤੇ ਲੜਨ ਦੀਆਂ ਤਿਆਰੀਆਂ ਕਰ ਰਹੇ। ਨਾ ਮੈਂ ਕੋਈ ਚੋਣਾਂ ਲੜਨ ਆਇਆ ਸੀ, ਨਾ ਲੀਡਰ ਬਣਨ ਆਇਆ ਸੀ। ਇਹ ਕਮਲੇ ਲੋਕ ਆ, ਇਹ ਕੋਈ ਕਰੋਨਾ ਟਿੱਡੀ ਦਾਲਾ ਵੀ ਇਹ ਥਾਲੀਆਂ ਛੈਣੇ ਖੜਕਾ ਕੇ ਭਜਾ ਲਓਗੇ। ਬੰਬੇ ਤੋਂ ਜਦੋਂ ਤੁਸੀਂ ਆਏ ਨਹੀਂ ਹੋ, ਤੁਸੀਂ ਭੇਜੇ ਗਏ ਹੋ। ਬੰਬੇ ਤੋਂ ਜਿਹੜਾ ਤੁਸੀਂ ਬੋਲੇ ਨਹੀਂ ਹੋ, ਬੁਲਵਾਏ ਗਏ ਹੋ। ਮੂੰਹ ਦੇ ਵਿੱਚ ਸ਼ਬਦ ਪਾ ਕੇ ਵੀ ਪਹਿਲਾਂ ਸਾਡਾ ਤੂੰ ਦੁਸ਼ਮਣ ਜਿਹਾ ਬਣ ਤੇ ਫਿਰ ਉੱਥੇ ਤੇ ਜਾ ਕੇ ਲੋਕਾਂ ਨੂੰ ਭਰਮਾ ਤੇ ਫਿਰ ਇਹ ਕੰਮ ਕਰ। ਤੁਹਾਨੂੰ ਰਿਸੈਪਟ ਕਿਉਂ ਨਹੀਂ ਕੀਤਾ ਗਿਆ? ਪਹਿਲੇ ਦਿਨ ਤੋਂ ਨਹੀਂ, ਤੁਸੀਂ ਉਹ ਅਲੱਗ ਆਪਣਾ ਮੋਰਚਾ, ਤੁਸੀਂ ਸ਼ੰਭੂ ਬਹਿ ਜਾਂਦੇ ਹੋ। ਪਰ ਤੁਹਾਡੀ ਸੋਚ ਤਾਂ, ਹਾਲਾਂਕਿ ਤੁਸੀਂ ਬਿੱਲਾਂ ਨੂੰ ਬਹੁਤ ਵਧੀਆ ਡੈਫੀਨੇਟ ਵੀ ਕਰਦੇ ਸੀਗੇ, ਡੈਫੀਨੇਸ਼ਨ ਤੁਸੀਂ ਦਿੰਦੇ ਸੀ ਜਾਂ ਲੋਕਾਂ ਨੂੰ ਜਾਗਰੂਕ ਕਰਦੇ, ਪਰ ਕਿਸਾਨੀ ਲੀਡਰ ਨੇ ਐਕਸੈਪਟ ਕਿਉਂ ਨਹੀਂ ਕੀਤਾ ਫਿਰ ਤੁਹਾਨੂੰ? ਕਹਿੰਦੇ ਵੀ ਸਿੱਧੂ ਖਾਲਿਸਤਾਨ ਦੀ ਗੱਲ ਕਰਦਾ ਹੈ, ਦੀਪ ਸਿੱਧੂ, ਬਈ ਜਿਹੜਾ ਕਿਸਾਨੀ ਔਰ ਖਾਲਿਸਤਾਨ ਦਾ ਕਹਿੰਦੇ ਕੀ ਮੇਲ ਹੈ? ਜਿਹੜੀ ਤੁਸੀਂ ਅੱਜ ਸਾਡੀ ਸੱਭਿਅਤਾ ਮਿਟਾਉਣ ਦੀ ਗੱਲ ਕਰ ਰਹੇ ਹੋ, ਸਾਡੀ ਜਿਹੜੀ ਕਲਚਰਲ ਐਗਜ਼ਿਸਟੈਂਸ ਆ, ਹਨਾ, ਸੱਭਿਆਚਾਰਕ ਹੋਂਦ ਆ, ਉਹਨੂੰ ਮਿਟਾਉਣ ਦੀ ਗੱਲ ਕਰ ਰਹੇ ਹੋ, ਇਹ ਸਾਨੂੰ ਮਨਜ਼ੂਰ ਨਹੀਂ ਆ। ਸਾਨੂੰ ਸਾਡੇ ਅਧਿਕਾਰ ਦੇ ਦਿਓ। ਅਸੀਂ ਕਿਹੜੇ ਐਂਟੀ ਨੈਸ਼ਨਲ ਗੱਲ ਕਰਦੇ ਆ? ਸਾਡੇ ਤੋਂ ਵੱਡਾ ਦੇਸ਼ ਭਗਤ ਕੌਣ ਹੋਊਗਾ? ਚਲੋ ਫਿਰ ਕਰ ਲਓ, ਵਿਧਾਨ ਸਭਾ ਚਲ ਜਾਓ, ਚਾਹੇ ਤੁਸੀਂ ਲੋਕ ਸਭਾ ਤੱਕ ਪਹੁੰਚ ਜਾਓ। ਆਪਣੀ ਲੋਕਤੰਤਰੀ ਦੇਸ਼ ਆ, ਉਹਦੇ 'ਚੋਂ ਤੁਸੀਂ ਪਾਰਟੀ ਬਣਾ ਕੇ ਵੋਟਾਂ ਜਿੱਤ ਕੇ ਆਪਣੇ ਬੰਦੇ ਲੈ ਲਓ। ਫਿਰ ਅਸੀਂ ਤਾਂ 2% ਵੀ ਪੂਰੇ ਨਹੀਂ। ਸਾਨੂੰ ਕਨਵਿੰਸ ਕਰਨ ਨੂੰ ਵੀ ਇਨਸਾਨੀਅਤ, ਲੋਕਤੰਤਰ, ਹਨਾ, ਵੀ ਡੈਮੋਕ੍ਰੈਟਿਕ ਵੇ 'ਚ ਅਸੀਂ ਗੱਲ ਕਰਦੇ ਹਾਂ। ਦੇਖੋ ਤੁਸੀਂ ਪੀਸਫੁਲ ਗੱਲ ਕਰੋ। ਯਾਰ ਤੁਸੀਂ ਸਾਨੂੰ ਗੁਲਾਮ ਬਣਾਈ ਜਾਂਦੇ ਹੋ ਤੇ ਗੁਲਾਮਾਂ ਨੂੰ ਪਿੰਜਰੇ 'ਚ ਤਾੜ ਕੇ ਤੁਸੀਂ ਮੁੜ ਕੇ ਸਵਾਲ ਪੁੱਛਦੇ ਹੋ ਵੀ ਤੂੰ ਪਿੰਜਰੇ 'ਚ ਆਜ਼ਾਦ ਹੋ ਕੇ ਕੀ ਕਰੇਂਗਾ? ਇਹ ਤਾਂ ਸਵਾਲ ਹੀ ਗਲਤ ਆ ਤੁਹਾਡਾ। ਕਿਉਂਕਿ ਜਦੋਂ ਅਸੀਂ ਕਿਸਾਨੀ ਲੀਡਰਾਂ ਨਾਲ ਜਾਂ ਹੋਰ ਲੋਕਾਂ ਨਾਲ ਜਿਹੜੇ ਤੁਹਾਡੀ ਆਲੋਚਨਾ ਕਰਦੇ ਨੇ ਹਮੇਸ਼ਾ, ਜਦੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕਹਿੰਦੇ ਦੀਪ ਸਿੱਧੂ ਦੀਆਂ ਸਟੇਟਮੈਂਟਾਂ ਸਾਡੇ ਮਾਵਾਂ ਦੇ ਪੁੱਤ ਮਰਵਾਉਣਗੀਆਂ, ਨੌਜਵਾਨ ਮਰਵਾਉਣਗੀਆਂ, ਕਹਿੰਦੇ ਜਾਂ ਫਿਰ ਪੀਸਫੁਲੀ ਤਰੀਕੇ ਦੇ ਨਾਲ ਲੈ ਲੈਣਗੇ, ਹਥਿਆਰ ਚੁਕਵਾਓਗੇ ਤੁਸੀਂ। ਇਤਿਹਾਸ 'ਚ ਜਦੋਂ ਕਿਤੇ ਰੈਵੋਲੂਸ਼ਨ ਆਇਆ, ਕੁਛ ਪੀਸਫੁਲੀ ਆਇਆ? ਕੋਈ ਯਾਰ ਇਤਿਹਾਸ ਦਾ ਕੋਈ ਪ੍ਰਸੰਗ ਤਾਂ ਕੱਢ ਕੇ ਦਿਖਾ ਦਿਓ। ਕਿਤੇ ਤਾਂ ਕੋਈ ਰੈਵੋਲੂਸ਼ਨ ਪੀਸਫੁਲੀ, ਜਿਹਨੂੰ ਤੁਸੀਂ ਕਹਿੰਦੇ ਹੋ ਪੀਸਫੁਲੀ, ਤੇ ਹਥਿਆਰ ਚੁਕਾਉਣੇ। ਜਿਹੜੇ ਜਕਾਰੇ ਲਾਏ ਆ ਨਾ, ਉਹ ਪੰਜਾਬ 'ਚ ਇਕੱਲੇ ਸਿੱਖਾਂ ਨੇ ਨਹੀਂ, ਸਾਡੇ ਹਿੰਦੂਆਂ ਨੇ ਜਕਾਰੇ ਲਾਏ ਆ ਯਾਰ, ਵੀ ਸਵਾਦ ਲਿਆਤਾ ਯਾਰ, ਦਿਖਾਤਾ ਅੱਜ ਤਾਂ ਮੋਦੀ ਨੂੰ। ਸੋ ਗੱਲ ਤਾਂ ਸੁਨਹਿਰੀ ਹੋਈ ਸੀ। ਗੱਲ ਇਹ ਸੀ ਵੀ ਸਾਡੀਆਂ ਲੱਤਾਂ 'ਚ ਜਾਨ ਤੇ ਭਾਰ ਹੋਣਾ ਚਾਹੀਦਾ ਸੀ, ਵੀ ਸਾਡੀਆਂ ਲੱਤਾਂ ਭਾਰ ਝੱਲਦੀਆਂ। ਜੇ ਕਿਤੇ ਅਸੀਂ ਉਹ ਗੱਲ ਮੰਨ ਕੇ ਉੱਥੇ 2 ਦਿਨ ਹੀ ਬਹਿ ਜਾਂਦੇ, ਤੁਸੀਂ ਨਜ਼ਾਰਾ ਤਾਂ ਵੇਖਦੇ। ਅਗਲਾ ਪ੍ਰੋਗਰਾਮ ਤਾਂ ਕੀ ਦੇਣਾ ਸੀ? ਇਹ ਤਾਂ ਕਹਿ ਕੇ ਵੀ ਲਾਲ ਕਿਲੇ ਚੱਲੋ, ਲਾਲ ਕਿਲੇ ਚੱਲੋ, ਮੁੜ ਕੇ ਉਹ ਜਿਹੜੇ ਗਲਾਂ 'ਚ ਪਰਨੇ ਪਾਏ ਸੀ ਉਹ ਮੂੰਹਾਂ ਤੇ ਵਲੇਟ ਲਏ ਤੇ ਮੈਨੂੰ ਲੱਗਦਾ ਉਹ ਮਜਨੂ ਕੇ ਢਿੱਲਾਂ ਗੁਰਦੁਆਰਾ ਸਾਹਿਬ ਤੋਂ ਯੂ ਟਰਨ ਲੈ ਗਏ। ਤੁਸੀਂ ਕਦੇ ਕਹਿੰਦੇ ਹੋ ਵੀ ਇਸ ਤਰ੍ਹਾਂ ਨਹੀਂ ਮੋਰਚਾ ਜਿੱਤਿਆ ਜਾਣਾ ਜਿਸ ਤਰ੍ਹਾਂ ਇਹ ਲੱਗੇ ਹੋਏ ਨੇ, ਪਰ ਜੇ ਉਹਨਾਂ ਨੇ ਜਿੱਤ ਕੇ ਦਿਖਾਤੇ ਜਿਵੇਂ ਉਹ ਲੱਗੇ ਹੋਏ ਨੇ, ਫਿਰ ਦੀਪ ਸਿੱਧੂ ਦੇ ਕੋਲ ਜਵਾਬ ਕੀ ਹੋਣਗੇ? ਅਸੀਂ ਸੰਸਦਾਂ ਲਾ ਲੈਂਦੇ ਆ, ਗਲੇ 'ਚ ਉਹਨਾਂ ਦੇ ਆਇਡੈਂਟੀ ਕਾਰਡ ਪਾ ਲੈਂਦੇ ਆ, ਵੀ ਸਾਨੂੰ ਉਹਨਾਂ ਦੀਆਂ ਗੱਡੀਆਂ ਲੈ ਕੇ ਜਾਂਦੀਆਂ, ਉਹ ਟੈਂਟ ਲਾ ਕੇ ਦਿੰਦੇ ਆ, ਉਹ ਕੁਰਸੀਆਂ ਦਿੰਦੇ ਆ, ਉੱਥੇ ਬਹਿ ਕੇ ਅਸੀਂ 4 ਗੱਲਾਂ ਕਰਕੇ ਮੁੜੇ ਆਉਣੇ ਆ। ਉਹੀ ਗੱਲਾਂ ਅਸੀਂ ਪਹਿਲਾਂ ਸਿੰਘੂ ਸਟੇਜ ਤੇ ਬੈਠੇ ਕਰਦੇ ਰਹੇ, ਉਹੀ ਗੱਲਾਂ ਉੱਥੇ ਜਾ ਕੇ ਕਰਨ ਲੱਗ ਗਏ, ਹਨਾ। ਸੰਘਰਸ਼ ਕਰਨ ਵਾਲੀ ਧਿਰ ਦੇ ਨਾਲ, ਜਿਹਦੇ ਖਿਲਾਫ ਸਾਡੀ ਲੜਾਈ ਆ, ਉਹਨਾਂ ਦੇ ਨਾਲ ਮਤੇ ਪਾ ਕੇ ਅਸੀਂ ਕਿਤੇ ਸੰਸਦ ਲਾਵਾਂਗੇ। ਕਿਤੇ ਸੁਣਿਆ ਤੁਸੀਂ? ਇੱਕ ਇਹੋ ਜਿਹੇ ਸੰਘਰਸ਼ ਆ ਯਾਰ। ਤੁਹਾਨੂੰ ਪਿੰਜਰਿਆਂ 'ਚ ਤਾਂ ਤਾੜੀ ਬੈਠੇ ਆ ਉਹ, ਪਹਿਲਾਂ ਉਹ ਤੋਂ ਤੁਸੀਂ ਹੱਥ ਵੀ ਬਣਾ ਲਓ ਪਿੰਜਰਿਆਂ 'ਚ, ਫਿਰ ਤਾਂ ਤੁਸੀਂ ਜੋ ਮਰਜ਼ੀ ਕਰੀ ਜਾਓ। ਦਿੱਲੀ ਵਾਲਿਆਂ ਨੂੰ ਕੀ ਪਰਵਾਹ ਯਾਰ, ਬੈਠੇ ਰਹੋ। ਮੈਜੋਰਿਟੇਰੀਅਨ ਸਿਸਟਮ ਦੀ ਆਪਾਂ ਗੱਲ ਕੀਤੀ ਆ। ਪੰਜਾਬ 'ਚੋਂ 13 ਸੀਟਾਂ, ਪੰਜਾਬ ਲੜੇ ਨਾ ਲੜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਪੀਵੀ ਤੇ ਬੈਠਾ ਉਹ ਯਾਰ ਯੂਪੀ ਕਿਹੜਾ ਬੈਠਾ? ਕਿਹੜਾ ਯੂਪੀ ਬੈਠਾ? ਆ ਹੁਣ ਚੋਣਾਂ ਹੋਣਗੀਆਂ ਤੁਹਾਡੇ ਸਾਹਮਣੇ, ਪ੍ਰਤੱਖ ਹੋ ਜੂ। ਇੱਕ ਟਕੈਤ ਸਾਹਿਬ ਬੈਠੇ ਆ, ਟਕੈਤ ਸਾਹਿਬ ਬੈਠੇ ਆ ਕਿ ਬਿਠਾਏ ਆ ਇਹ ਵੀ ਨਹੀਂ ਪਤਾ। ਤੀਜੇ ਕੁ ਦਿਨ ਆਜ ਤੱਕ ਨਾਲ ਬੈਠੇ ਹੁੰਦੇ ਆ। ਕੌਣ ਆਜ ਤੱਕ? ਸਾਨੂੰ ਪਤਾ ਹੀ ਆ ਨਾ ਆਜ ਤੱਕ ਕਿੱਥੇ ਜੁੜਦਾ ਜਾ ਕੇ, ਜੀ ਨਿਊਜ਼ ਵਾਲੇ ਕਿੱਥੇ ਜੁੜਦੇ ਆ ਜਾ ਕੇ, ਇੰਡੀਆ ਟੀਵੀ ਵਾਲੇ ਕਿੱਥੇ ਜੁੜਦੇ ਆ ਜਾ ਕੇ, ਸਾਨੂੰ ਪਤਾ ਇਹ ਗੱਲ ਨਾ। ਸੋ ਫਿਰ ਕਿਹਦੀ ਲੱਤ ਹੇਠਾਂ ਦੀ ਲੰਘਦੇ ਆ ਉਹ, ਇਹ ਵੀ ਪਤਾ ਸਾਨੂੰ। ਅੱਜ ਵੀ ਮੈਂ ਇਹੀ ਗੱਲ ਕਹਿ ਰਿਹਾ, ਆਪਦੀ ਲੀਡਰਸ਼ਿਪ ਪੈਦਾ ਕਰੋ, ਆਪਦੇ ਚਿਹਰੇ ਪੈਦਾ ਕਰੋ, ਜਿਨ੍ਹਾਂ ਨੇ ਤੁਹਾਡੇ ਨਾਲ ਖੜ ਕੇ ਤੁਹਾਡੇ ਹੱਕ ਹਕੂਕ ਦੀ ਗੱਲ ਕਰਨੀ ਆ। ਨਹੀਂ ਤਾਂ ਪਾਰਟੀ ਕਹਿੰਦੀ ਅਸੀਂ ਕਰਨੀ ਆ। ਯਾਰ ਆਮ ਆਦਮੀ ਪਾਰਟੀ ਕੀ ਕਰ ਦੂਗੀ? ਆਮ ਆਦਮੀ ਪਾਰਟੀ ਦਾ ਸਾਨੂੰ ਪਤਾ ਨਹੀਂ ਕਿੱਥੋਂ ਤੁਰਦੀ ਆ। ਜਦੋਂ ਤੱਕ ਸਾਡਾ ਕੋਈ ਬੰਦਾ ਸਿੱਧਾ ਭਾਰਤ ਦੇ ਸਿਸਟਮ ਤੇ, ਸਰਕਾਰ ਤੇ, ਸਟੇਟ ਤੇ ਉਂਗਲ ਚੱਕ ਕੇ ਗੱਲ ਨਹੀਂ ਕਰਦਾ, ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰਦਾ, ਉਦੋਂ ਤੱਕ ਉਹ ਤੁਹਾਡਾ ਬੰਦਾ ਨਹੀਂ ਆ। ਉਦੋਂ ਤੱਕ ਤਾਂ ਤੁਹਾਨੂੰ ਉਹ ਐਂਟਰਟੇਨਮੈਂਟ ਦੇ ਰਿਹਾ ਵੀ ਮੈਂ ਅੱਜ ਬਾਦਲਾਂ ਨੂੰ ਖਿੱਚ ਲਿਆ,
ਅੱਜ ਕਾਂਗਰਸ ਨੂੰ ਖਿੱਚ ਲਿਆ, ਅੱਜ ਮੈਂ ਬੀਜੇਪੀ ਨੂੰ ਖਿੱਚ ਲਿਆ। ਇਹ ਗੱਲਾਂ ਨੇ ਸਾਨੂੰ ਕੁਝ ਨਹੀਂ ਦੇਣਾ। ਇੱਕ ਪਾਸੇ ਕਿਸਾਨੀ ਮੋਰਚਾ ਚੱਲ ਰਿਹਾ ਤੇ ਦੂਜੇ ਪਾਸੇ ਵਿਧਾਨ ਸਭਾ ਚੋਣਾਂ 2022 ਵੀ ਨੇੜੇ ਨੇ। ਅਜਿਹੇ ਵਿੱਚ ਜਿੱਥੇ ਲੋਕ ਇਸ ਮੋਰਚੇ ਨੂੰ ਵੇਖ ਰਹੇ ਨੇ, ਉੱਥੇ ਲੋਕਾਂ ਦੀ ਨਜ਼ਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਵੀ ਬਣੀ ਹੋਈ ਹੈ ਤੇ ਲੋਕ ਇਹ ਵੀ ਦੇਖ ਰਹੇ ਨੇ ਕਿ ਕਿਹੜੀ ਨਵੀਂ ਪਾਰਟੀ ਬਣ ਰਹੀ ਹੈ, ਕਿਹੜਾ ਲੀਡਰ ਕਿੱਧਰ ਨੂੰ ਜਾ ਰਿਹਾ। ਰੁਝਾਨ ਦੇਖਿਆ ਜਾ ਰਿਹਾ ਹੈ। ਬਹੁਤ ਹੀ ਇੰਟਰਸਟ ਦੇ ਨਾਲ ਇਸ ਸਾਰੀ ਰਾਜਨੀਤੀ ਨੂੰ ਜਾਣਨ ਦੇ ਲਈ ਲੋਕ ਲੱਗੇ ਹੋਏ ਨੇ। ਤੇ ਜੇਕਰ ਗੱਲ ਕਰੀਏ ਕਿਸਾਨੀ ਮੋਰਚੇ ਦੀ, ਕਿਸਾਨੀ ਮੋਰਚੇ ਦੇ ਵਿੱਚ ਜੋ 26 ਜਨਵਰੀ ਨੂੰ ਜੋ ਘਟਨਾ ਵਾਪਰੀ, ਉਸ ਤੋਂ ਬਾਅਦ ਬਹੁਤ ਸਾਰੇ ਲੀਡਰਾਂ ਨੇ ਇਹ ਵੀ ਕਿਹਾ ਵੀ ਜਿਹੜਾ ਹੈਗਾ ਹੁਣ ਲੋਕਾਂ ਦਾ ਰੁਝਾਨ ਇਸ ਕਰਕੇ ਘਟਿਆ ਵੀ ਕੁਝ ਲੋਕਾਂ ਦੀ ਚਾਲ ਕਰਕੇ, ਸਰਕਾਰ ਦੇ ਨਾਲ ਮਿਲੇ ਹੋਣ ਕਰਕੇ ਜਿਹੜਾ ਇਹ ਸਾਰਾ ਰੁਝਾਨ ਘਟਿਆ ਹੈ, ਥੋਪਿਆ ਜਾ ਰਿਹਾ ਹੈ। ਉਹਦੇ ਵਿੱਚ ਸਿੱਧੇ ਤੌਰ ਤੇ ਦੀਪ ਸਿੱਧੂ ਹੋਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ। ਅਸੀਂ ਅੱਜ ਗੱਲਬਾਤ ਕਰਨੀ ਹੈ ਕਿਉਂਕਿ ਗੱਲਾਂ ਉਹ ਇਹ ਵੀ ਕਰ ਰਹੇ ਨੇ ਵੀ ਦੀਪ ਸਿੱਧੂ ਨੇ ਇਹਦੇ ਵਿੱਚੋਂ ਰਾਜਨੀਤਿਕ ਲਾਹਾ ਲੈਣਾ ਸੀਗਾ, ਆਪਣੀ ਪਾਰਟੀ ਬਣਾਊਗਾ, ਲੋਕਾਂ ਨੂੰ ਭਰਮਾਇਆ ਜਾਵੇਗਾ ਜਾਂ ਕਿਸੇ ਅਜਿਹੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣਗੇ ਵੀ ਕਿਤੇ ਨਾ ਕਿਤੇ ਰਾਜਨੀਤਿਕ ਲਾਹੇ ਦੀ ਗੱਲ ਕੀਤੀ ਜਾਂਦੀ ਹੈ। ਸੋ ਦੀਪ ਸਿੱਧੂ ਸਾਡੇ ਨਾਲ ਨੇ, ਜਿੱਥੇ ਅੱਜ ਇਹਨਾਂ ਦੇ ਨਾਲ ਕਿਸਾਨੀ ਜੋ 26 ਜਨਵਰੀ ਨੂੰ ਵਾਪਰਿਆ, ਕਿਉਂਕਿ ਬਹੁਤ ਸਾਰੀਆਂ ਕੀ ਹੋਇਆ, ਕਿਉਂ ਹੋਇਆ, ਕੀ ਕੀਤਾ, ਉਹ ਗੱਲਾਂ ਦੀਪ ਨਾਲ ਹੋਈਆਂ, ਪਰ ਹਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਵੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਲਹਿਰਾ ਕੇ ਬਹੁਤ ਵੱਡਾ ਮਾਰਕਾ ਮਾਰਿਆ ਤਾਂ ਤੁਸੀਂ ਖੱਟਿਆ ਕੀ ਹੈ। ਇਹ ਗੱਲ ਅਜੇ ਤੱਕ ਨਹੀਂ ਕੀਤੀ ਗਈ। ਪਰ ਪਹਿਲਾ ਸਵਾਲ ਦੀਪ ਸਿੱਧੂ ਨੂੰ ਆਪਾਂ ਕਰਦੇ। ਬਾਈ ਜੀ, ਬਹੁਤ ਗੱਲਾਂ ਹੋ ਰਹੀਆਂ, ਕਹਿੰਦੇ 2022 ਦੇ ਵਿੱਚ ਆਪਣੀ ਰਾਜਨੀਤਿਕ ਪਾਰਟੀ ਖੜੀ ਕਰਨਗੇ, ਕੁਝ ਲੋਕ ਜੋੜਨਗੇ ਤੇ ਫਿਰ 117 ਚੋਣਾਂ ਤੇ ਲੜਨ ਦੀਆਂ ਤਿਆਰੀਆਂ ਕਰ ਰਹੇ ਹੋ ਤੁਸੀਂ। ਬਾਈ ਗੱਲ ਐ ਆ ਵੀ ਮੈਂ ਜਦੋਂ ਪੰਜਾਬ ਆਇਆ ਸੀ ਨਾ ਮੈਂ ਕੋਈ ਚੋਣਾਂ ਲੜਨ ਆਇਆ ਸੀ, ਨਾ ਲੀਡਰ ਬਣਨ ਆਇਆ ਸੀ, ਨਾ ਮੇਰੀ ਕੋਈ ਹੋਰ ਮਨਸ਼ਾ ਸੀ ਵੀ ਇਹ ਤੋਂ ਮੈਂ ਕੋਈ ਲਾਹਾ ਲੈਣਾ। ਇੱਕ ਜਜ਼ਬੇ ਦੇ ਆਧਾਰ ਤੇ ਮੈਂ ਪੰਜਾਬ ਦੀ ਮਿੱਟੀ ਨੇ ਆਵਾਜ਼ ਮਾਰੀ ਆਪਦੇ ਲੋਕਾਂ ਦੇ ਲਈ। ਜਿੰਨਾ ਕੁ ਆਪਾਂ ਦਰਦ ਸਾਰੇ ਰੱਖਦੇ ਹਾਂ, ਇਕੱਲਾ ਮੇਰੇ 'ਚ ਹੀ ਨਹੀਂ ਆ, ਸਾਰੇ ਹੀ ਰੱਖਦੇ ਹਾਂ ਆਪਾਂ, ਹੈ ਨਾ, ਵੀ ਸਾਡੀ ਧਰਤੀ ਹੈ ਯਾਰ, ਸਾਡੀ ਹੋਂਦ ਆ ਇੱਕ ਆਪਦੀ, ਸਾਡੀ ਇੱਕ ਆਪਦੀ ਕੌਮੀਅਤ ਆ। ਸੋ ਇਸ ਲਈ ਜਦੋਂ ਮੈਂ ਪੰਜਾਬ ਆਇਆ, ਪਹਿਲਾਂ ਮੈਂ ਬੰਬੇ ਬੈਠਾ ਬੋਲਣ ਲੱਗਿਆ, ਫਿਰ ਮੈਂ ਪੰਜਾਬ ਆ ਗਿਆ। ਉਦੋਂ ਕਿਸਾਨੀ ਸੰਘਰਸ਼ ਤਾਂ ਹਜੇ ਹੋਂਦ 'ਚ ਵੀ ਨਹੀਂ ਆਇਆ ਸੀ। ਤੁਸੀਂ ਮੇਰੇ ਫੇਸਬੁੱਕ 'ਤੇ ਜਾ ਕੇ ਦੇਖੋ, ਜਦੋਂ ਮੈਂ ਮੋਦੀ ਸਰਕਾਰ ਦੇ ਅਗੇਂਸਟ ਬੋਲਣਾ ਸ਼ੁਰੂ ਕਰਤਾ ਸੀ, ਜਦੋਂ ਲੋਕਡਾਊਨ ਹੋਇਆ, ਇਹਨਾਂ ਨੇ ਥਾਲੀਆਂ ਛੈਣੇ ਖੜਕਾਉਣ ਵਾਸਤੇ ਗੱਲ ਕੀਤੀ ਆ, ਮੈਂ ਉਦੋਂ ਵੀ ਇਹ ਗੱਲਾਂ ਕਹੀਆਂ ਵੀ ਇਹ ਕਮਲੇ ਲੋਕ ਆ, ਇਹ ਕੋਈ ਕਰੋਨਾ ਟਿੱਡੀ ਦਾਲਾ ਵੀ ਇਹ ਥਾਲੀਆਂ ਛੈਣੇ ਖੜਕਾ ਕੇ ਭਜਾ ਲਓਗੇ। ਸੋ ਆਪਾਂ ਇਹ ਕਹਿ ਰਹੇ ਬਾਈ ਜੀ ਬਈ ਬੰਬੇ ਤੋਂ ਜਦੋਂ ਤੁਸੀਂ ਆਏ ਨਹੀਂ ਹੋ, ਤੁਸੀਂ ਭੇਜੇ ਗਏ ਹੋ। ਬੰਬੇ ਤੋਂ ਜਿਹੜਾ ਤੁਸੀਂ ਬੋਲੇ ਨਹੀਂ ਹੋ, ਬੁਲਵਾਏ ਗਏ ਹੋ, ਮੂੰਹ ਦੇ ਵਿੱਚ ਸ਼ਬਦ ਪਾ ਕੇ ਵੀ ਪਹਿਲਾਂ ਸਾਡਾ ਤੂੰ ਦੁਸ਼ਮਣ ਜਿਹਾ ਬਣ ਤੇ ਫਿਰ ਉੱਥੇ ਤੇ ਜਾ ਕੇ ਲੋਕਾਂ ਨੂੰ ਭਰਮਾ ਤੇ ਫਿਰ ਇਹ ਕੰਮ ਕਰ। ਨਹੀਂ, ਮੇਰੀ ਗੱਲ ਸੁਣੋ, ਗੱਲ ਇਹ ਆ ਵੀ ਉਹਦੇ ਪਿੱਛੇ ਕੋਈ ਮਕਸਦ ਤਾਂ ਹੋਵੇ ਨਾ। ਅੱਛਾ, ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਉਦੋਂ ਤਾਂ ਇਹ ਵੀ ਨਹੀਂ ਪਤਾ ਸੀ ਵੀ ਕਿਸਾਨੀ ਮੁੱਦਾ ਵੀ ਉੱਠੂਗਾ। ਉਦੋਂ ਤਾਂ ਇਹ ਵੀ ਨਹੀਂ ਪਤਾ ਸੀ ਵੀ ਕੋਈ ਕਿਸਾਨੀ ਪਹਿਲਾਂ ਬਿੱਲ ਇੰਟਰੋਡਿਊਸ ਹੋਣਗੇ। ਕੋਈ ਬਿੱਲ ਵੀ ਨਹੀਂ ਇੰਟਰੋਡਿਊਸ ਹੋਏ ਸੀ ਉਦੋਂ ਤਾਈਂ ਤਾਂ। ਇਹ ਤਾਂ ਬੜੇ ਬਾਅਦ ਦੀਆਂ ਗੱਲਾਂ, ਉਦੋਂ ਮਹੀਨਿਆਂ ਹੀ ਬਾਅਦ ਦੀਆਂ ਗੱਲਾਂ। ਅੱਛਾ, ਫਿਰ ਹਜੇ ਤੱਕ ਕਿਸਾਨੀ ਸੰਘਰਸ਼ ਉਸ ਲੈਵਲ ਤੱਕ ਹੋਂਦ 'ਚ ਨਹੀਂ ਆਇਆ। ਜਦੋਂ ਪੰਜਾਬ ਮੈਂ ਆਇਆ, ਪਹਿਲੇ ਵਾਰੀ ਅਸੀਂ ਬਠਿੰਡੇ DC ਦਫ਼ਤਰ ਦੇ ਮੂਹਰੇ ਇੱਕ ਕਿਸਾਨਾਂ ਨੇ ਆਪਦਾ ਛੋਟਾ ਜਿਹਾ ਇੱਕ ਧਰਨਾ ਲਾਇਆ ਹੋਇਆ ਸੀ। ਹਜੇ ਉਸ ਤਰ੍ਹਾਂ ਦੀ ਕੋਈ ਹੋਂਦ ਹਸਤੀ ਨਹੀਂ ਸੀ ਅੰਦੋਲਨ ਦੀ ਜੋ ਅੱਜ ਨੁਹਾਰ ਆ ਜਾਂ ਅੱਜ ਇੱਕ ਰੂਪ ਰੇਖਾ। ਉਦੋਂ ਕਿਸਾਨਾਂ ਨਾਲ ਜਾ ਕੇ ਬੈਠੇ, ਉਦੋਂ ਗੱਲਾਂ ਕੀਤੀਆਂ ਕਿਸਾਨਾਂ ਦੀਆਂ, ਕਿਸਾਨੀ ਦੀਆਂ ਗੱਲਾਂ ਕੀਤੀਆਂ, ਪੰਜਾਬ ਦੀਆਂ ਗੱਲਾਂ ਕੀਤੀਆਂ, ਪੰਜਾਬੀਅਤ ਦੀਆਂ ਗੱਲਾਂ ਕੀਤੀਆਂ, ਸਾਡੀ ਹੋਂਦ ਦੀ ਗੱਲ ਕੀਤੀ ਵੀ ਕਿਵੇਂ ਸਾਡੇ ਤੇ ਹਮਲੇ ਹੋ ਰਹੇ ਆ। ਅੱਛਾ, ਉਦੋਂ ਪਹਿਲਾਂ ਚਾਹੇ ਹਜੂਰ ਸਾਹਿਬ ਜਿਹੜੇ ਨਾਂਦੇੜ ਸਾਹਿਬ ਸਾਡੀ ਸੰਗਤ ਫਸੀ ਹੋਈ ਸੀ, ਸਿੱਖ ਸੰਗਤ, ਉਹਨਾਂ ਨੂੰ ਕਢਾਉਣ ਦੇ ਲਈ ਸਟੇਟਮੈਂਟਸ ਮੈਂ ਦਿੱਤੀਆਂ ਸੋਸ਼ਲੀ ਜਾ ਕੇ। ਈਵਨ ਉਦੋਂ ਮਹਾਰਾਸ਼ਟਰ ਸ਼ਿਵ ਸੈਨਾ ਦੀ ਸਰਕਾਰ ਆ, BJP ਦੇ ਜਮਾਂ ਉਲਟ ਖੜਦੀ ਹੈ ਜਾ ਕੇ। ਉਹ ਸ਼ਿਵ ਸੈਨਾ ਦੇ ਸਰਕਾਰ ਦਾ MP ਉੱਥੋਂ ਨਾਂਦੇੜ ਤੋਂ ਜਿੱਤਿਆ ਹੋਇਆ, ਉਹਨਾਂ ਨਾਲ ਗੱਲ ਕਰਕੇ, ਉਸ ਵੇਲੇ ਮੇਰੇ ਰਿਸ਼ਤੇ ਸੁਖਾਵੇਂ ਸੀ ਸਨੀ ਦਿਓਲ ਬਾਈ ਨਾਲ, ਉਹਨਾਂ ਨਾਲ ਗੱਲ ਕਰਕੇ ਵੀ ਸਾਡੇ ਬੰਦੇ ਉੱਥੇ ਫਸੇ ਆ ਜੀ, ਉਹਨਾਂ ਨੂੰ ਪੰਜਾਬ ਭੇਜੋ। ਉਸ ਖਾਤਰ ਆਪਾਂ ਮੁਹਿੰਮ ਵਿੱਢੀ। ਫਿਰ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸਰੂਪ ਤੁਹਾਨੂੰ ਪਤਾ ਚੋਰੀ ਹੋਏ ਆ, ਉਹਦੇ 'ਤੇ ਆਪਾਂ ਗੱਲਾਂ ਕੀਤੀਆਂ, ਹੈ ਨਾ, 328 ਸਰੂਪ। ਈਵਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ, ਉਹਦੇ 'ਤੇ ਆਪਾਂ ਗੱਲਾਂ ਕੀਤੀਆਂ। ਸੋ ਗੱਲ ਉਦੋਂ ਕਿਸਾਨੀ ਸੰਘਰਸ਼ ਦੀ ਤਾਂ ਕੋਈ ਹੋਂਦ ਹੀ ਨਹੀਂ ਸੀ। ਉਹ ਤਾਂ ਬੜੀ ਬਾਅਦ 'ਚ ਇੱਕ ਇਸ਼ੂ ਨੂੰ ਆਈਡੈਂਟੀਫਾਈ ਕੀਤਾ ਸਾਡੇ ਕਿਸਾਨ ਲੀਡਰਾਂ ਨੇ, ਉਸ ਇਸ਼ੂ 'ਤੇ ਲਾਮਬੰਦੀ ਹੋਈ ਅਤੇ ਉਹਦੇ 'ਚ ਜਿਵੇਂ ਸਾਰਾ ਪੰਜਾਬ, ਜਿਵੇਂ ਸਾਰਾ ਸਾਡਾ ਬਾਹਰਲੇ ਬੈਠੇ ਹੈ ਨਾ ਬੰਦੇ ਜੁੜ ਗਏ,
ਈਵਨ ਹਰਿਆਣਾ ਜੁੜ ਗਿਆ, ਉਵੇਂ ਹੀ ਮੈਂ ਜੁੜ ਗਿਆ ਭਾਈ ਨਾਲ, ਕਿਉਂਕਿ ਹੈ ਤਾਂ ਜ਼ਿਮੀਂਦਾਰਾਂ ਦੇ ਪਰਿਵਾਰ 'ਚ ਹੀ ਪੈਦਾ ਹੋਏ ਨਾ, ਹੈ ਤਾਂ ਕਿਸਾਨੀ ਨਾਲ ਹੀ ਰਿਲੇਟਡ। ਤੁਹਾਨੂੰ ਰਿਸੈਪਟ ਕਿਉਂ ਨਹੀਂ ਕੀਤਾ ਗਿਆ ਪਹਿਲੇ ਦਿਨ ਤੋਂ? ਨਹੀਂ ਤੁਸੀਂ ਉਹ ਅਲੱਗ ਆਪਣਾ ਮੋਰਚਾ, ਤੁਸੀਂ ਸ਼ੰਭੂ ਬਹਿ ਜਾਂਦੇ ਹੋ, ਪਰ ਤੁਹਾਡੀ ਸੋਚ ਤਾਂ, ਹਾਲਾਂਕਿ ਤੁਸੀਂ ਬਿੱਲਾਂ ਨੂੰ ਬਹੁਤ ਵਧੀਆ ਡੈਫੀਨੇਟ ਵੀ ਕਰਦੇ ਸੀਗੇ, ਡੈਫੀਨੇਸ਼ਨ ਤੁਸੀਂ ਦਿੰਦੇ ਸੀ ਜਾਂ ਲੋਕਾਂ ਨੂੰ ਜਾਗਰੂਕ ਕਰਦੇ, ਪਰ ਕਿਸਾਨੀ ਲੀਡਰ ਨੇ ਐਕਸੈਪਟ ਕਿਉਂ ਨਹੀਂ ਕੀਤਾ ਫਿਰ ਤੁਹਾਨੂੰ? ਬਾਈ ਉਹ ਗੱਲ ਪਤਾ ਕੀ ਹੁੰਦੀ ਆ, ਜਦੋਂ ਤੁਸੀਂ ਦੇਖੋ ਇਹ ਗੱਲ ਸਾਨੂੰ ਸਮਝ ਨਹੀਂ ਪਊਗੀ। ਹੁਣ ਆਪਾਂ ਇਹ ਨਾ ਕਿਸੇ ਦੇ ਵਿਰੁੱਧ ਜਾਂ ਉਲਟ ਸਟੇਟਮੈਂਟ ਨਹੀਂ ਦੇ ਰਹੇ। ਕਿਸਾਨ ਲੀਡਰ ਸਾਡੇ ਬੜੇ ਸਤਿਕਾਰਯੋਗ ਆ, ਉਹਨਾਂ ਸਾਡੀ ਲੀਡਰਸ਼ਿਪ ਨੇ ਲੜਾਈ ਲੜੀ ਆ, ਇਸ਼ੂ ਨੂੰ ਆਇਡੈਂਟੀਫਾਈ ਕੀਤਾ, ਲਾਮਬੰਦੀ ਵੀ ਕੀਤੀ ਆ। ਪਰ ਜਿਹੜੀਆਂ ਇਹ ਯੂਨੀਅਨਸ ਆ ਨਾ, ਉਹ ਟ੍ਰੇਡ ਯੂਨੀਅਨਸ ਆ। ਟ੍ਰੇਡ ਯੂਨੀਅਨ ਨੇ ਹਮੇਸ਼ਾ ਹੀ ਇਕਨੋਮਿਕਲ ਲੜਾਈਆਂ ਲੜੀਆਂ। ਜਿਵੇਂ ਹੁਣ ਧਰਨਾ ਲਾਇਆ ਜਲੰਧਰ, ਗੰਨੇ ਦਾ ਰੇਟ ਮੰਗਿਆ ਤੇ ਉਹਦੇ ਲਾਹੇਵੰਦ ਮੁੱਲ ਲੈਣ ਵਾਸਤੇ ਧਰਨਾ ਲਾਤਾ ਵੀ ਇਹਦਾ ਮੁੱਲ ਵਧਾਓ, 360 ਰੁਪਏ ਮੁੱਲ ਹੋ ਗਿਆ ਤੇ ਧਰਨਾ ਚੱਕਤਾ। ਇਹਨਾਂ ਦਾ ਪੂਰਾ ਡਿਸਕੋਰਸ ਦੇਖ ਲਓ ਤੁਸੀਂ ਪਾਸਟ 'ਚ ਜਾ ਕੇ, ਇਹੀ ਰਿਹਾ। ਟ੍ਰੇਡ ਯੂਨੀਅਨ ਹੁੰਦੀ ਹੀ ਜਿਹੜੇ ਸਾਡੀ ਆਰਥਿਕ ਮਸਲਿਆਂ ਦੇ ਨਾਲ ਰਿਲੇਟਡ, ਕਿਸਾਨੀ ਦੇ ਵੀ ਆਰਥਿਕ ਮਸਲੇ ਹੋਣ, ਚਾਹੇ ਫਸਲਾਂ ਦੇ ਲਾਹੇਵੰਦ ਮੁੱਲ ਹੋਣ, ਚਾਹੇ ਕੋਈ ਮੁਆਵਜ਼ਾ ਲੈਣਾ ਹੋਵੇ, ਚਾਹੇ ਕਰਜ਼ਾ ਮੁਆਫੀ ਹੋਵੇ, ਹੈ ਨਾ, ਚਾਹੇ ਕੋਈ ਹੋਰ ਕਿਸਾਨੀ ਰਿਲੇਟਡ ਕੋਈ ਗੱਲ ਆਪਾਂ ਸਰਕਾਰ ਤੋਂ ਮਨਵਾਉਣੀ ਹੋਵੇ, ਅਥਾਰਟੀਜ਼ ਤੋਂ ਮਨਵਾਉਣੀ ਹੋਵੇ, ਅੱਜ ਤੱਕ ਉਹੀ ਕੀਤਾ ਸੀ ਇਹਨਾਂ ਨੇ। ਇਹ ਜਿਹੜੀ ਲੜਾਈ ਆ, ਇਹ ਲੜਾਈ ਜਿਸ ਵੇਲੇ 25 ਸਤੰਬਰ ਨੂੰ ਚੱਕਾ ਜਾਮ ਦੀ ਕਾਲ ਸੀ, ਉਹਦੇ ਸ਼ੰਭੂ ਮੋਰਚੇ ਤੋਂ ਪਹਿਲੀ ਵਾਰੀ ਮੈਂ ਲਾਈਵ ਜਾ ਕੇ ਕਾਲ ਦਿੱਤੀ। ਉਹਦੇ ਲੱਖੇ ਨੂੰ ਵੀ ਕਿਹਾ ਵੀ ਬਾਈ ਜੀ ਆਪਾਂ ਇਕੱਠੇ ਸ਼ੰਭੂ ਮੋਰਚੇ ਦੀ ਕਾਲ ਦਿੰਨੇ ਆ 25 ਸਤੰਬਰ ਨੂੰ। 2 ਜਣਿਆਂ ਨੇ ਕਾਲ ਦਿੱਤੀ, ਸਾਰਾ ਪੰਜਾਬ ਆ ਕੇ ਖੜਾ ਹੋ ਗਿਆ। 25 ਸਤੰਬਰ ਨੂੰ ਅਸੀਂ ਇਹ ਕਹਿ ਕੇ ਉੱਥੋਂ ਉੱਠੇ ਵੀ ਜੇ ਕਿਸਾਨੀ ਅੰਦੋਲਨ ਜਿਹੜਾ ਸ਼ੁਰੂ ਹੋਇਆ ਜੀ, ਇਹ ਉਦੋਂ ਤੱਕ ਬਿੱਲ ਸੀ, ਕਾਨੂੰਨ ਬਣੇ ਨਹੀਂ ਸੀ, ਜੇ ਰੱਦ ਨਹੀਂ ਹੋਣਗੇ ਤੇ ਅਸੀਂ 4 ਤਰੀਕ ਤੋਂ ਆਪਦਾ ਪੱਕਾ ਧਰਨਾ ਲਾਵਾਂਗੇ, ਕਿਉਂਕਿ 4 ਤਰੀਕ ਤੋਂ ਰੇਲਾਂ ਰੋਕਣ ਦਾ ਤੇ ਧਰਨੇ ਲਾਉਣ ਦਾ ਯੂਨੀਅਨ ਦੀ ਕਾਲ ਸੀ, ਹੈ ਨਾ, ਸਾਡੇ ਕਿਸਾਨ ਯੂਨੀਅਨ ਦੀ ਉਸ ਵੇਲੇ। ਉਦੋਂ ਫਿਰ 28 ਸਤੰਬਰ ਨੂੰ ਆਪਣੀ ਜਿਹੜੀ ਕਿਸਾਨ ਭਵਨ 'ਚ ਮੀਟਿੰਗ ਹੋਈ। ਮੀਟਿੰਗ ਦੇ ਦੌਰਾਨ ਤੁਸੀਂ ਉੱਥੇ ਮੌਜੂਦ ਸੀ ਆਪ। ਮੀਟਿੰਗ ਦੇ ਦੌਰਾਨ ਕਿਸਾਨ ਲੀਡਰਸ਼ਿਪ ਸਾਰੀ ਬੈਠੀ ਆ ਤੇ ਇਧਰੋਂ ਆਰਟਿਸਟ ਬੈਠੇ ਆ ਜਾਂ ਐਕਟਰ ਬੈਠੇ ਆ ਜਾਂ ਜਿਹੜੇ ਐਕਟਿਵਿਸਟ ਆ ਉਹ ਬੈਠੇ ਆ। ਉਹਨਾਂ ਨੇ ਸਾਰਿਆਂ ਤੋਂ ਪੁੱਛਿਆ ਵੀ ਤੁਹਾਡਾ ਦੱਸੋ ਜੀ ਕੀ ਕਹਿਣਾ ਇਹਦੇ 'ਤੇ। ਹਰ ਬੰਦੇ ਨੇ ਇਹ ਗੱਲ ਕਹੀ ਜੀ ਵੀ ਮੈਂ ਤੁਹਾਡੇ ਨਾਲ ਆ, ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ, ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ। ਮੇਰੇ ਕੋਲ ਇੱਕ ਸਵਾਲ ਸੀ ਸਿਰਫ ਉਸ ਲੀਡਰਸ਼ਿਪ ਲਈ ਵੀ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਇਹ MSP ਦਾ ਮਸਲਾ, ਕਿਉਂਕਿ ਉਹੀ ਗੱਲ ਆ ਗਈ ਕਿਸਾਨ ਜਿਹੜਾ ਯੂਨੀਅਨ ਆ ਉਹ ਟ੍ਰੇਡ ਯੂਨੀਅਨ ਆ ਤੇ ਉਹਨਾਂ ਨੇ ਹਮੇਸ਼ਾ ਟ੍ਰੇਡ ਦੀ ਗੱਲ ਕੀਤੀ ਆ, ਆਰਥਿਕਤਾ ਦੇ ਨਾਲ ਰਿਲੇਟਡ ਮਸਲਿਆਂ ਦੀ ਗੱਲ ਕੀਤੀ ਆ। ਉਦੋਂ ਤੱਕ ਉਹ ਸਿਰਫ MSP ਦੀ ਗੱਲ ਕਰ ਰਹੇ ਸੀ, ਇਹ ਤੁਹਾਨੂੰ ਵੀ ਪਤਾ। ਮੈਂ ਉਹਨਾਂ ਨੂੰ ਇਹ ਗੱਲ ਉਦੋਂ ਵੀ ਪਹਿਲੀ ਵਾਰੀ ਉਸ ਮੀਟਿੰਗ 'ਚ ਲੈ ਕੇ ਆਇਆ ਵੀ ਇਹ ਕੱਲੀ MSP ਤੱਕ ਗੱਲ ਸੀਮਤ ਨਹੀਂ ਆ, ਇਹ ਹੋਂਦ ਦਾ ਮੁੱਦਾ, ਇਹ ਸਾਡੀ ਹੋਂਦ ਦਾ ਮਸਲਾ। ਜੇ ਸਾਡੀ ਹੋਂਦ ਦਾ ਮਸਲਾ, ਤੁਸੀਂ ਉਹ ਲੜਾਈ ਲੜਨ ਨੂੰ ਤਿਆਰ ਹੋ? ਕਿਉਂਕਿ ਲੜਾਈ ਸਾਨੂੰ ਜੇ ਹੋਂਦ ਦੀ ਲੜਨੀ ਆ ਤਾਂ ਤੁਹਾਡਾ ਜਿਹੜੀਆਂ ਪੁਰਾਣੀਆਂ ਲੜਾਈਆਂ ਜਾਂ ਲੜਨ ਦੀ ਰਣਨੀਤੀ ਰਹੀ ਆ ਉਹ ਤੋਂ ਵੱਖਰੀ ਰਣਨੀਤੀ ਬਣਾਉਣੀ ਪਊਗੀ। ਫਿਰ ਸਾਨੂੰ ਇੱਕ ਇੰਡੀਅਨ ਸਟੇਟ ਦੇ ਨਾਲ ਹੋਂਦ, ਕਿਉਂਕਿ ਉਹ ਪੰਜਾਬ ਦੀ ਹੋਂਦ ਹਸਤੀ ਮਿਟਾਉਣ ਤੇ ਤੁਲੇ ਆ। ਸਾਨੂੰ ਪਤਾ ਖਾਲਿਸਤਾਨ ਦੇ ਨਾਲ ਜੋੜਦੇ ਆ। ਉਹ ਕਹਿੰਦੇ ਵੀ ਸਿੱਧੂ ਖਾਲਿਸਤਾਨ ਦੀ ਗੱਲ ਕਰਦਾ ਹੈ, ਦੀਪ ਸਿੱਧੂ, ਬਈ ਇਹ ਜਿਹੜਾ ਕਿਸਾਨੀ ਔਰ ਖਾਲਿਸਤਾਨ ਦਾ ਕਹਿੰਦੇ ਕੀ ਮੇਲ ਹੈ। ਇਹੀ ਆਪਾਂ ਗੱਲ ਕਰਦੇ ਹਾਂ। ਇਹ ਇੱਕ ਪੋਲੀਟੀਕਲ ਮਸਲਾ, ਗੱਲ ਨੂੰ ਸਮਝੋ ਤੁਸੀਂ, ਇੱਕ ਕੌਮੀਅਤ ਦਾ ਮਸਲਾ। ਉਹਨੂੰ ਕੌਮੀਅਤ ਨੂੰ ਤੁਸੀਂ ਜਿਹੜਾ ਮਰਜ਼ੀ ਨਾਂ ਦੇ ਦਿਓ, ਅੱਜ ਉਹਨੂੰ ਖਾਲਸੇ ਰਾਜ ਦਾ ਨਾਂ ਦੇ ਦਿਓ, ਉਹਨੂੰ ਵੱਧ ਅਧਿਕਾਰਾਂ ਦਾ ਨਾਂ ਦੇ ਦਿਓ, ਹੈ ਨਾ। ਕੌਮੀਅਤ ਕੀ ਆ? ਕੌਮੀਅਤ ਸਾਡੀ ਪੰਜਾਬੀ ਆ। ਉਹ ਕੌਮੀਅਤ ਸਾਡੀ ਸਦੀਆਂ ਤੋਂ ਇੱਕ ਸੱਭਿਅਤਾ ਵਿਕਸਿਤ ਹੋਈ ਆ। ਹੁਣ ਜਿਹੜਾ ਭਾਰਤ ਸਰਕਾਰ ਇਹ ਕਹਿੰਦੀ ਆ ਵੀ ਉਸ ਸੱਭਿਅਤਾ ਨੂੰ ਮਿਟਾ ਕੇ, ਉਹਦਾ ਖੁਰਾ ਖੋਜ ਮਿਟਾ ਕੇ ਅਸੀਂ ਆਪਦੇ ਹਿਸਾਬ ਨਾਲ ਸੱਭਿਅਤਾ ਪੈਦਾ ਕਰੀਏ ਇੱਥੇ, ਇੱਕ ਮਨੁੱਖੀ ਡਿਜ਼ਾਈਨ 'ਚੋਂ ਨਿਕਲੀ ਹੋਈ ਗੱਲ। ਇੱਕ ਪਾਸੇ ਕੁਦਰਤੀ ਵਰਤਾਰਾ ਖੜਾ, ਇੱਕ ਪਾਸੇ ਮਨੁੱਖੀ ਦਿਮਾਗ ਦਾ ਡਿਜ਼ਾਈਨ ਖੜਾ, ਹੈ ਨਾ, ਜਾਂ ਇੱਕ ਪੋਲੀਟੀਕਲ ਡਿਜ਼ਾਈਨ ਖੜਾ। ਹੁਣ ਕੁਦਰਤੀ ਵਰਤਾਰਾ ਜਿਹੜਾ ਹੁੰਦਾ ਉਹ ਤਾਂ ਕੁਦਰਤ, ਅਕਾਲ ਪੁਰਖ ਵਾਹਿਗੁਰੂ ਦਾ ਪੈਦਾ ਕੀਤਾ ਵਰਤਾਰਾ। ਇੱਕ ਪਾਸੇ ਇੱਕ ਪੋਲੀਟੀਕਲ ਡਿਜ਼ਾਈਨ ਆ।
ਅਸੀਂ ਇਹ ਗੱਲ ਕਹਿ ਰਹੇ ਹਾਂ, ਜਿਹੜੀ ਤੁਸੀਂ ਅੱਜ ਸਾਡੀ ਸੱਭਿਅਤਾ ਮਿਟਾਉਣ ਦੀ ਗੱਲ ਕਰ ਰਹੇ ਹੋ, ਸਾਡੀ ਜਿਹੜੀ ਕਲਚਰਲ ਐਗਜ਼ਿਸਟੈਂਸ ਆ ਹਨਾ, ਸੱਭਿਆਚਾਰਕ ਹੋਂਦ ਆ, ਉਹਨੂੰ ਮਿਟਾਉਣ ਦੀ ਗੱਲ ਕਰ ਰਹੇ ਹੋ, ਇਹ ਸਾਨੂੰ ਮਨਜ਼ੂਰ ਨਹੀਂ ਆ, ਕਿਉਂਕਿ ਕੁਦਰਤ ਨੇ ਸਾਨੂੰ ਇਸ ਤਰ੍ਹਾਂ ਬਣਾਇਆ। ਜਿਹੜੀ ਸਾਡੇ ਫਲਸਫੇ ਆ ਉਹ ਤਾਂ ਵਿਆਪਕਤਾ 'ਚ ਆ, ਉਹ ਵਿਆਪਕਤਾ ਇੱਕ ਦੂਜੇ ਨਾਲ ਹਾਰਮਨੀ 'ਚ ਰਹੇ, ਇਹ ਆ ਸਿੱਖ ਸਿਧਾਂਤ। ਗੁਰੂ ਨਾਨਕ ਸਾਹਿਬ ਨੇ ਵੀ ਇਹੀ ਦਿੱਤਾ, ਡਾਇਵਰਸਿਟੀ ਇਨ ਹਾਰਮਨੀ, ਡਾਇਵਰਸਿਟੀ ਇਨ ਯੂਨਿਟੀ ਨਹੀਂ। ਯੂਨਿਟੀ ਕੁਛ ਵੱਖਰੀ ਗੱਲ ਹੁੰਦੀ ਹੈ, ਡਾਇਵਰਸਿਟੀ ਇਨ ਹਾਰਮਨੀ, ਇੱਕ ਦੂਜੇ ਨਾਲ ਪਿਆਰ ਅਦਬ ਸਤਿਕਾਰ ਨਾਲ ਰਹੀਏ, ਅਸੀਂ ਇੱਕ ਦੂਜੇ ਨੂੰ ਐਕਨੋਲੇਜ ਤੇ ਰੈਕਗਨਾਈਜ਼ ਕਰੀਏ। ਸਾਨੂੰ ਸਾਡੇ ਵਿਰਸੇ ਚੋਂ, ਇਤਿਹਾਸ ਚੋਂ ਸਾਨੂੰ ਇਹ ਚੀਜ਼ਾਂ ਮਿਲੀਆਂ, ਇਹ ਮਿਲੀਆਂ ਤਾਂ ਸਾਡੀ ਹੋਂਦ ਨੂੰ ਤੁਸੀਂ ਐਕਸੈਪਟ ਕਰੋ, ਰੈਕਗਨਾਈਜ਼ ਕਰੋ। ਉਹ ਕਹਿੰਦੇ ਅਸੀਂ ਨਹੀਂ ਕਰਦੇ। ਤੁਸੀਂ ਸਾਡੀ ਕੌਮੀਅਤ ਨੂੰ, ਸਾਡੀ ਹੋਂਦ ਨੂੰ ਰੈਕਗਨਾਈਜ਼ ਕਰੋ, ਸਾਨੂੰ ਸਾਡੇ ਅਧਿਕਾਰ ਦੇ ਦਿਓ। ਅਸੀਂ ਕਿਹੜੇ ਐਂਟੀ ਨੈਸ਼ਨਲ ਗੱਲ ਕਰਦੇ ਹਾਂ? ਸਾਡੇ ਤੋਂ ਵੱਡਾ ਦੇਸ਼ ਭਗਤ ਕੌਣ ਹੋਊਗਾ ਦੱਸੋ ਤੁਸੀਂ? ਕੋਈ ਗੱਲ ਐਂਟੀ ਨੈਸ਼ਨਲ ਦਿਖਾ ਦਿਓ, ਪਰ ਤੁਸੀਂ ਇਹ ਕਹੋ ਵੀ ਤੁਸੀਂ ਨੈਸ਼ਨਲਿਸਟਿਕ ਬਣੋ, ਪਰ ਆਪਦੀ ਹੋਂਦ ਹਸਤੀ ਮਿਟਾ ਕੇ ਨੈਸ਼ਨਲਿਸਟਿਕ ਬਣੋ, ਇਹ ਨਹੀਂ ਸਾਡੇ ਤੋਂ ਹੋ ਸਕਦਾ। ਇੱਕ ਸਦੀਆਂ ਤੋਂ ਪੈਦਾ ਕੀਤੀ ਹੋਈ, ਸਾਡੇ ਗੁਰੂਆਂ ਨੇ ਆਪਦਾ ਸਭ ਕੁਝ ਵਾਰਤਾ, ਸਾਡੇ ਸਿੰਘ ਸ਼ਹੀਦ ਆਪਦਾ ਖੂਨ ਡੋਲ ਗਏ ਹੈ ਨਾ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਕਰਦੇ ਖੂਨ ਡੋਲ ਗਏ। ਸਾਡੀ ਹੋਂਦ ਹਸਤੀ ਸਾਡੇ ਫਲਸਫਿਆਂ ਤੇ ਸਾਡੇ ਸਿਦਕ ਤੇ ਆਪਦਾ ਸਭ ਕੁਝ ਵਾਰ ਗਏ, ਤੇ ਅਸੀਂ ਅੱਜ ਕਹਿ ਦਈਏ ਉਹ ਤਾਂ ਐਵੇਂ ਹੀ ਤੁਰੇ ਫਿਰਦੇ ਸੀ, ਅਸੀਂ ਹੁਣ ਜਿਵੇਂ ਦਿੱਲੀ ਸਾਨੂੰ ਤੁਰਦੀ ਆ ਉਵੇਂ ਤੁਰ ਪਾਂਗੇ। ਫਿਰ ਉਹ ਇਹ ਵੀ ਤਾਂ ਕਹਿੰਦੇ, ਉਹ ਕਹਿੰਦੇ ਲੋਕਤੰਤਰੀ ਦੇਸ਼ ਹੈ, ਤੁਸੀਂ ਆਪਣੀ ਖੇਤਰੀ ਪਾਰਟੀ ਬਣਾਓ, ਚਲੋ ਫਿਰ ਕਰ ਲਓ, ਵਿਧਾਨ ਸਭਾ ਚਲ ਜਾਓ, ਚਾਹੇ ਤੁਸੀਂ ਲੋਕ ਸਭਾ ਤੱਕ ਪਹੁੰਚ ਜਾਓ, ਆਪਣੀ ਲੋਕਤੰਤਰੀ ਦੇਸ਼ ਆ, ਉਹਦੇ ਚੋਂ ਤੁਸੀਂ ਪਾਰਟੀ ਬਣਾ ਕੇ ਵੋਟਾਂ ਜਿੱਤ ਕੇ ਆਪਣੇ ਬੰਦੇ ਲੈ ਲਓ। ਫਿਰ ਹੁਣ ਇਹ ਗੱਲ ਬੜੀ ਖਤਰਨਾਕ ਆ, ਇਹਨੂੰ ਸਮਝਣਾ ਪਊਗਾ। ਜਿਹੜਾ ਕਹਿੰਦੇ ਆ ਨਾ ਲੋਕਤੰਤਰੀ ਦੇਸ਼ ਆ, ਤੁਸੀਂ ਇੱਕ ਗੱਲ ਦੇਖੋ, ਲੋਕਤੰਤਰੀ ਦੇਸ਼ ਜ਼ਰੂਰ ਆ, ਪਰ ਲੋਕਤੰਤਰੀ ਦੇਸ਼ ਦੀ ਆੜ 'ਚ ਮੈਜੋਰਿਟੇਰੀਅਨ ਬਹੁਮਤੀ ਦੇਸ਼ ਚੱਲ ਰਿਹਾ। ਇੱਥੇ ਜਿਹੜਾ ਸੋਸ਼ਲ ਕਲਾਸ ਜਾਂ ਇੱਕ ਕੌਮ ਸੋਸ਼ਲੀ ਬਹੁਮਤ 'ਚ ਜਾਂ ਬਹੁਤ ਗਿਣਤੀ ਆ, ਸਭ ਕੁਝ ਉਹਦਾ ਚੱਲਦਾ, ਉਹਨਾਂ ਦਾ ਗਲਬਾ ਦੂਜਿਆਂ ਤੇ ਪੈਂਦਾ। ਅੱਜ ਜੇ ਅਸੀਂ ਆਪਦੇ ਬੰਦਿਆਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਬੰਦਿਆਂ ਦੀ ਗੱਲ ਕਰਦੇ ਹਾਂ, ਫਿਰ ਸਿੱਖਾਂ ਦੀ ਗੱਲ ਕਰਦੇ ਹਾਂ, ਅਸੀਂ ਤਾਂ 2% ਵੀ ਪੂਰੇ ਨਹੀਂ ਹੈ ਨਾ। ਇੱਥੇ ਜਿਹੜੀ ਬਹੁਤ ਗਿਣਤੀ ਆ ਉਹ ਆ ਸਾਰੀ ਹਿੰਦੂ ਸਮਾਜ ਦੀ। ਹੁਣ ਬਹੁਤ ਗਿਣਤੀ ਕੋਲੇ ਜਿਹੜਾ ਲੋਕਤੰਤਰੀ ਢਾਂਚੇ 'ਚ, ਜਦੋਂ ਲੋਕਤੰਤਰੀ ਢਾਂਚੇ 'ਚ ਪਾਵਰ ਵੀ ਆਉਣੀ ਆ, ਉਹ ਵੀ ਬਹੁਤ ਗਿਣਤੀ ਕੋਲੇ ਆਉਣੀ ਆ। 47 ਵੇਲੇ ਸਾਡੇ ਨਾਲ ਵਾਅਦੇ ਕਰ ਕਰਕੇ ਵੀ ਤੁਸੀਂ ਇੱਕ ਵੱਖਰੀ ਕੌਮ ਹੋ, ਤੁਹਾਡੀ ਇੱਕ ਵੱਖਰੀ ਹੋਂਦ ਤੇ ਹਸਤੀ ਆ, ਤੁਹਾਡੀ ਕੌਮੀਅਤ ਪੰਜਾਬੀ ਆ, ਤੁਹਾਨੂੰ ਤੁਹਾਡੇ ਅਧਿਕਾਰ ਮਿਲਣਗੇ, ਤਾਂ ਕਿ ਤੁਹਾਡੇ ਜਿਹੜੇ ਸੱਭਿਆਚਾਰਕ ਹੋਂਦ ਦੇ ਮਸਲੇ ਆ ਨਾ, ਜਾਂ ਸੱਭਿਆਚਾਰਕ ਹੋਂਦ ਆ, ਇਹਨੂੰ ਪ੍ਰੋਟੈਕਟ ਕੀਤਾ ਜਾ ਸਕੇ, ਇਹਨੂੰ ਬਚਾਇਆ ਜਾ ਸਕੇ। ਨਹੀਂ ਤਾਂ ਬਹੁਤੰਤਰੀ ਜਿਹੜੀ ਇਹ ਜਿਹਨੂੰ ਲੋਕਤੰਤਰੀ ਤੁਸੀਂ ਕਹਿੰਦੇ ਹੋ, ਇੱਕ ਬਹੁਮਤ 'ਚ ਇੱਕ ਬਹੁ ਗਿਣਤੀ ਤੁਹਾਨੂੰ ਖਾ ਜੂਗੀ, ਆਪਦੇ 'ਚ ਮਿਲਾ ਲੂਗੀ। ਉਹ ਮੁੱਕਰ ਗਏ, ਲਿਖਤਾਂ 'ਚ ਪਈਆਂ ਬਾਈ ਜੀ। ਅੱਜ ਬ੍ਰਿਟਿਸ਼ ਲਾਇਬ੍ਰੇਰੀ 'ਚ ਇੰਡੀਪੈਂਡੈਂਸ ਐਕਟ ਆਫ ਇੰਡੀਆ ਪਿਆ, ਜਿੱਥੇ ਇਹ ਗੱਲ ਕਹੀ ਗਈ ਸੀ ਵੀ ਪੰਜਾਬ ਨੂੰ ਵੱਧ ਅਧਿਕਾਰ ਮਿਲਣਗੇ, ਇਸ ਖਿੱਤੇ ਨੂੰ ਵੱਧ ਅਧਿਕਾਰ ਮਿਲਣਗੇ, ਸੈਪਰੇਟ ਇਲੈਕਟੋਰੇਟ ਮਿਲੂਗਾ। ਲਿਖਤਾਂ ਪਈਆਂ ਯਾਰ। ਪਰ ਅੱਜ ਤਾਂ ਪੰਜਾਬ ਯੂਨੀਵਰਸਿਟੀ ਬਾਹਰ ਧਰਨੇ ਲੱਗ ਰਹੇ ਨੇ, ਉਹ ਸਾਰਾ ਕੁਝ ਖੋਇਆ ਜਾ ਰਿਹਾ। ਫਿਰ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ, ਤੁਸੀਂ ਕਹਿ ਰਹੇ ਹੋ ਲੋਕਤੰਤਰੀ ਦੇਸ਼ ਆ, ਲੋਕਤੰਤਰੀ ਦੇਸ਼ ਆ ਇਹ। ਇੱਥੇ ਬਹੁ ਗਿਣਤੀ ਦੇ ਹਿਸਾਬ ਨਾਲ ਕਾਨੂੰਨ ਬਣਦਾ, ਬਹੁ ਗਿਣਤੀ ਆਪਦੇ ਹਿਸਾਬ ਨਾਲ ਉਹਨੂੰ ਲੀਗਲ ਕੀ ਆ ਤੇ ਇਲੀਗਲ ਕੀ ਆ ਡਿਫਾਈਨ ਕਰ ਦਿੰਦੀ ਆ। ਬਹੁ ਗਿਣਤੀ ਆਪਦੇ ਹਿਸਾਬ ਨਾਲ ਸਾਰੇ ਇੰਸਟੀਟਿਊਟਸ ਨੂੰ ਚਲਾਉਂਦੀ ਆ, ਚਾਹੇ ਸਕੂਲ ਕਾਲਜ ਕੁਛ ਮਰਜ਼ੀ ਹੋਵੇ, ਇੱਥੋਂ ਤੱਕ ਕਿ ਨਿਆਂਪਾਲਿਕਾ ਤੱਕ ਬਹੁ ਗਿਣਤੀ ਆਪਦੇ ਹਿਸਾਬ ਨਾਲ ਉਸ ਇੰਸਟੀਟਿਊਟ ਨੂੰ ਚਲਾਉਂਦੀ ਆ। ਨਿਰਪੱਖਤਾ ਕੁਛ ਨਹੀਂ ਹੋ ਰਹੀ। ਸੋ ਅੱਜ ਦੀ ਜੋ ਸਰਕਾਰ ਆ, ਉਹਨੇ ਤਾਂ ਪ੍ਰਤੱਖ ਦਿਖਾਤਾ ਮੋਦੀ ਰਜੀਮ ਨੇ ਵੀ ਇਹ ਕੋਈ ਲੋਕਤੰਤਰੀ ਢਾਂਚਾ ਨਹੀਂ ਹੈ, ਇਹ ਤਾਂ ਫਰਸ਼ੀਵਾਦ ਆ, ਇਹ ਤਾਂ ਫਾਸਿਸਟ ਕੌਨਸਟੀਟੂਐਂਸੀ ਕ੍ਰੀਏਟ ਕਰੀ ਜਾਂਦੇ ਆ ਉਹ। ਸੋ ਇਹ ਗੱਲਾਂ ਸਾਨੂੰ ਕਨਵਿੰਸ ਕਰਨ ਨੂੰ ਵੀ ਇਨਸਾਨੀਅਤ, ਲੋਕਤੰਤਰ ਹੈ ਨਾ, ਵੀ ਡੈਮੋਕਰੇਟਿਕ ਵੇ 'ਚ ਅਸੀਂ ਗੱਲ ਕਰਦੇ ਹਾਂ। ਦੇਖੋ ਤੁਸੀਂ ਪੀਸਫੁਲ ਗੱਲ ਕਰੋ ਯਾਰ, ਤੁਸੀਂ ਸਾਨੂੰ ਗੁਲਾਮ ਬਣਾਈ ਜਾਂਦੇ ਹੋ, ਤੇ ਗੁਲਾਮਾਂ ਨੂੰ ਪਿੰਜਰੇ 'ਚ ਤਾੜ ਕੇ ਤੁਸੀਂ ਮੁੜ ਕੇ ਸਵਾਲ ਪੁੱਛਦੇ ਹੋ ਵੀ ਤੂੰ ਪਿੰਜਰੇ 'ਚ ਆਜ਼ਾਦ ਹੋ ਕੇ ਕੀ ਕਰੇਂਗਾ। ਇਹ ਤਾਂ ਸਵਾਲ ਹੀ ਗਲਤ ਆ ਤੁਹਾਡਾ। ਪਿੰਜਰੇ 'ਚੋਂ ਆਜ਼ਾਦ ਹੋ ਕੇ ਕੀ ਕਰੇਂਗਾ, ਉਹ ਅਸੀਂ ਡਿਸਾਈਡ ਕਰਾਂਗੇ ਕੀ ਕਰਾਂਗੇ। ਤੁਸੀਂ ਇਹ ਬਿਆਨ ਕਿਉਂ ਦੇ ਦਿੰਦੇ ਹੁੰਦੇ ਹੋ? ਕਦੇ ਕਦੇ ਤੁਹਾਡੇ ਬਿਆਨ ਆਏ ਨੇ, ਤੁਸੀਂ ਕਹਿੰਦੇ ਜਿਹੜੀਆਂ ਨੈਸ਼ਨਲ ਪਾਰਟੀਆਂ ਇਹ ਪੰਜਾਬ ਦਾ ਕੁਝ ਨਹੀਂ ਸਵਾਰ ਸਕਦੀਆਂ, ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਚਾਹੀਦੀ ਆ, ਉਹੀ ਪੰਜਾਬ ਦਾ। ਇੱਕ ਪਾਸੇ ਤੁਸੀਂ ਕਹਿੰਦੇ ਬਹੁਤੰਤਰੀ ਚੱਲ ਰਿਹਾ ਹੈ, ਲੋਕਤੰਤਰੀ ਨਹੀਂ ਹੈਗਾ, ਫਿਰ ਤੁਸੀਂ ਅਲੱਗ ਦੇਸ਼ ਦੀ ਗੱਲ ਨਹੀਂ ਕਰਦੇ, ਕਦੇ ਅਲੱਗ ਦੇਸ਼ ਦੀ ਅਲੱਗ ਹੋਣ ਦੀ ਗੱਲ ਕਰਦੇ ਹੋ।
ਮਤਲਬ ਕਿ ਅਲੱਗ ਰਾਜ ਹੋਣਾ ਚਾਹੀਦਾ? ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਇੱਕ, ਜਦੋਂ ਵੋਟ ਪੋਲਿਟਿਕਸ ਦੀ, ਇਹਨੂੰ ਆਪਾਂ ਮਿਕਸ ਨਾ ਕਰੀਏ। ਇੱਕ ਤਾਂ ਨਾ ਪੰਜਾਬੀਆਂ ਨੂੰ ਜਾਂ ਸਾਡੇ ਬੰਦਿਆਂ ਨੂੰ ਇੰਨੀ ਗੱਲ ਦੀ ਸਮਝ ਇਸ ਤਰ੍ਹਾਂ ਆ ਗਈ ਆ ਵੀ ਜਦੋਂ ਪੰਜਾਬ ਦਾ ਕੋਈ ਹੱਲ ਨਿਕਲਣਾ ਨਾ, ਉਹ ਕੱਲਾ ਵੋਟ ਪੋਲਿਟਿਕਸ ਚੋਂ ਨਿਕਲਣਾ, ਉਹ ਚੋਣਾਂ ਚੋਂ ਨਿਕਲਣਾ। ਚੋਣਾਂ ਚੋਂ ਪੰਜਾਬ ਦਾ ਹੱਲ ਪੂਰਨ ਤੌਰ ਤੇ ਨਹੀਂ ਨਿਕਲ ਸਕਦਾ। ਕਿਵੇਂ ਨਿਕਲੂਗਾ ਫਿਰ? ਅੰਸ਼ਕ ਨਿਕਲ ਸਕਦਾ ਚੋਣਾਂ ਚੋਂ। ਪੰਜਾਬ ਦਾ ਜੇ ਕੋਈ ਹੱਲ ਪਿਆ, ਉਹ ਜਦੋਂ ਤੱਕ ਸਾਡੇ ਕੋਲੇ ਵੱਧ ਅਧਿਕਾਰ ਨਹੀਂ ਆਉਂਦੇ ਉਦੋਂ ਤੱਕ ਸਾਡਾ ਹੱਲ ਨਹੀਂ ਨਿਕਲਦਾ। ਜਦੋਂ ਤੱਕ ਇਹ ਪੋਲੀਟੀਕਲ ਸਟਰਕਚਰ ਆ ਜਿਹੜਾ ਉਹ ਫੈਡਰਲ ਢਾਂਚੇ ਨੂੰ ਐਕਸੈਪਟ ਕਰਕੇ ਉਹਨੂੰ ਉਸ ਢੰਗ ਨਾਲ ਰਚ ਨਹੀਂ ਦਿੰਦਾ। ਆਨੰਦਪੁਰ ਮਤਾਂ ਦੀ ਗੱਲ ਕਰਦੇ ਹੋ? ਆਨੰਦਪੁਰ ਸਾਹਿਬ ਦਾ ਮਤਾ ਕੀ ਸੀ? ਫੈਡਰਲ ਢਾਂਚੇ ਦੀ ਗੱਲ ਹੀ ਕੀਤੀ ਗਈ ਸੀ ਨਾ। ਅੱਜ ਤੁਸੀਂ ਖੁਦ ਮੁਖਤਿਆਰ ਜਦੋਂ ਤੱਕ ਨਹੀਂ ਹੁੰਦੇ, ਖੁਦ ਮੁਖਤਿਆਰੀ ਤੁਹਾਡੇ ਕੋਲੇ ਨਹੀਂ ਹੁੰਦੀ, ਉਦੋਂ ਤੱਕ ਤੁਸੀਂ ਆਪਦੀ ਕਿਸਮਤ ਕਿਵੇਂ ਘੜੋਗੇ? ਆਪਦੀਆਂ ਪਾਲਿਸੀਆਂ ਕਿਵੇਂ ਘੜੋਗੇ? ਕਿਸਾਨਾਂ ਦੀਆਂ ਪਾਲਿਸੀਆਂ ਕਿਵੇਂ ਘੜੋਗੇ? ਸਿੱਖਿਆ ਦੀਆਂ ਪਾਲਿਸੀਆਂ ਕਿਵੇਂ ਘੜੋਗੇ? ਸਮਾਜ ਦੀਆਂ ਪਾਲਿਸੀਆਂ ਕਿਵੇਂ ਘੜੋਗੇ? ਮੈਨੂੰ ਦੱਸੋ। ਅੱਜ ਸਾਡੇ ਸੀਐਮ ਕੋਲੇ ਕੋਈ ਪਾਵਰ ਹੈਗੀ ਆ ਵੀ ਕਿਸਾਨਾਂ ਦੇ ਮਸਲੇ 'ਚ ਦਖਲਅੰਦਾਜ਼ੀ ਦੇ ਸਕੇ? ਅੱਜ ਉਹਦੇ ਕੋਲੇ ਇਸ ਕੋਈ ਪਾਵਰ ਹੈਗੀ ਸਾਡੇ ਸੀਐਮ ਸਾਹਿਬ ਕੋਲੇ ਵੀ ਉਹ ਸਿੱਖਿਆ ਤੇ ਕੋਈ ਪਾਲਿਸੀ ਘੜ ਸਕੇ? ਅੱਜ ਉਹਨਾਂ ਕੋਲੇ ਕੋਈ ਇਹ ਪਾਵਰ ਹੈਗੀ ਵੀ ਪੰਜਾਬ ਦੇ ਮੌਜੂਦਾ ਮਸਲਿਆਂ ਨੂੰ, ਚਾਹੇ ਉਹ ਪ੍ਰਵਾਸ ਦਾ ਮਸਲਾ, ਚਾਹੇ ਉਹ ਨਸ਼ਿਆਂ ਦਾ ਮਸਲਾ, ਇਹ ਕਹਿ ਤਾਂ ਦਿੰਦੇ ਅਸੀਂ ਹੱਲ ਕਰ ਦਾਂਗੇ, ਹੋ ਗਿਆ। ਇਹੀ ਵਾਅਦੇ ਕਰਕੇ ਪਿਛਲੀਆਂ ਚੋਣਾਂ 'ਚ ਸਰਕਾਰ ਬਣਾਈ ਸੀ ਨਾ। ਤੁਸੀਂ ਦੇਖੋ ਫਿਰ ਗੁਟਕਾ ਸਾਹਿਬ ਹੱਥ 'ਚ ਲੈ ਕੇ ਇਹ ਸਰਕਾਰਾਂ, ਉਸ ਵੇਲੇ ਸਰਕਾਰਾਂ ਬਣਾਉਣ ਦੇ ਚੱਕਰ 'ਚ ਇਹਨਾਂ ਨੇ ਜੁਮਲੇ ਦਿੱਤੇ ਵੀ ਆਹ ਦੇਖੋ ਬਾਣੀ ਹੱਥ 'ਚ ਹੈ ਨਾ, ਤੇ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਵੀ ਸਜ਼ਾ ਦੇਵਾਂਗਾ। ਕੁਛ ਹੋਇਆ? ਨਹੀਂ ਹੋ ਸਕਦਾ, ਕਿਉਂਕਿ ਇਹ ਸੈਂਟਰ ਸਰਕਾਰ ਦੇ ਸਾਹਮਣੇ ਇਹ ਜਿੰਨਾ ਝੁਕ ਜਾਂਦੇ ਆ ਤੇ ਉਹਨਾਂ ਉਹ ਝੁਕਾ ਕੇ ਇਹਨਾਂ ਨੂੰ ਕੁਰਸੀਆਂ ਤੇ ਬਿਠਾਉਂਦੇ ਆ ਤੇ ਮੁੜ ਕੇ ਇਹਨਾਂ ਨੂੰ ਚਲਾਉਂਦੇ ਆ। ਸੋ ਜਿਹੜੀ ਗੱਲ ਤੁਸੀਂ ਕਹੀ ਹੈ, ਇਹ ਹੱਕ ਸਾਨੂੰ ਪੀਸਫੁਲੀ ਮਿਲ ਜਾਣਗੇ, ਕਿਉਂਕਿ ਜਦੋਂ ਅਸੀਂ ਕਿਸਾਨੀ ਲੀਡਰਾਂ ਨਾਲ ਜਾਂ ਹੋਰ ਲੋਕਾਂ ਨਾਲ ਜਿਹੜੇ ਤੁਹਾਡੀ ਆਲੋਚਨਾ ਕਰਦੇ ਨੇ ਹਮੇਸ਼ਾ, ਜਦੋਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕਹਿੰਦੇ ਦੀਪ ਸਿੱਧੂ ਦੀਆਂ ਸਟੇਟਮੈਂਟਾਂ ਸਾਡੇ ਮਾਵਾਂ ਦੇ ਪੁੱਤ ਮਰਵਾਉਣਗੀਆਂ, ਨੌਜਵਾਨ ਮਰਵਾਉਣਗੀਆਂ, ਕਹਿੰਦੇ ਜਾਂ ਫਿਰ ਪੀਸਫੁਲੀ ਤਰੀਕੇ ਦੇ ਨਾਲ ਇਹ ਲੈ ਲੈਣਗੇ, ਹਥਿਆਰ ਚੁਕਵਾਓਗੇ ਤੁਸੀਂ। ਦੇਖੋ ਬਾਈ, ਪੀਸਫੁਲੀ ਕੀ ਮਿਲਿਆ ਤੁਹਾਨੂੰ ਅੱਜ ਤਾਈਂ? ਇਤਿਹਾਸ 'ਚ ਜਦੋਂ ਕਿਤੇ ਰੈਵੋਲਿਊਸ਼ਨ ਆਇਆ, ਕੁਛ ਪੀਸਫੁਲੀ ਆਇਆ? ਕੋਈ ਯਾਰ ਇਤਿਹਾਸ ਦਾ ਕੋਈ ਪ੍ਰਸੰਗ ਤਾਂ ਕੱਢ ਕੇ ਦਿਖਾ ਦਿਓ ਕਿਤੇ ਤਾਂ ਕੋਈ ਰੈਵੋਲਿਊਸ਼ਨ ਪੀਸਫੁਲੀ, ਜਿਹਨੂੰ ਤੁਸੀਂ ਕਹਿੰਦੇ ਹੋ ਪੀਸਫੁਲੀ। ਤੇ ਹਥਿਆਰ ਚੁਕਾਉਣੇ ਨਹੀਂ, ਗੱਲ ਇਹ ਹੁੰਦੀ ਆ ਜਿਹੜਾ ਕੋਈ ਸੰਘਰਸ਼ ਉੱਠਦਾ ਨਾ, ਉਹ ਕਿੱਧਰ ਨੂੰ ਵਹਿ ਜਾਂਦਾ। ਇਹ ਉਸ ਸਮੇਂ ਦਾ ਜਿਹੜਾ ਦੌਰ ਚੱਲ ਰਿਹਾ, ਉਹ ਦੌਰ 'ਚ ਸਰਕਾਰ ਵੀ ਕੰਟਰੀਬਿਊਟ ਕਰਦੀ ਹੈ। ਅਸੀਂ ਤਾਂ ਪੀਸਫੁਲੀ ਸੰਘਰਸ਼ ਵਿੱਢਿਆ ਸੀ, ਧਰਮ ਯੁੱਧ ਮੋਰਚਾ ਵੀ ਪੀਸਫੁਲ ਸੀ। ਗਿਆ ਕਿੱਧਰ ਨੂੰ? ਕਿਉਂ ਗਿਆ? ਸਾਡੇ ਸਾਹਮਣੇ ਆ ਨਾ ਸਭ ਕੁਝ। ਕੌਣ ਲੈ ਕੇ ਗਿਆ? ਸਰਕਾਰ ਆਪ ਲੈ ਕੇ ਗਈ ਨਾ। ਸਰਕਾਰ ਨੇ ਸਾਨੂੰ ਵਾਇਲੈਂਸ ਵੱਲ ਜਾਣ ਲਈ ਮਜਬੂਰ ਕਰਤਾ। ਤੁਹਾਨੂੰ ਕੋਈ ਸਪੇਸ ਨਹੀਂ ਦੇ ਰਹੇ। 26 ਦੀ ਘਟਨਾ ਵੀ ਉਵੇਂ ਹੀ ਹੈ ਫਿਰ। 26 ਨੂੰ ਕੁਛ ਜਿੰਨਾ ਕੁ ਉੱਥੇ ਹੋਇਆ ਲਾਲ ਕਿਲ੍ਹੇ ਵਿੱਚ ਕੀ ਹੋਇਆ? ਲਾਲ ਕਿਲ੍ਹੇ 'ਚ ਕੀ ਹੋਇਆ ਇਹ ਦੇਖੋ ਤੁਸੀਂ। 26 ਨੂੰ ਲਾਲ ਕਿਲ੍ਹੇ 'ਚ ਬੜੇ ਸ਼ਾਂਤਮਈ ਢੰਗ ਨਾਲ ਸਾਡੇ ਕਿਸਾਨ ਜਿਹੜੇ ਸੰਘਰਸ਼ੀ ਬੰਦੇ ਸੀ, ਉਹਨਾਂ ਨੇ ਕਿਸਾਨੀ ਦਾ ਝੰਡਾ ਤੇ ਨਿਸ਼ਾਨ ਸਾਹਿਬ ਉੱਥੇ ਚਲਾਤਾ, ਇੱਕ ਖਾਲੀ ਪੋਲ ਤੇ ਚਲਾਤਾ। ਅੱਛਾ, ਉਹਨੂੰ ਦਰਸਾਇਆ ਕਿਵੇਂ ਜਾ ਰਿਹਾ ਵੀ ਦੇਖੋ ਕਿੱਡੀ ਵੱਡੀ ਹਿੰਸਾ ਹੋਈ ਆ, ਝੜਪ ਹੋਈ ਸਾਡੇ ਬੰਦਿਆਂ ਤੇ ਪੁਲਿਸ 'ਚ 10 ਮਿੰਟਾਂ ਦੀ 10 ਮਿੰਟਾਂ ਦੀ ਝੜਪ ਨੂੰ ਪੇਸ਼ ਕਿਸੇ ਹੋਰ ਢੰਗ ਨਾਲ ਕਰ ਦਿੱਤਾ ਗਿਆ। ਉਹ ਝੜਪ ਵੀ ਨਹੀਂ ਹੋਣੀ ਸੀ ਜੇ ਪੁਲਿਸ ਲਾਠੀ ਚਾਰਜ ਨਾ ਸ਼ੁਰੂ ਕਰਦੀ। ਝੜਪ ਵੀ ਨਹੀਂ ਹੋਣੀ ਸੀ, ਸਭ ਕੁਝ ਸ਼ਾਂਤਮਈ ਹੋ ਰਿਹਾ ਸੀ। ਦੇਖੋ, ਲਾਠੀ ਚਾਰਜ ਤਾਂ ਉਦੋਂ ਕਰੋ ਨਾ ਤੁਸੀਂ ਜੇ ਤੁਸੀਂ ਝੰਡਾ ਚੜਾਉਣ ਤੇ ਤੁਹਾਨੂੰ ਕੋਈ ਆਪੱਤੀ ਆ, ਤੁਸੀਂ ਰੋਕ ਰਹੇ ਹੋ। ਜਦੋਂ ਅਸੀਂ ਆਪਦੇ ਝੰਡੇ ਵੀ ਲਾਤੇ ਜਾ ਕੇ ਉੱਥੇ ਸਿੰਬੋਲਿਕਲੀ ਇਹ ਦਰਸਾਤਾ ਵੀ ਅਸੀਂ ਸੰਘਰਸ਼ੀ ਬੰਦੇ ਆ, ਸਾਡੀ ਕੋਈ ਹੋਂਦ ਤੇ ਹਸਤੀ ਆ, ਅਸੀਂ ਆਪਦਾ ਇੱਕ ਪ੍ਰਗਟਾਵਾ ਹੀ ਕੀਤਾ ਨਾ ਰੋਸ ਦਾ। ਸਾਡੇ ਰੋਸ ਦੇ ਪ੍ਰਗਟਾਵੇ ਨੂੰ ਪਹਿਲਾਂ ਤਾਂ ਤੁਸੀਂ ਐਂਟੀ ਨੈਸ਼ਨਲ ਜਾਂ ਹਿੰਸਾ ਕਹਿ ਦੇਣੀ, ਉਦੋਂ ਤੱਕ ਤਾਂ ਕੋਈ ਲਾਠੀ ਚਾਰਜ ਕੁਛ ਨਹੀਂ ਹੋਇਆ ਸੀ। ਉਦੋਂ ਬਾਅਦ ਥੱਲੇ ਆ ਗਏ, ਥੱਲੇ ਆ ਕੇ ਸਪੀਚਸ ਦਿੱਤੀਆਂ, ਫਿਰ ਕੁਛ ਨਹੀਂ ਹੋਇਆ ਸੀ। ਸੋ ਜਦੋਂ ਇਹਦਾ ਮਤਲਬ ਜਦੋਂ ਲਾਠੀ ਚਾਰਜ ਸ਼ੁਰੂ ਹੋਇਆ ਉਦੋਂ ਤੱਕ ਤਾਂ ਸਭ ਕੁਝ ਵਾਪਰ ਚੁੱਕਿਆ ਸੀ। ਤਾਂ ਇਹ ਲਾਠੀ ਚਾਰਜ ਤਾਂ ਸਭ ਕੁਝ ਵਾਪਰਨ ਤੋਂ ਬਾਅਦ ਪੁਲਿਸ ਨੇ ਸਟਾਰਟ ਕੀਤਾ ਤੇ ਮੁੜ ਕੇ ਸਾਡੇ ਬੰਦੇ ਵੀ ਪੈ ਗਏ ਉਹਨਾਂ ਨੂੰ। ਅਦਰਵਾਈਜ਼ ਅਸੀਂ ਦਿੱਲੀ 'ਚ ਵੜ ਕੇ ਕੋਈ ਦੁਕਾਨ ਲੁੱਟੀ ਹੋਵੇ, ਕਿਸੇ ਧੀ ਭੈਣ ਦੀ ਬੇਇੱਜ਼ਤੀ ਕੀਤੀ ਹੋਵੇ, ਕਿਸੇ ਢੰਗ ਨਾਲ ਵੀ ਕੋਈ ਘਰ ਨੂੰ ਲੁੱਟਿਆ ਹੋਵੇ, ਕਿਸੇ ਹੋਰ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੋਵੇ, ਕੋਈ ਤਾਂ ਗੱਲ ਦੱਸੋ ਯਾਰ।
ਜਦੋਂ ਲੋਕਾਂ ਦੇ ਹੱਥ 'ਚ ਪਾਵਰ ਆ ਜਾਂਦੀ ਆ ਦੁਨੀਆ 'ਚ, ਐਗਜ਼ਾਮਪਲ ਦੇ ਦਿਓ ਮੈਨੂੰ ਵੀ ਉਹ ਉੱਥੇ ਤਹਿਸ ਨਹਿਸ ਨਹੀਂ ਕਰਦੇ ਤਾਂ ਹਰ ਚੀਜ਼ ਨੂੰ, ਪਰ ਸਾਡੇ ਬੰਦਿਆਂ ਨੇ ਕੀਤਾ। ਸਾਡੇ ਕਿਸੇ ਬੰਦੇ ਨੇ ਕੋਈ ਕਿਸੇ ਤਰ੍ਹਾਂ ਦਾ ਸਿਵਲ ਰਾਈਟ ਵੱਲ ਨਹੀਂ ਗਏ, ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਕ੍ਰੀਏਟ ਕੀਤੀ, ਕਿਸੇ ਤਰ੍ਹਾਂ ਦੀ ਇਨਕਨਵੀਨੀਅੰਸ ਨਹੀਂ ਕ੍ਰੀਏਟ ਕੀਤੀ ਜਿਹਦੇ ਨਾਲ ਪਬਲਿਕ ਲਾਈਫ ਡਿਸਟਰਬ ਹੋ ਸਕੇ। ਬੇਸ਼ੱਕ ਉੱਥੇ ਕੁਝ ਨਹੀਂ ਕੀਤਾ, ਉਹ ਇੱਕ ਰੋਸ ਜਤਾਇਆ ਗਿਆ। ਪਰ ਸਾਡੇ ਕਿਸਾਨ ਲੀਡਰ ਅੱਜ ਵੀ ਸਵਾਲ ਕਰਦੇ ਨੇ, ਉਹ ਕਹਿੰਦੇ ਦੀਪ ਸਿੱਧੂ ਨੂੰ ਤੁਸੀਂ ਪੁੱਛੋ ਵੀ 26 ਨੂੰ ਖੱਟਿਆ ਤਾਂ ਖੱਟਿਆ ਕੀ ਹੈ। ਬਾਈ ਜੀ ਹੁਣ ਇਹੀ ਗੱਲ ਜ਼ਰੂਰੀ ਆ। ਹਾਂ, ਤੁਸੀਂ ਜਦੋਂ ਖੱਟਣ ਨੂੰ ਵਪਾਰਕ ਢੰਗ 'ਚ ਸੋਚਣ ਲੱਗ ਜਾਓ, ਉਹਨਾਂ ਨੇ ਸਵਾਲ ਕਰਨਾ, ਉਹਨਾਂ ਦਾ ਕਰਨਾ ਬਣਦਾ ਵੀ ਆ, ਕਿਉਂਕਿ ਉਹਨਾਂ ਨੇ ਸਭ ਕੁਝ ਹੀ ਵਪਾਰਕ ਤੌਰ ਤੇ ਦੇਖਣਾ। ਜਦੋਂ ਅਸੀਂ ਇੱਕ ਪਾਸੇ ਤਾਂ ਕਹਿ ਰਹੇ ਹਾਂ ਸਾਡੀ ਹੋਂਦ ਦੀ ਲੜਾਈ ਆ, ਫਿਰ ਉਹਦੇ 'ਚ ਵਪਾਰ ਆਉਂਦਾ? ਉਹਦੇ 'ਚ ਤਾਂ ਕੋਈ ਵਪਾਰ ਨਹੀਂ ਆਉਂਦਾ। ਹੋਂਦ ਦੀ ਲੜਾਈ ਕੀ ਆ? ਸਰਕਾਰ ਇਹ ਕਹਿ ਰਹੀ ਆ ਵੀ ਇਹਨਾਂ ਦੀ ਹੋਂਦ ਤੇ ਹਸਤੀ ਮਟਾਤੀ, ਅਸੀਂ ਇਹ ਕਹਿ ਰਹੇ ਹਾਂ ਵੀ ਜਿਉਂਦੇ ਆ ਬਾਈ, ਜ਼ਮੀਰਾਂ ਜਾਗਦੀਆਂ ਹਜੇ। ਉਸ ਖਾਲਸਾ ਪੰਥ ਦੇ ਪੈਦਾ ਕੀਤੇ ਯੋਧੇ, ਉਸ ਪੰਥ ਦੇ ਜਿਹੜੇ ਜਿਹੜਾ ਪ੍ਰਗਟ ਹੋਇਆ ਸੀ, ਅਕਾਲ ਪੁਰਖ ਵਾਹਿਗੁਰੂ ਨੇ ਪ੍ਰਗਟ ਕੀਤਾ ਸੀ, ਉਸ ਪੰਥ ਨੂੰ ਅੱਜ ਵੀ ਰਿਪਰੈਜ਼ੈਂਟ ਕਰਨ ਵਾਲੇ ਜਿਹੜੇ ਯੋਧੇ ਆ ਉਹ ਬੈਠੇ ਆ, ਜਿਨ੍ਹਾਂ ਨੇ ਜਾ ਕੇ ਨਿਸ਼ਾਨ ਸਾਹਿਬ ਚਲਾਇਆ ਉੱਥੇ। ਜਦੋਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਨੇ ਕੀ ਕੀਤਾ ਸੀ, ਉਦੋਂ ਵੀ ਕੌਮ ਹੋਂਦ ਦੀ ਲੜਾਈ ਲੜ ਰਹੀ ਸੀ। ਮੁਗਲ ਕਹਿੰਦੇ ਸੀ ਇਹਨਾਂ ਦੀ ਹੋਂਦ ਤੇ ਹਸਤੀ ਖਤਮ ਕਰਤੀ। ਅਸੀਂ ਸਾਡੇ ਬਾਬਾ ਗਰਜਾ ਸਿੰਘ ਬੋਤਾ ਸਿੰਘ ਨੇ ਜਾ ਕੇ ਨਿਸ਼ਾਨ ਸਾਹਿਬ ਚਲਾਏ, ਕਿਉਂ? ਇਹੀ ਦਰਸਾਉਣ ਵਾਸਤੇ ਵੀ ਅਸੀਂ ਬੈਠੇ ਆ। ਉਦੋਂ ਇਹੀ ਗੱਲ ਸੀ ਵੀ ਸਾਡਾ ਬੈਲੈਂਸ ਆਫ ਪਾਵਰ ਹੁੰਦੀ ਹੈ ਇੱਕ, ਜਦੋਂ ਕੌਮ ਹੋਂਦ ਦੀ ਲੜਾਈ ਲੜਦੀ ਹੈ ਨਾ, ਤਾਂ ਜਿਹੜਾ ਹਕੂਮਤ ਆ, ਜਿਹੜਾ ਰਾਜ ਕਰ ਰਹੀ ਧਿਰ, ਉਹਦੀ ਪਾਵਰ ਬਹੁਤ ਵੱਡੀ ਹੁੰਦੀ ਆ, ਤੇ ਕੌਮ ਕੋਲੇ ਉਸ ਲੈਵਲ ਦੀ ਪਾਵਰ ਨਹੀਂ ਹੁੰਦੀ, ਤਾਂ ਬੈਲੈਂਸ ਆਫ ਪਾਵਰ ਕੁਝ ਬਣਦਾ ਹੀ ਨਹੀਂ ਉੱਥੇ। ਤਾਂ ਕੌਮ ਕੀ ਕਰਦੀ ਆ ਫਿਰ? ਗੁਰੀਲਾ ਵਾਰਫੇਅਰ ਟੈਕਟਿਕਸ ਯੂਜ਼ ਕਰਦੀ ਆ, ਜਿਹੜੇ ਸਾਡੇ ਸਿੰਘਾਂ ਨੇ ਵੀ ਕੀਤੇ ਆ। ਅਬਦਾਲੀ ਵੇਲੇ ਵੀ ਅਸੀਂ ਗੁਰੀਲਾ ਵਾਰਫੇਅਰ ਟੈਕਟਿਕਸ ਯੂਜ਼ ਕੀਤੇ ਆ। ਉਹੀ ਟੈਕਟਿਕਸ ਅਸੀਂ ਉੱਦੇ ਵੀ ਯੂਜ਼ ਕੀਤਾ ਜਦੋਂ ਅਸੀਂ ਉੱਥੇ ਆਪਦੀ ਹੋਂਦ ਦਾ ਪ੍ਰਗਟਾਵਾ ਕੀਤਾ, ਆਪਦੇ ਚਿੰਨ੍ਹਾਂ ਦਾ ਪ੍ਰਗਟਾਵਾ ਕਰਨਾ, ਆਪਦੀ ਹੋਂਦ ਤੇ ਹਸਤੀ ਨੂੰ ਦਿਖਾਉਣਾ, ਤੇ ਉਹਦਾ ਦਬਦਬਾ ਵੀ ਅੱਜ ਵੀ ਸਾਡਾ ਕਾਇਮ ਆ, ਇਸ ਗੱਲ ਨੂੰ ਦਰਸਾਉਣਾ, ਤੇ ਸਾਡੇ ਜਿਹੜਾ ਸੰਘਰਸ਼ ਕਰ ਰਹੇ ਆ ਉਹਦਾ ਰੋਸ ਪ੍ਰਗਟ ਕਰਨਾ। ਇਹ ਗੱਲਾਂ ਨੇ ਆਉਣ ਵਾਲੀਆਂ ਸਦੀਆਂ 'ਚ ਜਿਹੜੀਆਂ ਜਨਰੇਸ਼ਨਸ ਹੁੰਦੀਆਂ ਨਾ, ਉਹਨਾਂ ਨੂੰ ਬਹੁਤ ਵੱਡੀ ਸਪਿਰਿਟ ਦੇਣੀ ਹੁੰਦੀ ਆ, ਜਜ਼ਬੇ ਭਰਨੇ ਹੁੰਦੇ ਆ ਉਹਨਾਂ ਦੇ ਅੱਗੇ। ਅੱਜ ਇਹ ਗੱਲ ਤੁਹਾਡੇ ਸਮਝ ਵਪਾਰਕ ਤੌਰ ਤੇ ਸੋਚੋਗੇ ਨਹੀਂ ਆਉਣੀ ਵੀ ਖੱਟਿਆ ਕੀ, ਇਹ ਕੋਈ ਸਾਲੀ ਰੋਟੀ ਪਾਣੀ ਦਾ ਮਸਲਾ ਸੀ। ਇਹ ਤਾਂ ਹੋਂਦ ਦੀ ਲੜਾਈ ਆ। ਜਿਹੜੇ ਹੋਂਦ ਦੀ ਲੜਾਈ ਲੜੀ ਜਾਂਦੇ ਆ ਉਹਨਾਂ ਨੂੰ ਪਤਾ ਕੀ ਖੱਟ ਗਏ ਅਸੀਂ। ਅੱਜ ਇਸ ਪ੍ਰੈਜ਼ੈਂਟ ਪ੍ਰਸੰਗ 'ਚ ਇਹ ਗੱਲ ਨਹੀਂ ਸਮਝ ਆਉਣੀ, ਪਰ ਇਹ ਗੱਲ ਸਮਝ ਕਦੋਂ ਆਊਗੀ? ਅੱਜ ਤੋਂ 30-50 ਸਾਲਾਂ ਬਾਅਦ ਜਦੋਂ ਨਵੀਂ ਜਨਰੇਸ਼ਨ ਪੈਦਾ ਹੋਊਗੀ ਨਾ, ਵੱਡੇ ਹੋਣਗੇ ਉਹ, ਉਹਨਾਂ ਨੂੰ ਜਮਾਂ ਕੋਈ ਸ਼ੱਕ ਨਹੀਂ ਹੋਣਾ ਵੀ ਅਸੀਂ ਖੱਟਿਆ ਕੀ। ਉਹ ਇਸ ਗੱਲ ਨੂੰ ਇਤਿਹਾਸ ਦੇ ਕਿਸੇ ਉਸ ਪ੍ਰਸੰਗ 'ਚ ਦੇਖਣਗੇ ਜਿਹੜੇ ਪ੍ਰਸੰਗ 'ਚ ਬਾਬਾ ਬਘੇਲ ਸਿੰਘ ਹੋਣੀ ਦਾ ਅਸੀਂ ਦੇਖਦੇ ਹਾਂ। ਪਰ ਉਹ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਵੀ ਇਹ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ, ਇਹ ਅੱਖਰ ਸੁਨਹਿਰੀ ਨੇ, ਪਰ ਉਹ ਕਹਿੰਦੇ ਯਾਰ ਸਾਡਾ ਸੁਨਹਿਰੀ ਇਤਿਹਾਸ ਅਸੀਂ ਲਿਖ ਰਹੇ ਸੀ, 26 ਜਨਵਰੀ ਨੂੰ ਇਹੋ ਜਿਹੀ ਘਟਨਾ ਘਟੀ ਕਿ ਅੱਖਰ ਸਾਰੇ ਕਾਲੇ ਕਰਤੇ ਇਹਨਾਂ ਨੇ। ਇੱਕ ਮਿੰਟ, ਕਿਹੜਾ ਸੁਨਹਿਰੀ ਇਤਿਹਾਸ ਲਿਖ ਰਹੇ ਸੀ? ਦਿੱਲੀ ਦੀਆਂ ਨਿਆਈਆਂ 'ਚ ਗੇੜਾ ਦੇ ਕੇ ਮੁੜ ਜਾਣਾ ਸੀ ਉਹ ਤਾਂ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਹੋਈਏ, ਅਸੀਂ ਉਹਨਾਂ ਦਾ ਨਤਮਸਤਕ ਕਰੀਏ ਉਹਨਾਂ ਨੂੰ। ਸੁਣੋ ਗੱਲ ਨੂੰ, ਵੀ ਉਹ ਤਾਂ ਕਹਿੰਦੇ ਸੀ ਵੀ ਜਿਹੜੇ ਰਾਹ ਤੋਂ ਜਾਣਾ ਅਸੀਂ, ਉਹ ਤਾਂ ਦਿੱਲੀ 'ਚ ਵੜਦਾ ਹੀ ਨਹੀਂ, ਬਾਹਰ ਰਾਹ ਸੀ, ਤੇ ਉੱਥੇ ਤਾਂ ਅਗਲੇ ਪੈਟਰੋਲ ਪੰਪ ਲੈ ਕੇ ਬੈਠੇ ਸੀ। ਉਹ ਹਰਿਆਣੇ ਦਾ ਜਿਹੜਾ ਸਾਡਾ ਇੱਕ ਪੱਤਰਕਾਰ ਆ, ਉਹਨੇ ਸਾਰੀ ਰਿਪੋਰਟ ਸਬੂਤਾਂ ਰਾਹੀਂ ਸਾਡੇ ਸਾਹਮਣੇ ਪੇਸ਼ ਕੀਤੀ। ਉੱਥੇ ਤਾਂ ਬੰਦਿਆਂ ਨੇ ਪੈਟਰੋਲ ਪੰਪ, ਐਸਿਡ ਪੰਪ ਲੈ ਕੇ ਬੈਠੇ ਆ, ਉਹਨਾਂ ਨੇ ਸਾਡੇ ਉੱਤੇ ਸਿੱਟ ਕੇ ਸਾਡੇ ਬੰਦੇ ਮਾਰਨੇ ਸੀ। ਇਹ ਤਾਂ ਪਤਾ ਨਹੀਂ ਪ੍ਰਮਾਤਮਾ ਨੇ ਕੀ ਉਹ ਭਾਣਾ ਵਰਤਾਇਆ। ਇਹ ਕੋਈ ਗਿਣਤੀ ਮਿਹਨਤੀ ਦੇ ਆਧਾਰ ਤੇ ਨਹੀਂ ਹੋਇਆ, ਕੋਈ ਮਿੱਥ ਕੇ ਥੋੜ੍ਹੀ ਗਿਆ ਬਾਈ ਵੀ ਲਾਲ ਕਿਲ੍ਹੇ ਨੂੰ ਤੁਰ ਪਓ, ਕੋਈ ਮਿੱਥ ਕੇ ਗਿਆ। ਅੱਛਾ ਮਿੱਥ ਕੇ ਗਏ ਹੁੰਦੇ ਤਾਂ ਅਸੀਂ ਵੈਲਡਿੰਗ ਮਸ਼ੀਨ ਵੀ ਨਾਲ ਲੈ ਜਾਂਦੇ, ਫਿਰ ਅਸੀਂ ਕੋਈ ਲੋਹੇ ਦਾ ਕੋਈ ਝੰਡਾ ਲੈ ਜਾਂਦੇ ਜਿਹੜਾ ਉੱਤੇ ਸਾਨੂੰ ਲਾਉਣਾ ਵੀ ਸੌਖਾ ਹੁੰਦਾ। ਉਹ ਯਾਰ ਉਹ ਟੇਢਾ ਝੰਡਾ, ਇੱਕ ਉਹਦੇ 'ਚ ਜਿਹੜਾ ਡੰਡਾ, ਉਹ ਵੀ ਇੱਕ ਲੱਕੜ ਦਾ ਟੇਢਾ ਡੰਡਾ ਪਾਇਆ ਹੋਇਆ, ਡੰਗ ਟਪਾਊ ਕੰਮ ਆ ਉਹਦਾ। ਜਦੋਂ ਉੱਥੇ ਲੋਕ ਪਹੁੰਚੇ, ਸਾਡੇ ਸੁਤੇ ਸਿੱਧੀ ਇੱਕ ਅੰਦਰ ਗੱਲ ਪਈ ਆ, ਇਹ ਅੰਦਰ ਗੱਲ ਪਈ ਆ। ਤੇ ਉਦੋਂ ਜਿਹੜੇ ਜਕਾਰੇ ਲਾਏ ਆ ਨਾ, ਉਹ ਪੰਜਾਬ 'ਚ ਇਕੱਲੇ ਸਿੱਖਾਂ ਨੇ ਨਹੀਂ, ਸਾਡੇ ਹਿੰਦੂਆਂ ਨੇ ਜਕਾਰੇ ਲਾਏ ਆ ਯਾਰ, ਵੀ ਸਵਾਦ ਲਿਆਤਾ ਯਾਰ, ਦਿਖਾਤਾ ਅੱਜ ਤਾਂ ਮੋਦੀ ਨੂੰ। ਉਹ ਗੱਲ ਇਹ ਆ ਵੀ ਪਹਿਲੇ 10-15-20 ਮਿੰਟ ਤਾਂ ਲੋਕ ਵਧਾਈਆਂ ਹੀ ਦੇਈ ਗਏ ਇੱਕ ਦੂਜੇ ਨੂੰ। ਉਹ ਜਦੋਂ ਫਿਰ ਗੱਲ ਤੁਰ ਪਈ ਸਰਕਾਰ ਤੋਂ ਵੀ ਦੇਖੋ ਇਹ ਤਾਂ ਬਹੁਤ ਗਲਤ ਹੋ ਗਿਆ, ਬਹੁਤ ਗਲਤ ਹੋ ਗਿਆ, ਤੇ ਸਾਡੀ ਲੀਡਰਸ਼ਿਪ ਨੇ ਵੀ ਉਹੀ ਗੱਲ ਕਰਤੀ।
ਫਿਰ ਸਾਡੇ ਬੰਦੇ ਡਬਲ ਮਾਈਂਡਡ ਹੋ ਗਏ ਹੈ ਨਾ। ਫਿਰ ਉਹ ਇੱਕ ਪੋਪੂਲਰ ਨੈਰੇਟਿਵ ਬਣ ਗਿਆ ਵੀ ਗਲਤ ਹੋ ਗਿਆ। ਲੋਕਾਂ ਨੇ ਉਸ ਪੋਪੂਲਰ ਨੈਰੇਟਿਵ ਦੇ ਪਿੱਛੇ ਜਾਣਾ ਹੁੰਦਾ। ਥੋੜ੍ਹੇ ਕੁ ਦਿਨ ਉਸ ਨੈਰੇਟਿਵ 'ਤੇ ਰਹੇ, ਫਿਰ ਥੋੜ੍ਹੇ ਦਿਨਾਂ ਬਾਅਦ ਫਿਰ ਵਾਪਸ ਮੁੜ ਆਏ ਵੀ ਗਲਤ ਤਾਂ ਕੁਝ ਹੋਇਆ ਹੀ ਨਹੀਂ ਸੀ। ਸੋ ਗੱਲ ਤਾਂ ਸੁਨਹਿਰੀ ਹੋਈ ਸੀ। ਗੱਲ ਇਹ ਸੀ ਵੀ ਸਾਡੀਆਂ ਲੱਤਾਂ 'ਚ ਜਾਨ ਤੇ ਭਾਰ ਹੋਣਾ ਚਾਹੀਦਾ ਸੀ, ਵੀ ਸਾਡੀਆਂ ਲੱਤਾਂ ਭਾਰ ਝੱਲਦੀਆਂ। ਜੇ ਕਿਤੇ ਅਸੀਂ ਉਹ ਇਹ ਗੱਲ ਮੰਨ ਕੇ ਉੱਥੇ 2 ਦਿਨ ਹੀ ਬਹਿ ਜਾਂਦੇ, ਤੁਸੀਂ ਨਜ਼ਾਰਾ ਤਾਂ ਵੇਖਦੇ। ਉਹ ਇੱਕ ਇਤਿਹਾਸਿਕ ਪਲ ਸੀ। ਉਸ ਇਤਿਹਾਸਿਕ ਪਲ ਦੇ ਹਿਸਾਬ ਨਾਲ ਲੀਡਰਸ਼ਿਪ ਨੇ ਫੈਸਲੇ ਲੈਣੇ ਹੁੰਦੇ ਆ, ਲੀਡਰਸ਼ਿਪ ਨੇ ਟਰਾਂਸੈਂਡ ਕਰਨਾ ਹੁੰਦਾ। ਉਨੀ ਛੇਤੀ ਜਿੰਨੀ ਛੇਤੀ ਇੱਥੇ ਘਟਨਾਵਾਂ ਵਾਪਰਦੀਆਂ ਤੇ ਸਿਚੁਏਸ਼ਨ ਬਦਲਦੀ ਆ, ਉਹ ਉਨੀ ਛੇਤੀ ਉਹਦੇ ਨਾਲ ਟਰਾਂਸੈਂਡ ਨਹੀਂ ਕਰ ਸਕੇ। ਤੇ ਇਸੇ ਕਰਕੇ ਲੀਡਰਸ਼ਿਪ ਨੇ ਉਸ ਘਟਨਾ ਨੂੰ ਐਕਨੋਲੇਜ ਨਹੀਂ ਕੀਤਾ। ਜੇ ਕਿਤੇ ਐਕਨੋਲੇਜ ਵੀ ਕਰ ਦਿੰਦੇ ਨਾ ਵੀ ਸਾਡੇ ਹੀ ਬੰਦੇ ਆ, ਉਹ ਤਾਂ ਕਹਿੰਦੇ ਵੀ ਸਾਡੇ ਬੰਦੇ ਨਹੀਂ ਸੀ ਨਾ। ਜੇ ਕਿਤੇ ਇੰਨੀ ਗੱਲ ਵੀ ਕਹਿ ਦਿੰਦੇ ਵੀ ਸਾਡੇ ਬੰਦੇ ਆ ਤੇ ਅਸੈਂਬਲੀ 'ਚ ਬੰਬ ਸੁੱਟਣ ਵੇਲੇ ਹੋਇਆ ਸੀ, ਹਾਂ, ਜਾਂ ਗਲਤ ਬੰਦਾ ਮਾਰਿਆ ਗਿਆ ਸੀਗਾ। ਹਾਂਜੀ, ਦੇਖੋ ਹੁਣ ਅਗਲੇ ਖੜੇ ਨਾ, ਜ਼ਿੰਮੇਵਾਰੀ ਲਈ ਨਾ। ਅੱਛਾ, ਉਸ ਗੱਲ ਨੇ ਆਜ਼ਾਦੀ 'ਚ ਅੱਜ ਜੇ ਆਪਾਂ ਕਹਿੰਦੇ ਆ ਸ਼ਹੀਦ ਆਜ਼ਮ ਭਗਤ ਸਿੰਘ ਜਾਂ ਸਾਡੇ ਕਰਤਾਰ ਸਿੰਘ ਸਰਾਭਾ, ਉਹ ਪਰਵਾਨੇ ਸੀ ਜਿਹੜੀ ਆਜ਼ਾਦੀ ਦੀ ਬਲਦੀ ਸ਼ਮਾ 'ਚ ਜਦੋਂ ਡਿੱਗੇ ਜਾ ਕੇ, ਤੇ ਉਹ ਸ਼ਮਾ ਨੂੰ ਪਤਾ ਨਹੀਂ ਕਿੰਨੀ ਕੁ ਦੇਰ ਹੋਰ ਬਲਦੀ ਰੱਖ ਗਏ। ਇਹ ਉਹ ਪਰਵਾਨੇ ਸੀ ਨਾ, ਉਹ ਪਤੰਗੇ ਸੀ। ਸੋ ਇਹੀ ਗੱਲਾਂ ਹੁੰਦੀਆਂ ਜਦੋਂ ਤੁਸੀਂ ਖੜਦੇ ਹੋ, ਸਟੈਂਡ ਲੈਂਦੇ ਹੋ, ਤਾਂ ਜਿਹੜੀ ਇੱਕ ਸ਼ਮਾ ਬਲਦੀ ਆ ਨਾ, ਜਿਹੜੀ ਇੱਕ ਤੁਸੀਂ ਅੱਗ ਬਾਲ ਕੇ ਗਏ ਹੋ, ਉਹਨੇ ਪਤਾ ਨਹੀਂ ਕਿੰਨਾ ਕੁ ਸਮਾਂ ਹੋਰ ਬਲਦੇ ਰਹਿਣਾ ਹੁੰਦਾ। ਇਸ ਕਰਕੇ ਲੀਡਰਸ਼ਿਪ ਦੀ ਉਹ ਡਿਊਟੀ ਹੁੰਦੀ ਆ ਵੀ ਉਹ ਗੱਲਾਂ ਤੇ ਪਹਿਰਾ ਦੇਵੇ ਤੇ ਖੜੇ ਗੱਲਾਂ ਤੇ। ਤੁਸੀਂ ਇੱਕ ਗੱਲ ਕਹੀ ਪਿੱਛੇ ਵੀ ਉਹ ਦੱਸਣ ਵੀ ਕਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ। ਉਹ ਕਹਿੰਦੇ ਸਾਡਾ ਪੀਸਫੁਲੀ ਹੋਣਾ, ਸਾਡਾ ਸ਼ਾਂਤਮਈ ਰਹਿਣਾ ਹੀ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਇੱਕ ਸੁਣਿਆ ਜਾ ਰਿਹਾ। UN ਨੂੰ ਵੀ ਦੇਖ ਰਹੀ ਇਹਨੂੰ ਵੀ ਯਾਰ ਇੰਨੇ ਸ਼ਾਂਤਮਈ ਬੰਦੇ ਅੱਜ ਤੱਕ ਨਹੀਂ ਦੇਖੇ ਗਏ, ਔਰ ਐਡਾ ਵੱਡਾ ਸੰਘਰਸ਼ ਸ਼ਾਂਤਮਈ ਰਹਿ ਕੇ ਲੜ ਰਹੇ ਨੇ। ਉਹ ਆਪਣੇ ਆਪ ਦੇ ਵਿੱਚ ਇੱਕ ਸੁਨਹਿਰੀ ਹੈ। ਆਪਾਂ ਪੀਸਫੁਲੀ ਰਹੇ ਉੱਥੇ। ਤੁਸੀਂ ਮੇਰੀ ਸਪੀਚ ਸੁਣੋ, ਟਰੈਕਟਰ ਤੇ ਖੜ ਕੇ ਲਾਲ ਕਿਲੇ ਤੇ ਸਪੀਚ ਬਾਈ, ਕਿੱਡੀ ਸਿੰਬੋਲਿਕ ਗੱਲ ਆ। ਲਾਲ ਕਿਲੇ 'ਚ ਟਰੈਕਟਰ ਖੜਾ ਪੰਜਾਬ ਦਾ, ਜਿਹੜਾ ਸਾਡੇ ਖੇਤਾਂ 'ਚ ਕਿਤੇ ਹਲ ਵਾਹੁੰਦਾ ਹੋਊਗਾ, ਉਹ ਟਰੈਕਟਰ ਲਾਲ ਕਿਲੇ 'ਚ ਖੜਾ। ਉਹਦੇ ਤੇ ਖੜੇ ਹੋ ਕੇ ਇੱਕ ਇਕੱਲਾ ਦੀਪ ਸਿੱਧੂ ਥੋੜ੍ਹੀ ਸੀ, ਉੱਥੇ ਤਾਂ ਪਤਾ ਨਹੀਂ ਕਿੰਨੇ ਕੁ ਹੋਰ ਬੰਦੇ ਸੀ। ਅੱਛਾ, ਉਹਦੇ ਤੇ ਖੜ ਕੇ ਅਸੀਂ ਇਹ ਕਹਿ ਰਹੇ ਹਾਂ ਵੀ ਅਸੀਂ ਸ਼ਾਂਤਮਈ ਹਾਂ, ਅਸੀਂ ਜਾਬਤੇ 'ਚ ਹਾਂ, ਅਸੀਂ ਹਿੰਸਕ ਨਹੀਂ ਹਾਂ, ਸਾਡੇ ਮਨਾਂ 'ਚ ਹਿੰਸਾ ਹੋ ਹੀ ਨਹੀਂ ਸਕਦੀ। ਸਾਡੀ ਲੀਡਰਸ਼ਿਪ ਕਿਸਾਨ ਲੀਡਰਸ਼ਿਪ ਆ, ਬਜ਼ੁਰਗ ਆਗੂ ਸਾਡੇ ਲੀਡਰ ਆ, ਉਹਨਾਂ ਦੀ ਅਗਵਾਈ 'ਚ ਆਏ ਆ। ਸਾਨੂੰ ਅਗਲਾ ਪ੍ਰੋਗਰਾਮ ਦੇਣ। ਅਗਲਾ ਪ੍ਰੋਗਰਾਮ ਤਾਂ ਕੀ ਦੇਣਾ ਸੀ? ਇਹ ਤਾਂ ਕਹਿ ਕੇ ਵੀ ਲਾਲ ਕਿਲੇ ਚੱਲੋ, ਲਾਲ ਕਿਲੇ ਚੱਲੋ, ਮੁੜ ਕੇ ਉਹ ਜਿਹੜੇ ਗਲਾਂ 'ਚ ਪਰਨੇ ਪਾਏ ਸੀ ਉਹ ਮੂੰਹਾਂ 'ਤੇ ਵਲੇਟ ਲਏ, ਤੇ ਮੈਨੂੰ ਲੱਗਦਾ ਉਹ ਮਜਨੂ ਕੇ ਢਿੱਲਾਂ ਗੁਰਦੁਆਰਾ ਸਾਹਿਬ ਤੋਂ ਯੂ ਟਰਨ ਲੈ ਗਏ। ਸੋ ਫਿਰ ਕੀ ਕਰ ਸਕਦੇ ਆ ਦੱਸੋ? ਤੁਸੀਂ ਕਹਿ ਦਿੰਦੇ ਹੋ ਵੀ ਅਸੀਂ ਅਗਵਾਈ ਦੇ ਵਿੱਚ ਆ, ਅੱਜ ਵੀ ਤੁਸੀਂ ਕਹਿੰਦੇ ਹੋ ਵੀ ਸਾਡੇ ਕਿਸਾਨ ਲੀਡਰ ਸੂਝਵਾਨ ਨੇ, ਉਹਨਾਂ ਦੀ ਅਗਵਾਈ 'ਚ ਅਸੀਂ ਚੱਲਦੇ ਹਾਂ, ਵੀ ਉਹ ਸ਼ਾਂਤਮਈ ਜੇ ਰਹੇ ਨੇ। ਪਰ ਜਦੋਂ ਉਹ ਲੀਡਰ ਜਦੋਂ ਇਹ ਸ਼ਾਂਤਮਈ ਤਰੀਕੇ ਦੇ ਨਾਲ ਗੱਲਬਾਤ ਕਰਦੇ ਨੇ, ਜਾਂ ਤਾਂ ਤੁਸੀਂ ਕਦੇ ਕਹਿੰਦੇ ਹੋ ਵੀ ਇਸ ਤਰ੍ਹਾਂ ਨਹੀਂ ਮੋਰਚਾ ਜਿੱਤਿਆ ਜਾਣਾ ਜਿਸ ਤਰ੍ਹਾਂ ਇਹ ਲੱਗੇ ਹੋਏ ਨੇ, ਪਰ ਜੇ ਉਹਨਾਂ ਨੇ ਜਿੱਤ ਕੇ ਦਿਖਾਤੇ ਜਿਵੇਂ ਉਹ ਲੱਗੇ ਹੋਏ ਨੇ, ਫਿਰ ਦੀਪ ਸਿੱਧੂ ਦੇ ਕੋਲ ਜਵਾਬ ਕੀ ਹੋਣਗੇ? ਗੱਲ ਆਏ ਆ, ਮੈਂ ਤਾਂ ਕਹਿੰਦਾ ਦੀਪ ਸਿੱਧੂ ਦੇ ਜਵਾਬਾਂ ਦੀ ਪਰਵਾਹ ਨਾ ਕਰੋ। ਦੀਪ ਸਿੱਧੂ ਤਾਂ ਇਹ ਕਹੂਗਾ ਵੀ ਬਹੁਤ ਵਧੀਆ ਗੱਲ ਆ ਜੀ, ਜਿੱਤ ਲਿਆ ਤਾਂ, ਹੈ ਨਾ। ਪਰ ਜਿਹੜੀਆਂ ਸਵਾਲ ਆਪਾਂ ਉਠਾਏ ਆ, ਉਹ ਕੋਈ ਬੇਬੁਨਿਆਦ ਉਠਾਏ ਆ ਤਾਂ ਉਹ ਦੱਸੋ। ਕਦੇ ਉਹਨਾਂ ਦਾ ਨਿਰਾਦਰ ਵੀ ਜਿਹੜੀ ਸੰਸਦ ਲਾ ਰਹੇ ਇਸ ਤਰ੍ਹਾਂ ਨਹੀਂ ਹੋਣਾ, ਵੀ ਚੂੜੀ ਟੈਟ ਕਰਨੀ ਪੈਣੀ ਆ ਸਰਕਾਰਾਂ ਨੂੰ। ਦੇਖੋ ਹੁਣ ਗੱਲ ਕੀ ਆ, ਅਸੀਂ ਕਾਲ ਦਿੰਨੇ ਆ ਪਾਰਲੀਮੈਂਟ ਘੇਰਨ ਦੀ, ਬਹਿ ਜਾਂਦੇ ਆ ਜੰਤਰ ਮੰਤਰ ਜਾ ਕੇ, ਹੈ ਨਾ। ਅਸੀਂ ਸੰਸਦਾਂ ਲਾ ਲੈਂਦੇ ਆ, ਗਲੇ 'ਚ ਉਹਨਾਂ ਦੇ ਆਇਡੈਂਟੀ ਕਾਰਡ ਪਾ ਲੈਂਦੇ ਆ ਵੀ ਸਾਨੂੰ ਉਹਨਾਂ ਦੀਆਂ ਗੱਡੀਆਂ ਲੈ ਕੇ ਜਾਂਦੀਆਂ, ਉਹ ਟੈਂਟ ਲਾ ਕੇ ਦਿੰਦੇ ਆ, ਉਹ ਕੁਰਸੀਆਂ ਦਿੰਦੇ ਆ, ਉੱਥੇ ਬਹਿ ਕੇ ਅਸੀਂ 4 ਗੱਲਾਂ ਕਰਕੇ ਮੁੜੇ ਆਉਣੇ ਆ। ਉਹੀ ਗੱਲਾਂ ਅਸੀਂ ਪਹਿਲਾਂ ਸਿੰਘੂ ਸਟੇਜ ਤੇ ਬੈਠੇ ਕਰਦੇ ਰਹੇ, ਉਹੀ ਗੱਲਾਂ ਉੱਥੇ ਜਾ ਕੇ ਕਰਨ ਲੱਗ ਗਏ, ਹੈ ਨਾ। ਸੰਘਰਸ਼ ਕਰਨ ਵਾਲੀ ਧਿਰ ਦੇ ਨਾਲ ਜਿਹਦੇ ਖਿਲਾਫ ਸਾਡੀ ਲੜਾਈ ਆ, ਉਹਨਾਂ ਦੇ ਨਾਲ ਮਤੇ ਪਾ ਕੇ ਅਸੀਂ ਕਿਤੇ ਸੰਸਦ ਲਾਵਾਂਗੇ, ਕਿਤੇ ਸੁਣਿਆ ਤੁਸੀਂ? ਇੱਕ ਇਹੋ ਜਿਹੇ ਸੰਘਰਸ਼ ਆ। ਸੋ ਇਹ ਸਵਾਲ ਕਰਨੇ ਬਣਦੇ ਆ ਕਿ ਨਹੀਂ ਬਣਦੇ ਸਾਡੇ, ਜਾਂ ਤੁਸੀਂ ਇਹ ਸਵਾਲ ਤੁਹਾਨੂੰ ਕਰਨੇ ਚਾਹੀਦੇ ਆ ਉਲਟਾ ਵੀ ਉਹ ਸੰਸਦ 'ਚੋਂ ਅਸੀਂ ਖੱਟਿਆ ਕਿਸ ਗੱਲ 'ਚੋਂ ਆ? ਜਿਹੜੇ ਜਰਨੈਲ ਸਾਡੇ ਗਲਾਂ 'ਚ ਪਰਨੇ ਪਾ ਕੇ ਤੇ ਸਮੇਂ ਆਉਣ 'ਤੇ ਮੂੰਹਾਂ 'ਤੇ ਵਲੇਟ ਲੈਂਦੇ ਆ ਨਾ, ਉਹ ਲੋਕ ਜਿਹੜੇ ਬੈਠੇ ਆ ਬਾਈ, ਕੁਰਬਾਨੀ ਉਹਨਾਂ ਦੀ ਆ। ਦੇਖੋ ਜੇ ਜਿੱਤਿਆ ਗਿਆ ਤਾਂ ਉਹ ਲੋਕਾਂ ਦੀ ਵਜ੍ਹਾ ਕਰਕੇ ਮੋਰਚਾ ਜਿੱਤਾਂਗੇ ਅਸੀਂ, ਕਿਉਂਕਿ ਉਹਨਾਂ 'ਚ ਜਿਹੜਾ ਜਜ਼ਬਾ, ਜਿਹੜੇ ਵਿਚਾਰੇ ਉੱਥੇ ਸਾਡੇ ਸੰਘਰਸ਼ੀ ਬੰਦੇ, ਇੱਕ ਸਾਲ ਹੋ ਗਿਆ ਯਾਰ, ਗਰਮੀਆਂ ਸਰਦੀਆਂ ਹਨੇਰੀਆਂ ਮੀਂਹ ਸਭ ਹੰਢਾਤੇ ਉਹਨਾਂ ਨੇ ਆਪਦੇ ਤੇ। ਤੁਸੀਂ ਸੋਚੋ ਕਿੱਥੋਂ ਕਿਸ ਲੈਵਲ ਦਾ ਜਜ਼ਬਾ ਹੋਊਗਾ
ਉਹਨਾਂ ਨੂੰ ਤਾਂ ਕੋਈ ਫੰਡ ਨਹੀਂ ਆਏ ਨਾ, ਉਹਨਾਂ ਦੀਆਂ ਤਾਂ ਘਰਾਂ ਦੀਆਂ ਜਿਹੜੀਆਂ ਲੋੜਾਂ ਕੋਈ ਪੂਰੀਆਂ ਨਹੀਂ ਕਰਦਾ ਨਾ। ਮੋਰਚੇ ਨੂੰ ਤਾਂ ਬੜਾ ਫੰਡ ਆਇਆ ਹੋਊਗਾ, ਮੋਰਚੇ ਇਹਨੇ ਤਾਂ ਬੜਾ ਤਰੱਕੀ ਵੀ ਕੀਤੀ ਹੋਊਗੀ ਉਸ ਲੈਵਲ ਤੇ। ਮੋਰਚੇ ਨੂੰ ਤਾਂ ਵੈਸੇ ਵੀ ਲੋਕ ਉੱਥੋਂ ਦੇ ਲੀਡਰਸ਼ਿਪ ਨੂੰ ਰੈਕਗਨਾਈਜ਼ ਕਰਨ ਲੱਗ ਗਏ। ਪਹਿਲਾਂ ਤਾਂ ਉਹਨਾਂ ਨੂੰ ਤੁਸੀਂ ਇਹ ਦੇਖੋ, ਪਹਿਲਾਂ ਕੋਈ ਮੈਨੂੰ ਲੱਗਦਾ ਕਿਸੇ ਪਿੰਡ 'ਚ ਕੋਈ ਮੀਡੀਆ ਹੋਵੇ ਉਹ ਨਹੀਂ ਜਾਂਦਾ ਹੋਣਾ ਵੀ ਕਿਸਾਨੀ ਲੀਡਰਸ਼ਿਪ ਦੀ ਆਪਾਂ ਇੰਟਰਵਿਊ ਲਈਏ। ਗੱਲ ਤਾਂ ਇੱਕ ਦੌਰ ਦੀ ਹੁੰਦੀ ਆ ਨਾ। ਅੱਜ ਦੌਰ ਕੀ ਆ, ਅੱਜ ਤਾਂ ਨੈਸ਼ਨਲ ਮੀਡੀਆ ਇੰਟਰਵਿਊਜ਼ ਲੈਂਦਾ ਆਖੇ। ਤਾਂ ਬਹੁਤ ਲੀਡਰ ਆਪਣੇ ਆਪਣੇ ਮੁੱਖ ਮੰਤਰੀ ਵੀ ਦੇਖਣ ਲੱਗ ਗਏ। ਸੋ ਗੱਲ ਇਹ ਆ, ਜਦੋਂ ਉਹਨਾਂ ਨੇ ਤਾਂ ਬੜਾ ਕੁਝ ਖੱਟਿਆ ਪਰਸਨਲ ਲੈਵਲ ਤੇ, ਜਥੇਬੰਦਕ ਲੈਵਲ ਤੇ, ਲੋਕਾਂ ਨੇ ਤਾਂ ਕੁਝ ਨਹੀਂ ਖੱਟਿਆ ਨਾ। ਸੰਘਰਸ਼ ਕਿਹਦਾ? ਸੰਘਰਸ਼ ਨਾ ਕਿਸਾਨੀ ਲੀਡਰਾਂ ਦਾ, ਨਾ ਦੀਪ ਸਿੱਧੂ ਦਾ, ਨਾ ਹੋਰ ਕਿਸੇ ਵਿਅਕਤੀ ਵਿਸ਼ੇਸ਼ ਦਾ। ਸੰਘਰਸ਼ ਬਾਈ ਜੀ ਲੋਕਾਂ ਦਾ। ਲੋਕਾਂ ਨੇ ਲੜਿਆ। ਤੁਸੀਂ ਜਦੋਂ ਇਹਦਾ ਸਿਹਰਾ ਦਿਓਗੇ ਉਹ ਲੋਕਾਂ ਨੂੰ ਦਿਓਗੇ, ਤੇ ਜੇ ਕਿਤੇ ਰੱਬ ਨਾ ਕਰੇ ਕੋਈ ਸਿੱਟੇ ਸੁਖਾਵੇਂ ਨਾ ਨਿਕਲੇ, ਉਹਦਾ ਸਿਹਰਾ ਲੀਡਰਸ਼ਿਪ ਨੂੰ ਜਾਊਗਾ। ਮੈਂ ਇਹ ਵੀ ਗੱਲ ਦੱਸਦਾ ਤੁਹਾਨੂੰ, ਅੱਜ ਤੱਕ ਜੇ ਸੰਘਰਸ਼ ਲੜੀ ਜਾਂਦੇ ਆ ਤਾਂ ਲੋਕ ਹੀ ਲੜੀ ਜਾਂਦੇ ਆ। ਜੇ ਉੱਥੇ ਬੈਠੇ ਆ ਤਾਂ ਹੀ ਪ੍ਰੈਸ਼ਰ ਆ। ਸੰਸਦਾਂ ਨਾਲ ਕੋਈ ਪ੍ਰੈਸ਼ਰ ਨਹੀਂ ਪਿਆ, ਪ੍ਰੀਤੀ ਭੋਜਾ ਨਾਲ ਕੋਈ ਪ੍ਰੈਸ਼ਰ ਨਹੀਂ ਪਿਆ, ਜਾਂ ਜਿਹੜੇ ਅਸੀਂ ਹੋਰ ਬੜੇ ਉੱਥੇ ਆ ਵਿੱਚ ਦੀ ਚੜੂਨੀ ਸਾਹਿਬ ਕਹਿੰਦੇ ਹੱਥ ਬੰਨ੍ਹ ਕੇ ਪਾਰਲੀਮੈਂਟ ਨੂੰ ਚੱਲੋ ਜੀ, 100 ਕੁ ਬੰਦਾ ਲੈ ਕੇ ਤੁਰ ਪਾਂਗੇ। ਮੈਨੂੰ ਦੱਸੋ ਯਾਰ, ਤੁਹਾਨੂੰ ਪਿੰਜਰਿਆਂ 'ਚ ਤਾਂ ਤਾੜੀ ਬੈਠੇ ਆ ਉਹ, ਪਹਿਲਾਂ ਉਹ ਤੋਂ ਤੁਸੀਂ ਹੱਥ ਵੀ ਬਣਾ ਲਓ ਪਿੰਜਰਿਆਂ 'ਚ, ਫਿਰ ਤਾਂ ਤੁਸੀਂ ਜੋ ਮਰਜ਼ੀ ਕਰੀ ਜਾਓ। ਸੋ ਆਏ ਨਹੀਂ ਸੰਘਰਸ਼ ਲੜੇ ਜਾਂਦੇ ਹੁੰਦੇ। ਮਾੜਾ ਮੋਟਾ ਤੁਹਾਨੂੰ ਗਲ 'ਚ ਗੁੱਠਾ ਦੇਣਾ ਪੈਂਦਾ ਹੁੰਦਾ। ਜਿੱਦੇ ਜਾ ਕੇ ਬੈਠੇ ਸੀ 26 ਨਵੰਬਰ ਨੂੰ ਗਲ 'ਚ ਗੁੱਠਾ ਹੀ ਦਿੱਤਾ ਸੀ, 26 ਜਨਵਰੀ ਨੂੰ ਉਹ ਗਲ 'ਚ ਗੁੱਠਾ ਦਿੱਤਾ, ਖਿੱਚ ਲਿਆ ਪਿੱਛੇ ਅਸੀਂ। ਹੁਣ ਅਗਲੇ ਆਰਾਮ ਨਾਲ ਬੈਠੇ ਆ, ਨਾ ਤੁਹਾਨੂੰ ਕੋਈ ਮੀਟਿੰਗ ਦਿੰਦੇ ਆ ਨਾ ਕੁਛ ਦਿੰਦੇ ਆ। ਜਿੱਦਾਂ ਕੋਈ ਆਊਗਾ ਉਹਦੇ ਸਮਝੌਤਾ ਹੀ ਆਊਗਾ, ਫਿਰ ਜਾਂ ਤਾਂ ਆਪਦੀ ਗੱਲ ਤੇ ਖੜੇ ਰਹੋ। ਮੈਂ ਤਾਂ 10 ਦਸੰਬਰ ਨੂੰ ਇਹ ਗੱਲ ਕਹੀ ਸੀ ਵੀ ਬੜਾ ਕੁਝ ਮਿਲਦਾ, ਢੋਲ ਵਜਾਉਂਦੇ ਭੰਗੜੇ ਪਾਉਂਦੇ ਚੱਲਦੇ ਆ ਵਾਪਸ। ਜਦੋਂ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਜਿੱਤ ਕੇ ਆਏ ਆ ਬਾਈ ਜੀ, ਅਗਲੀ ਵਾਰ ਨੂੰ ਤੁਸੀਂ ਸੋਚੋ ਕੀ ਮਾਹੌਲ ਪੈਦਾ ਹੋਊਗਾ। ਹੁਣ ਜਿੱਤਣ ਉਹ ਉਸ ਤਰ੍ਹਾਂ ਆਉਣ ਦੇ ਲਾਇਕ ਰਹੇ ਨਹੀਂ। ਹੁਣ ਕਿੱਥੋਂ ਰਹੇ ਆ? ਅੱਜ ਪੱਲੜਾ ਕਿਹੜੇ ਪਾਸੇ ਭਾਰੀ ਆ? ਜੇ ਪੱਲੜਾ ਸਾਡਾ ਭਾਰੀ ਹੁੰਦਾ ਤਾਂ ਸਾਨੂੰ ਮੀਟਿੰਗ ਲਈ ਕੱਲ੍ਹ ਬੁਲਾ ਲੈਂਦੇ। ਉਹਨਾਂ ਦੀ ਕੀ ਔਕਾਤ ਆ ਸਾਨੂੰ ਮੀਟਿੰਗ ਲਈ ਨਾ ਬੁਲਾਉਣ? ਅਸੀਂ ਤਾਂ ਚਿੱਠੀਆਂ ਵੀ ਲਿਖ ਲਈਆਂ, ਅਸੀਂ ਗਲਾਂ 'ਚ ਪੱਟੇ ਵੀ ਪਾ ਲਏ, ਪਰ ਸਾਡੇ ਕੋਲੇ ਤਾਂ ਕੋਈ ਨਿਯੋਤੇ ਨਹੀਂ ਆਏ ਨਾ ਮੀਟਿੰਗ ਦੇ। ਗੰਨੇ ਦੇ ਰੇਟਾਂ ਨੂੰ ਲੈ ਕੇ ਜਿੱਕਣਾ ਕਹਿੰਦੇ ਪੰਜਾਬ ਸਰਕਾਰ ਮੂੰਹ ਦੇ ਮੂੰਹ ਗੇਰਤੀ, ਐਵੇਂ ਹੀ ਕਹਿੰਦੇ ਡੇਗਣੀ ਆ ਮੋਦੀ ਸਰਕਾਰ ਵੀ। ਦੇਖੋ ਗੰਨੇ ਦੇ ਰੇਟਾਂ ਦੀ ਗੱਲ ਆਪਾਂ ਕਰਕੇ, ਤੁਸੀਂ ਪਹਿਲਾਂ ਤਾਂ ਇਹ ਕਰੀ ਗਏ ਵੀ ਲਾਗਤ ਹੀ 375 376 ਰੁਪਏ ਆ ਗੰਨੇ ਦੀ, ਫਿਰ 360 ਰੁਪਏ 'ਚ ਲੱਡੂ ਖਵਾਉਣੇ ਹੋ, ਜੂਸ ਪੀ ਆਉਣੇ ਹੋ। ਇਹ ਲੱਡੂ ਤੇ ਜੂਸ ਬਹੁਤ ਮਹਿੰਗੇ ਪਏ ਆ ਪਹਿਲਾਂ ਸਾਨੂੰ, ਹੈ ਨਾ। ਸੋ ਗੱਲ ਇਹ ਆ, ਗੰਨੇ ਦੀ ਜੇ ਤੁਹਾਡੀ ਲਾਗਤ 376 ਦੀ ਆ ਤੇ ਤੁਸੀਂ 500 ਰੁਪਇਆ ਲੈ ਕੇ ਆਓ, 400 ਛੇਕੜ ਲੈ ਕੇ ਆਓ ਉਹਨਾਂ ਤੋਂ। ਤੁਸੀਂ ਲਾਗਤ ਤੋਂ ਘੱਟ ਫੇਰ ਮੰਨ ਕੇ ਆ ਗਏ। ਪਰ ਇੱਕ ਗੱਲ ਆ, ਚਲੋ ਚਾਹੇ ਛੋਟੀ ਜਿੱਤ ਆ, ਪਰ ਛੋਟੀ ਜਿੱਤ ਹੀ ਵੱਡੀ ਜਿੱਤ ਵੱਲ ਪ੍ਰੇਰਿਤ ਵੀ ਕਰਦੀ ਹੁੰਦੀ ਆ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਪਰ ਉਹ ਜਿੱਤ ਕਿੱਥੋਂ ਹੋਈ? ਆਪਦੀ ਪੰਜਾਬ ਸਰਕਾਰ ਤੋਂ ਹੋਈ। ਇਸੇ ਕਰਕੇ ਆਪਾਂ ਪਹਿਲੇ ਦਿਨੋਂ ਕੀ ਗੱਲ ਕਰ ਰਹੇ ਹਾਂ ਵੀ ਇਹ ਪੋਲੀਟੀਕਲ ਗੱਲ ਆ। ਜਦੋਂ ਤੱਕ ਪੰਜਾਬ ਸਰਕਾਰ ਕੋਲੇ, ਪੰਜਾਬ ਦੇ ਸੂਬੇ ਕੋਲੇ ਆਪਦੇ ਹੱਕ ਜਾਂ ਆਪਦੇ ਅਧਿਕਾਰ ਨਹੀਂ ਹੋਣਗੇ ਜਿਹਦੇ ਆਧਾਰ ਤੇ ਉਹ ਫੈਸਲੇ ਲੈ ਸਕੇ, ਦਿੱਲੀ ਵਾਲਿਆਂ ਨੂੰ ਕੀ ਪਰਵਾਹ ਯਾਰ, ਬੈਠੇ ਰਹੋ। ਮੈਜੋਰਿਟੇਰੀਅਨ ਸਿਸਟਮ ਦੀ ਆਪਾਂ ਗੱਲ ਕੀਤੀ ਆ। ਪੰਜਾਬ 'ਚੋਂ 13 ਸੀਟਾਂ, ਪੰਜਾਬ ਲੜੇ ਨਾ ਲੜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਯੂਪੀ ਵੀ ਤੇ ਬੈਠਾ। ਉਹ ਯਾਰ ਯੂਪੀ ਕਿਹੜਾ ਬੈਠਾ? ਕਿਹੜਾ ਯੂਪੀ ਬੈਠਾ? ਆ ਹੁਣ ਚੋਣਾਂ ਹੋਣਗੀਆਂ ਤੁਹਾਡੇ ਸਾਹਮਣੇ ਪ੍ਰਤੱਖ ਹੋ ਜੂ। ਇੱਕ ਟਕੈਤ ਸਾਹਿਬ ਬੈਠੇ ਆ, ਟਕੈਤ ਸਾਹਿਬ ਬੈਠੇ ਆ ਕਿ ਬਿਠਾਏ ਆ ਇਹ ਵੀ ਨਹੀਂ ਪਤਾ। 32ਵੇਂ ਨੰਬਰ ਤੇ ਹੁੰਦੇ ਸੀ 26 ਤੋਂ ਪਹਿਲਾਂ। ਜਿੱਦਾਂ 26 ਵਾਲੀ ਗੱਲ ਉਹ ਉਲਟ ਸ਼ੁਰੂ ਹੋਈ ਆ, ਉਲਟਾ ਵਹਿਣ ਵਿਹਾ, ਟਕੈਤ ਸਾਹਿਬ ਪਹਿਲੇ ਨੰਬਰ ਤੇ ਲਿਆ ਕੇ ਬਾਤੇ ਮੀਡੀਆ ਨੇ ਭਾਏ ਆ ਨਾ। ਤੀਜੇ ਕੁ ਦਿਨ ਆਜ ਤੱਕ ਨਾਲ ਬੈਠੇ ਹੁੰਦੇ ਆ। ਕੌਣ ਆਜ ਤੱਕ? ਸਾਨੂੰ ਪਤਾ ਹੀ ਆ ਨਾ ਆਜ ਤੱਕ ਕਿੱਥੇ ਜੁੜਦਾ ਜਾ ਕੇ, ਜੀ ਨਿਊਜ਼ ਵਾਲੇ ਕਿੱਥੇ ਜੁੜਦੇ ਆ ਜਾ ਕੇ, ਇੰਡੀਆ ਟੀਵੀ ਵਾਲੇ ਕਿੱਥੇ ਜੁੜਦੇ ਆ ਜਾ ਕੇ, ਸਾਨੂੰ ਪਤਾ ਇਹ ਗੱਲ ਨਾ। ਸੋ ਫਿਰ ਕਿਹਦੀ ਲੱਤ ਹੇਠਾਂ ਦੀ ਲੰਘਦੇ ਆ ਉਹ, ਇਹ ਵੀ ਪਤਾ ਸਾਨੂੰ। ਸੋ ਗੱਲਾਂ ਨੂੰ ਤੁਸੀਂ ਜਿਹੜੀ ਪੋਲੀਟਿਕਸ ਆ ਨਾ, ਪੋਲੀਟਿਕਸ ਨਾ ਕਦੇ ਵੀ ਸਿੰਪਲ ਮੈਥਮੈਟਿਕਸ ਨਹੀਂ ਹੁੰਦੀ, ਇਹ ਹਾਇਰ ਮੈਥਮੈਟਿਕਸ ਆ। ਪੋਲੀਟਿਕਸ ਮੈਂ ਹਮੇਸ਼ਾ ਕਹਿੰਦਾ ਰਹਾ, ਜੋ ਅੱਗੇ ਚੱਲ ਰਹੀ ਆ ਉਹ ਪੋਲੀਟਿਕਸ ਨਹੀਂ ਹੁੰਦੀ। ਪੋਲੀਟਿਕਸ ਜਿਹੜੀ ਪਿੱਛੇ ਚੱਲਦੀ ਆ ਉਹਦੇ ਉਹ ਹੁੰਦੀ ਆ। ਸੋ ਜਦੋਂ ਤੱਕ ਤੁਸੀਂ ਆਪਦੀ ਕੌਨਸ਼ੀਅਸਨੈਸ ਦਾ ਲੈਵਲ, ਆਪਦੀ ਚੇਤਨਾ ਦਾ ਲੈਵਲ ਉੱਥੋਂ ਤੱਕ ਲੈ ਕੇ ਨਹੀਂ ਜਾਓਗੇ, ਤੁਸੀਂ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਓਗੇ। ਹੁਣ 2022 ਦੇ ਵਿੱਚ ਪੰਜਾਬ ਨੂੰ ਕਿਵੇਂ ਬਦਲਿਆ ਜਾਵੇ? ਫਿਰ ਜਿਹੜੀਆਂ ਤਿੰਨੇ ਪਾਰਟੀਆਂ ਠੀਕ ਹੈ ਚੱਲੀ ਜਾਣ ਤੋਂ ਇਹਦੇ ਨਾਲ ਹੋ ਜਾਊਗਾ? ਨਹੀਂ, ਤਿੰਨੇ ਪਾਰਟੀਆਂ ਚੱਲੀ ਜਾਣ ਦੀ ਇਹ ਠੀਕ ਆ। ਇਹਨਾਂ ਤਿੰਨਾਂ ਨੇ ਸਾਨੂੰ ਉਹ ਜਿਵੇਂ ਮਤਲਬ ਅੱਜ ਤਾਈਂ ਅਸੀਂ ਇੱਕ ਲਾਰਿਆਂ 'ਚ ਤੇ ਗਲੀਆਂ 'ਚ, ਨਾਲੀਆਂ 'ਚ, ਬਿਜਲੀਆਂ 'ਚ, ਕੁਛ ਮਾੜਾ ਮੋਟਾ ਅਨਾਜ, ਇਹਨਾਂ ਚੀਜ਼ਾਂ 'ਚ ਹੀ ਰਹੇ ਨਾ। ਇਹਨਾਂ ਨੇ ਸਾਨੂੰ ਇੱਥੋਂ ਨਹੀਂ ਕੱਢਣਾ। ਇਹ ਗੱਲਾਂ
ਤੇ ਜਿਹੜੀਆਂ ਇਹ ਤਾਂ ਗੈਰੰਟੀਡ ਹੋਣੀਆਂ ਚਾਹੀਦੀਆਂ। ਜਿਹੜੀਆਂ ਗਲੀਆਂ ਨਾਲੀਆਂ ਸਕੂਲ ਘਰ ਇਹ ਤਾਂ ਗੈਰੰਟੀ ਸਕੀਮ ਹੋਣੀ ਚਾਹੀਦੀ ਆ ਸਰਕਾਰ ਦੀ, ਜਿਹੜੀ ਅੱਜ ਇੱਕ ਘਰ ਬਣਾਉਣ ਵਾਸਤੇ ਕਿਸੇ ਨੂੰ ਵੀ ਸੋਚਣਾ ਪੈਂਦਾ ਵੀ ਯਾਰ ਆਪਦਾ ਘਰ ਹੋਵੇ। ਪਰ ਹੁਣ ਗੱਲ ਕਿੱਥੇ ਆ ਕੇ ਖੜਦੀ ਹੈ? ਪੰਜਾਬ ਨੂੰ ਆਪਦੀ ਰਾਜਨੀਤੀ ਆਪ ਘੜਨੀ ਪਊ, ਪੰਜਾਬ ਦੇ ਲੋਕਾਂ ਨੂੰ ਉਹ ਰਾਜਨੀਤੀ ਆਪ ਘੜਨੀ ਪਊ। ਇੱਥੋਂ ਸਾਨੂੰ ਆਪਦੀ ਲੀਡਰਸ਼ਿਪ ਆਪ ਪੈਦਾ ਕਰਨੀ ਪਊਗੀ। ਅਸੀਂ ਉਸ ਇਤਿਹਾਸਕ ਮੋੜ 'ਤੇ ਖੜ੍ਹੇ ਹਾਂ ਜਿੱਥੇ ਬਹੁਤ ਵੱਡਾ ਖਲਾਅ ਅੱਜ ਪੈਦਾ ਹੋ ਗਿਆ। ਤੁਸੀਂ ਵੇਖ ਲਓ ਕਿਵੇਂ ਪੈਦਾ ਹੋਇਆ। ਇੱਕ ਪਾਸੇ ਬਾਦਲ ਸਾਹਿਬ ਗਏ, ਜੋ ਵੀ ਸੀ ਇੱਕ ਦਿੱਗਜ ਲੀਡਰ ਰਹੇ ਆ, ਉਹਨਾਂ ਨੂੰ ਢੰਗ ਸੀ ਵੋਟ ਪੋਲੀਟਿਕਸ ਦਾ। ਪੰਜਾਬ ਲਈ ਕੀਤਾ ਨਾ ਕੀਤਾ ਉਹ ਵੱਖਰੀ ਗੱਲ, ਆਪਾਂ ਛੱਡ ਦਿਓ। ਇੱਕ ਪਾਸੇ ਕੈਪਟਨ ਸਾਹਿਬ ਗਏ, ਦਿੱਗਜ ਲੀਡਰ, ਉਹਨਾਂ ਨੂੰ ਵੀ ਢੰਗ ਸੀ ਵੋਟ ਪੋਲੀਟਿਕਸ ਦਾ, ਹੈ ਨਾ। ਇਹਨਾਂ ਦੋਵਾਂ ਨੇ ਸੱਤਾ ਮਾਨੀ ਆ। ਇਦੋਂ ਬਾਅਦ ਦੀ ਜਿਹੜੀ ਲੀਡਰਸ਼ਿਪ ਆ ਉਹ ਲੋਕਾਂ 'ਚ ਐਕਸੈਪਟ ਨਹੀਂ ਆ। ਇਹਦਾ ਮਤਲਬ ਬਹੁਤ ਵੱਡਾ ਖਲਾ, ਤੇ ਖਲਾ ਭਰਨਾ ਵੀ ਪਊ। ਫਿਰ ਭਰੂਗਾ ਕੌਣ? ਭਰੂਗਾ ਪੰਜਾਬ, ਪੰਜਾਬ ਦੇ ਲੋਕ। ਅੱਜ ਵੀ ਮੈਂ ਇਹੀ ਗੱਲ ਕਹਿ ਰਿਹਾ, ਆਪਦੀ ਲੀਡਰਸ਼ਿਪ ਪੈਦਾ ਕਰੋ, ਆਪਦੇ ਚਿਹਰੇ ਪੈਦਾ ਕਰੋ, ਜਿਨ੍ਹਾਂ ਨੇ ਤੁਹਾਡੇ ਨਾਲ ਖੜ ਕੇ ਤੁਹਾਡੇ ਹੱਕ ਹਕੂਕ ਦੀ ਗੱਲ ਕਰਨੀ ਆ। ਉਹ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਰਨੀ ਆ। ਉਹ ਯਾਰ ਆਮ ਆਦਮੀ ਪਾਰਟੀ ਕੀ ਕਰ ਦੂਗੀ? ਆਮ ਆਦਮੀ ਪਾਰਟੀ ਦਾ ਸਾਨੂੰ ਪਤਾ ਨਹੀਂ ਕਿੱਥੋਂ ਤੁਰਦੀ ਆ। ਉਹ ਤਾਂ ਮਾੜੀ ਜੀ ਗੱਲ ਹੋਵੇ ਕਾਰ ਭਜਾਉਂਦੇ ਆ, ਦਿੱਲੀ ਫੇਰ ਵਗ ਜਾਂਦੇ ਆ। ਜਿਹੜਾ ਕੁਝ ਪਹਿਲਾਂ ਕੈਪਟਨਾਂ ਤੇ ਬਾਦਲਾਂ ਨੇ ਕੀਤਾ ਇਹੀ ਕੀਤਾ ਨਾ। ਹੁਣ ਭਗਵੰਤ ਮਾਨ ਸਾਹਿਬ ਨੂੰ CM ਦਾ ਚਿਹਰਾ ਪ੍ਰੋਜੈਕਟ ਨਹੀਂ ਕੀਤਾ। ਤੁਸੀਂ ਵੇਖੋ ਵੀ ਜੇ CM ਦਾ ਚਿਹਰਾ ਪ੍ਰੋਜੈਕਟ ਕਰ ਦੇਣ ਫੇਰ ਤਾਂ ਮੈਂ ਆਮ ਆਦਮੀ ਪਾਰਟੀ ਨਾਲ ਆ, ਤੇ ਜੇ ਨਹੀਂ ਕੀਤਾ ਤਾਂ ਮੈਂ ਕੁਝ ਹੋਰ ਕਰੂੰਗਾ। ਇਹ ਤਾਂ ਤੁਹਾਡਾ ਆਧਾਰ ਹੀ ਗਲਤ ਹੈ ਯਾਰ। ਫਿਰ ਤੁਸੀਂ ਇਹ ਕਹੋ ਵੀ ਮੈਨੂੰ CM ਦਾ ਚਿਹਰਾ ਪ੍ਰੋਜੈਕਟ ਕਰੋ ਨਾ ਕਰੋ, ਮੈਂ ਤਾਂ ਬਾਈ ਜੀ ਹੋ ਗਿਆ ਆਪਦੇ ਲੋਕਾਂ ਦੇ ਵੱਲ ਦਾ, ਹੈ ਨਾ। ਮੈਂ ਤਾਂ ਹੋ ਗਿਆ ਪੰਜਾਬ। ਤੁਸੀਂ ਉੱਥੇ ਜਾ ਕੇ ਕਾਂਗਰਸ ਤੇ ਅਕਾਲੀਆਂ ਨੂੰ ਟਾਰਗੇਟ ਨਾ ਕਰੋ, ਤੁਸੀਂ ਉੱਥੇ ਜਾ ਕੇ ਭਾਰਤੀ ਸਰਕਾਰ ਨੂੰ ਟਾਰਗੇਟ ਕਰੋ, ਜਿਵੇਂ ਪੰਜਾਬ ਨਾਲ ਵਤੀਰਾ ਕਰ ਰਹੀ ਆ ਉਹ। ਜਦੋਂ ਤੱਕ ਸਾਡਾ ਕੋਈ ਬੰਦਾ ਸਿੱਧਾ ਭਾਰਤ ਦੇ ਸਿਸਟਮ ਤੇ ਸਰਕਾਰ ਤੇ ਸਟੇਟ ਤੇ ਉਂਗਲ ਚੱਕ ਕੇ ਗੱਲ ਨਹੀਂ ਕਰਦਾ, ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰਦਾ, ਉਦੋਂ ਤੱਕ ਉਹ ਤੁਹਾਡਾ ਬੰਦਾ ਨਹੀਂ ਆ। ਉਦੋਂ ਤੱਕ ਤਾਂ ਤੁਹਾਨੂੰ ਉਹ ਐਂਟਰਟੇਨਮੈਂਟ ਦੇ ਰਿਹਾ ਵੀ ਮੈਂ ਅੱਜ ਬਾਦਲਾਂ ਨੂੰ ਖਿੱਚ ਲਿਆ, ਅੱਜ ਕਾਂਗਰਸ ਨੂੰ ਖਿੱਚ ਲਿਆ, ਅੱਜ ਮੈਂ BJP ਨੂੰ ਖਿੱਚ ਲਿਆ। ਇਹ ਗੱਲਾਂ ਨੇ ਸਾਨੂੰ ਕੁਝ ਨਹੀਂ ਦੇਣਾ। ਉਹਨੂੰ ਤੁਸੀਂ ਇਹ ਕਹੋ ਵੀ ਦੇਖੋ ਇਹ ਤਾਂ ਪੰਜਾਬ ਦੀ ਗੱਲ ਕਰ ਰਿਹਾ। ਉਹ ਤੁਹਾਡੇ ਇਮੋਸ਼ਨ ਜ਼ਰੂਰ ਹੋ ਸਕਦੇ ਆ ਐਂਟੀ ਅਕਾਲੀ, ਐਂਟੀ ਕਾਂਗਰਸੀ, ਐਂਟੀ BJP, ਪਰ ਉਹ ਗੱਲ ਅਸਲ ਨਹੀਂ ਆ। ਅਸਲ ਗੱਲ ਤਾਂ ਇਸ ਸਟੇਟ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਆ ਵੀ ਜਿਵੇਂ ਤੁਸੀਂ ਪੰਜਾਬ ਦੇ ਰਿਸੋਰਸਿਸ ਨੂੰ ਲੁੱਟਿਆ, ਜਿਵੇਂ ਸਾਡੇ ਨਾਲ ਤੁਸੀਂ ਮਤਰੇਈ ਮਾਂ ਵਾਲਾ ਵਤੀਰਾ ਕੀਤਾ, ਜਿਵੇਂ ਤੁਸੀਂ ਸਾਡੇ ਨਾਲ ਕਲੋਨੀਅਲ ਸਟੇਟ ਵਾਂਗੂ ਸਾਨੂੰ, ਜਿਵੇਂ ਅੰਗਰੇਜ਼ ਇਹ ਸਾਰੇ ਖਿੱਤੇ ਨੂੰ ਵਰਤਦੇ ਸੀ ਨਾ ਵੀ ਇੱਥੋਂ ਲੁੱਟ ਖਸੁੱਟ ਕਰਕੇ ਚਲੇ ਜਾਓ, ਤੁਸੀਂ ਸਾਡੇ ਨਾਲ ਉਹ ਕਰ ਰਹੇ ਹੋ ਪਿਛਲੇ 17 ਸਾਲਾਂ ਤੋਂ। ਤੁਸੀਂ ਇਹ ਗੱਲਾਂ ਤੋਂ ਬਾਜ਼ ਆਓ, ਰੋਕੋ। ਤੇ ਇਸੇ ਲਈ ਤੁਹਾਨੂੰ ਆਪਦੀ ਲੀਡਰਸ਼ਿਪ, ਆਪਦੀ ਪੋਲੀਟਿਕਸ ਖੜੀ ਕਰਨੀ ਪੈਣੀ ਆ। ਇਹਨਾਂ ਸਾਰੇ ਜਿਹੜੇ ਪੁਰਾਣੇ ਦਿੱਗਜ ਚਿਹਰੇ ਬੰਦਿਆਂ ਤੋਂ ਖਹਿੜਾ ਛਡਾਓ। ਜਦੋਂ ਤੱਕ ਨਹੀਂ ਛਡਾਉਂਦੇ ਇਹ ਗੱਲਾਂ ਤੁਹਾਨੂੰ ਦੇਣੀਆਂ ਪੈਣਗੀਆਂ। ਅੱਜ ਦੇਈ ਜਾਓ, ਕੱਲ੍ਹ ਦੇਈ ਜਾਓ, ਬਾਈ ਜੀ ਇਹਨਾਂ ਤੋਂ ਖਹਿੜਾ ਛਡਾਉਣਾ ਪਊਗਾ ਤੁਹਾਨੂੰ। 2027 ਦੇ ਵਿੱਚ ਤੱਕ ਮਤਲਬ ਕਿ ਫਿਰ ਤੁਸੀਂ ਹੁਣ ਤਿਆਰੀ ਕਰਨ ਲੱਗ ਗਏ ਹੋ, ਜੇ 22 ਦੀ ਨਹੀਂ ਤਾਂ 27 ਦੀ ਲੀਡਰਸ਼ਿਪ ਪੈਦਾ ਕਰਨ ਦੀ, ਜਾਂ ਫਿਰ ਪਾਰਟੀ ਬਣਾਉਣ ਦੀ ਕੋਸ਼ਿਸ਼ ਤਾਂ ਕਰ, ਕਿਉਂਕਿ ਗੱਲਾਂ ਤੁਸੀਂ ਬਹੁਤ ਵੱਡੀਆਂ ਸਾਰੇ ਕਰਦੇ ਹੋ। ਲੱਖਾ ਸਿਧਾਣਾ ਵੀ ਲੋਕ ਕਹਿੰਦੇ ਕਰਦਾ ਹੈ ਵੀ ਇਹਨਾਂ ਨੇ ਕੁਝ ਨਹੀਂ ਦੇਣਾ। ਦੀਪ ਸਿੱਧੂ ਨੇ ਵੀ ਅੱਜ ਬਹੁਤ ਗੱਲਾਂ ਕੀਤੀਆਂ, ਪਰ ਜਦੋਂ ਅਸੀਂ ਗੱਲ ਕਰਦੇ ਉਹ ਕਹਿੰਦੇ ਨਹੀਂ ਜੀ ਪਾਰਟੀ ਤਾਂ ਨਹੀਂ ਖੜੀ ਕਰਨੀ। ਫਿਰ ਉਹ ਕਹਿੰਦੇ ਫਿਰ ਮੈਂ ਤਾਂ ਕਹਿੰਦਾ ਕਿਉਂ ਨਹੀਂ ਕਰਨੀ। ਮੈਂ ਤਾਂ ਕਹਿੰਦਾ ਅਸੀਂ ਇੱਕ ਸਮਾਜਿਕ ਲੈਵਲ ਤੇ ਵੀ ਪਾਰਟੀ ਖੜੀ ਕਰ ਰਹੇ ਹਾਂ। ਪਾਰਟੀ ਨਹੀਂ, ਜਥੇਬੰਦੀ ਸਮਾਜ ਦੇ ਮਸਲਿਆਂ ਤੇ ਜਿਹੜੀ ਲੜੂਗੀ। ਹੁਣ ਮੇਰਾ ਮੰਨਣਾ ਇਹ ਆ ਵੀ ਸੋਸ਼ਲ ਜਿਹੜੀ ਇੱਕ ਜਥੇਬੰਦੀ ਆ ਨਾ, ਤੁਹਾਡੀ ਸਮਾਜਿਕ ਜਥੇਬੰਦੀ, ਉਹ ਰਾਹ ਅੱਗੇ ਤੁਹਾਡਾ ਵੋਟ ਪੋਲੀਟਿਕਸ ਨੂੰ ਜਾਣ ਦਾ ਵੀ, ਉਹ ਰਾਹ ਤੁਹਾਡਾ ਇੱਕ ਸਮਾਜ 'ਚ ਆਧਾਰ ਬਣਾਉਣ ਦਾ ਵੀ, ਜਾਂ ਸਮਾਜ 'ਚ ਇੱਕ ਰੈਵੋਲਿਊਸ਼ਨ ਲਿਆਉਣ ਦਾ ਵੀ ਆ, ਉਹ ਰਾਹ ਤੁਹਾਡੇ ਇੰਟੈਲੈਕਚੁਅਲ ਪੈਦਾ ਕਰਨ ਦਾ ਵੀ ਆ। ਉੱਥੇ ਤੁਸੀਂ ਪੰਥਕ ਬੰਦਿਆਂ ਨੂੰ ਨਾਲ ਲੈ ਕੇ ਪੰਥਕ ਰਾਜਨੀਤੀ ਜਾਂ ਪੰਥ ਦੇ ਮਸਲੇ ਤੇ ਵੀ ਗੱਲ ਕਰ ਸਕਦੇ ਹੋ। ਇਸ ਲਈ ਇੱਕ ਰਾਹ ਤਾਂ ਅਸੀਂ ਇਹ ਅਪਣਾਇਆ ਵੀ ਵਾਰਸ ਪੰਜਾਬ ਦਾ ਇੱਕ ਪਲੇਟਫਾਰਮ ਆਪਾਂ ਤਿਆਰ ਕਰੀਏ। ਉਹ ਆਪਾਂ ਥੋੜ੍ਹੇ ਦਿਨਾਂ 'ਚ ਅਨਾਊਂਸ ਕਰਾਂਗੇ। ਵਾਰਸ ਪੰਜਾਬ, ਜਿਹਦਾ ਰਾਜਨੀਤੀ ਨਾਲ ਸਿੱਧਾ ਕੋਈ ਸੰਬੰਧ ਨਹੀਂ, ਪਰ ਉਹਦੇ ਕੋਲੇ ਆਪਦੀ ਇੱਕ ਰਾਜਨੀਤੀ, ਆਪਦੀ ਇੱਕ ਸਮਾਜਿਕ ਧਿਰ, ਆਪਦੀ ਇੱਕ ਪੰਥਕ ਧਿਰ, ਤੇ ਆਪਦੀ ਇੱਕ ਈਵਨ ਲੀਗਲ ਸੈੱਲ,
ਸਾਡੇ ਬੰਦਿਆਂ ਦੀ ਪੈਰਵਾਈ ਕਰਨ ਵਾਸਤੇ ਇੱਕ ਲਾਅ ਫਰਮ ਵੀ ਹੋਊਗੀ। ਵਾਰਸ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਲਈ ਹੀ ਕੰਮ ਕਰੂਗਾ ਕਿਤੇ, ਕਿਉਂਕਿ ਜਥੇਬੰਦੀ ਬਣ ਜਾਂਦੀ ਹੈ ਕਿਤੇ ਵਾਰਸ ਪੰਜਾਬ ਦਾ, ਫਿਰ ਵਾਰਸ ਪੰਜਾਬ ਦਾ ਸਾਈਨ ਕਰਕੇ ਬਾਹਰ ਨੂੰ ਨਾ ਭੇਜੀ ਜਾਵੇ। ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉੱਤੇ ਦੋਸ਼ ਲਾਏ ਜਾਂਦੇ ਸੀਗੇ ਵੀ ਮਾਨ ਸਾਹਿਬ ਨੇ ਤਾਂ ਸਿਰਫ ਪਾਰਟੀ ਇਸੇ ਕਰਕੇ ਰੱਖੀ ਹੋਈ ਸੀ ਵੀ ਜਿਹੜਾ ਪੱਕਾ ਨਹੀਂ ਹੁੰਦਾ ਉਹਨੂੰ ਸਾਈਨ ਕਰਕੇ ਦੇ ਦਿਓ ਪੱਕੇ। ਯਾਰ ਅਸੀਂ ਤਾਂ ਬਈ ਬਾਹਰ ਛੱਡ ਆਉਣ ਵਾਲੇ ਬੰਦੇ ਆ, ਅਸੀਂ ਕਿੱਥੋਂ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਇੱਥੇ ਸਾਈਨ ਕਰੋ ਲੈਟਰ ਹੈਡ ਬਣਾ ਕੇ ਤੇ ਇਹਨਾਂ ਨੂੰ ਅਸੀਂ ਬਾਹਰ ਭੇਜੀਏ। ਬਾਕੀ ਇਹ ਗੱਲਾਂ ਅਸੀਂ ਦੂਰੋਂ ਬੈਠੇ ਸਮਝ ਕਿਸੇ ਹੋਰ ਢੰਗ ਨਾਲ ਲੈਂਦੇ ਆ ਵੀ ਮਾਨ ਸਾਹਿਬ ਨੇ ਬਾਹਰ ਬੰਦੇ ਐਂ ਭੇਜੇ ਆ ਲੈਟਰ ਹੈਡ ਤੇ ਬਣਾ ਕੇ, ਗੱਲਾਂ ਕੁਝ ਹੋਰ ਹੁੰਦੀਆਂ ਵਿੱਚੋਂ ਹੈ ਨਾ। ਜਦੋਂ ਬੰਦਿਆਂ ਦੇ ਮਗਰ ਏਜੰਸੀਆਂ ਸਰਕਾਰਾਂ ਪੈਂਦੀਆਂ, ਉਹਨਾਂ ਦੇ ਪਰਿਵਾਰਾਂ ਮਗਰ ਪੈਂਦੀਆਂ, ਫਿਰ ਇੱਥੋਂ ਉਹਨਾਂ ਨੂੰ ਪਾਸੇ ਕਰਨਾ, ਲਾਂਭੇ ਕਰਨਾ, ਉਹ ਵੀ ਇੱਕ ਸਾਡੇ ਬੰਦਿਆਂ ਦੀ ਰਾਖੀ ਕਰਨ ਵਾਲੀ ਗੱਲ ਹੁੰਦੀ ਆ, ਕਿਉਂਕਿ ਇੱਥੋਂ ਤਾਂ ਉਹਨਾਂ ਨੂੰ ਚੱਕ ਜੇਲ੍ਹਾਂ 'ਚ ਹੀ ਸਿੱਟਣਾ। ਸੋ ਗੱਲਾਂ ਕੁਝ ਹੋਰ ਹੁੰਦੀਆਂ, ਬਣ ਕੁਝ ਹੋਰ ਜਾਂਦੀਆਂ, ਇਸ ਲਈ ਜਾਂ ਬਣਾ ਦਿੱਤੀਆਂ ਜਾਂਦੀਆਂ, ਜਾਣ ਬੁੱਝ ਕੇ ਪੇਸ਼ ਕਰ ਦਿੱਤੀਆਂ ਜਾਂਦੀਆਂ। ਇਹਨਾਂ ਨੂੰ ਵੀ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਤੇ ਅਸੀਂ ਆਪਦੇ ਬੰਦਿਆਂ ਨੂੰ ਆਪਦੇ ਨਾਲੋਂ ਤੋੜ ਲੈਂਦੇ ਆ, ਵੱਖ ਕਰ ਲੈਂਦੇ ਆ। ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਤਾਂ ਅਸੀਂ ਨਾਲ ਤੋਰਨਾ ਵੀ ਤੁਰੋ ਜੀ, ਹੈ ਨਾ। ਆਪਾਂ ਲੜਾਈ ਜਦੋਂ ਤੱਕ ਏਕੇ 'ਚ ਤੇ ਸਾਂਝੇ ਰਹਿ ਕੇ ਇੱਕ ਲੜਾਈ ਨਹੀਂ ਲੜਾਂਗੇ, ਉਦੋਂ ਤੱਕ ਸਾਡਾ ਹੱਥ ਪੱਲਾ ਸਾਡਾ ਕਿਤੇ ਨਹੀਂ ਪੈਣਾ, ਸਾਡਾ ਫਾਹ ਨਹੀਂ ਪੈਣਾ। ਐਵੇਂ ਕੀਰਨੇ ਜੇ ਪਾਈ ਜਾਓ ਫਿਰ ਪਾਈ ਜਾਈਏ, ਫਿਰ ਉਹਦਾ ਕੋਈ ਮਤਲਬ ਨਹੀਂ। ਇੱਕ ਦੋ ਵੱਖਰੇ ਸਵਾਲ ਹੈ। ਐਮੀ ਵਿਰਕ ਦਾ ਜਿਵੇਂ ਵਿਰੋਧ ਹੋਇਆ ਜਾਂ ਕਰਵਾਇਆ ਗਿਆ, ਉਹਨੂੰ ਕਿਵੇਂ ਵੇਖਦੇ ਹੋ ਤੁਸੀਂ? ਬਾਈ ਆਏ ਆ, ਹੁਣ ਦੇਖੋ ਐਮੀ ਦੀ ਫਿਲਮ 2 ਸਾਲ ਪਹਿਲਾਂ ਸਾਈਨ ਹੋਈ, 2 ਸਾਲ ਪਹਿਲਾਂ ਉਹਦਾ ਫਿਰ ਸ਼ੂਟ ਵੀ ਹੋਇਆ, ਉਹ ਪੂਰੀ ਵੀ ਹੋ ਗਈ ਤੇ ਉਹ ਰਿਲੀਜ਼ ਹੋ ਰਹੀ ਹੁਣ। ਅੱਛਾ, ਉਹਦਾ ਤੁਸੀਂ ਇਹ ਕਹਿ ਰਹੇ ਹੋ ਦੇਖੋ ਬੀਜੇਪੀ ਦੇ ਬੰਦਿਆਂ ਦੀ ਫਿਲਮ ਆ ਤੇ ਉਹਨਾਂ ਦੇ ਨਾਲ ਫਿਲਮ ਕਰਦਾ, ਵੀ ਯਾਰ ਕਿੱਡੇ ਦੋਗਲੇ ਹੋ ਤੁਸੀਂ। ਅੱਜ ਜਿਹੜੇ ਅਬਾਨੀ ਆਪਾਂ ਇੱਥੇ ਬੈਠੇ ਆ, ਤੁਸੀਂ ਆਪਦੀ ਜ਼ਿੰਦਗੀ 'ਚ ਕਿੰਨੇ ਕੁ ਪ੍ਰੋਡਕਟ ਉਹਨਾਂ ਅੰਬਾਨੀ ਅਦਾਨੀਆਂ ਦੇ ਯੂਜ਼ ਕਰਦੇ ਹੋਵੋਗੇ? ਫਿਰ ਛੱਡੋ ਸਭ ਕੁਝ, ਖਿੱਚੋ ਲਕੀਰ ਫਿਰ ਵੀ ਅਸੀਂ ਨਹੀਂ ਕਰਦੇ ਯੂਜ਼, ਯਾਰ ਉਹ ਵੀ ਤਾਂ ਉਹਨਾਂ ਦਾ ਹੀ ਆ। ਫਿਰ ਹੋਰ ਬੜਾ ਕੁਝ ਰੋਜ਼ਮर्रा ਦੀ ਜ਼ਿੰਦਗੀ 'ਚ ਜਿਹੜਾ ਇਹਨਾਂ ਸਰਕਾਰਾਂ ਨਾਲ, ਇਹਨਾਂ ਦੇ ਬੰਦਿਆਂ ਨਾਲ ਰਿਲੇਟਡ ਆ, ਉਹ ਆਪਾਂ ਵਰਤਦੇ ਆ ਜਾਂ ਉਹਨਾਂ ਦੇ ਨਾਲ ਵਰਤਦੇ ਆ। ਉੱਥੇ ਕੋਈ ਸਵਾਲ ਨਹੀਂ। ਇੱਕ ਫਲੈਟ ਵਗੈਰਾ ਕਾਰਪੋਰੇਟ ਘਰਾਣਿਆਂ ਦੇ ਆ, ਹਾਂ ਸਾਰਾ ਕੁਛ ਹੀ। ਉਹ ਜੋ ਫਲੈਟ ਕੀ ਬਿਲਡਿੰਗਾਂ ਵੱਡੀਆਂ ਬਣਾਉਂਦੇ ਆ, ਉੱਥੇ ਅਸੀਂ ਰਹੀ ਵੀ ਜਾਂਦੇ ਆ, ਬੁੱਕ ਵੀ ਕਰੀ ਜਾਂਦੇ ਆ, ਹੈ ਨਾ। ਸਾਨੂੰ ਕਾਰਾਂ ਵੀ ਚਾਹੀਦੀਆਂ, ਸਾਨੂੰ ਚੜ੍ਹਨ ਵਾਸਤੇ ਜਹਾਜ਼ ਵੀ ਚਾਹੀਦੇ ਆ। ਤੇ ਅਸੀਂ ਜਾਂ ਤਾਂ ਫਿਰ ਇੱਕ ਐਂ ਕੰਮ ਕਰੋ ਨਾ ਵੀ ਅਸੀਂ ਡਿਪੈਂਡੇਬਿਲਿਟੀ ਮਤੇ ਪਾਓ ਵੀ ਕੋਈ ਵੀ ਬੰਦਾ ਨਾ ਕੋਈ ਪ੍ਰੋਡਕਟ ਯੂਜ਼ ਕਰੇ, ਨਾ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨਾਲ ਸੰਬੰਧ ਰੱਖੇ, ਵਪਾਰਕ ਸੰਬੰਧ ਰੱਖੇ, ਤੇ ਨਾ ਕੋਈ ਘਰੇਲੂ ਸੰਬੰਧ ਰੱਖੇ। ਮਤਾ ਪਾ ਦਿਓ, ਫਿਰ ਸਾਰੇ ਦਿਓ ਪਹਿਰਾ ਉਹਦੇ 'ਤੇ, ਫਿਰ ਤਾਂ ਗੱਲ ਮੰਨੀਏ। ਅਦਰਵਾਈਜ਼ ਤਾਂ ਦੋਗਲੀ ਨੀਤੀ ਹੈ ਨਾ, ਇੱਕ ਬੰਦੇ ਨੂੰ ਟਾਰਗੇਟ ਕਰਕੇ ਤੁਸੀਂ, ਜਿਹੜਾ ਬੰਦਾ ਪਬਲਿਕ ਹਜੇ ਫਿਗਰ ਆ, ਉਹਨੂੰ ਤੁਸੀਂ ਟਾਰਗੇਟ ਕਰਕੇ ਤੇ ਉਹਨੂੰ ਤੁਸੀਂ ਨੀਵਾਂ ਦਿਖਾਈ ਜਾਣਾ। ਹੁਣ ਜੇ ਅੱਜ ਆਪਾਂ ਐਮੀ ਨੂੰ ਇੱਕ ਸਵਾਲ ਪੁੱਛੀਏ ਵੀ ਬਾਈ ਤੂੰ ਕਿਸਾਨਾਂ ਦੇ ਹੱਕ 'ਚ ਨਹੀਂ ਖੜਾ ਹੋਏਗਾ, ਤੂੰ ਅਜੇ ਦੇਵਗਨ ਦੇ ਨਾਲ ਜਾ ਕੇ ਖੜਾ ਹੋਏਗਾ? ਇਹ ਸਵਾਲ ਦਾ ਜਵਾਬ ਹਰ ਬੰਦੇ ਨੂੰ ਪਤਾ ਵੀ ਉਹ ਕਿਸਾਨਾਂ ਦੇ ਹੱਕ 'ਚ ਹੀ ਹੋਊਗਾ। ਅਜੇ ਦੇਵਗਨ ਉਹਦੀ ਮੋਗੇ ਵਾਲੀ ਭੂਆ ਦਾ ਮੁੰਡਾ, ਜਾਂ ਉਹਨੂੰ ਇਹ ਕਹੀਏ ਵੀ ਬਾਈ ਤੂੰ ਪੰਜਾਬ ਦੇ ਹੱਕ 'ਚ ਨਹੀਂ ਖੜਾ ਹੋਏਗਾ, ਇਹ ਵੀ ਪਤਾ ਪੰਜਾਬ ਦੇ ਹੱਕ 'ਚ ਖੜਾ ਹੋਊ। ਤੁਸੀਂ ਫੇਰ ਵੀ ਯਾਰ ਅਗਲੇ ਨੂੰ ਪਿੱਛੇ ਪੈ ਕੇ ਤੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਨੀਆਂ, ਇਹ ਤਾਂ ਸਾਡੀ ਮਾਨਸਿਕਤਾ ਦਰਸਾਉਂਦੀ ਆ ਵੀ ਅਸੀਂ ਕਿੰਨੇ ਦੋਗਲੇ ਹੋ ਗਏ। ਅਸੀਂ ਕਿਵੇਂ ਮੌਕੇ 'ਤੇ ਬੰਦਿਆਂ ਨੂੰ ਟਾਰਗੇਟ ਕਰਦੇ ਹਾਂ, ਆਪਦੇ ਬੰਦਿਆਂ ਨੂੰ ਆਪਦੇ ਨਾਲੋਂ ਤੋੜ ਲੈਂਦੇ ਆ ਇਹ ਗੱਲਾਂ ਕਰਕੇ। ਜਦੋਂ ਸਾਈਨ ਕੀਤੀ ਉਦੋਂ ਇਹ ਕਾਨੂੰਨਾਂ ਦੀ ਕੋਈ ਗੱਲਬਾਤ? ਬਾਈ ਜੀ ਉਦੋਂ ਕਿਸਾਨੀ ਸੰਘਰਸ਼ ਦੀ ਕੋਈ ਗੱਲਬਾਤ ਨਹੀਂ ਸੀ, ਹੈ ਨਾ। ਸੋ ਗੱਲ ਇਹ ਆ, ਜਦੋਂ ਇਹੀ ਕਰਕੇ ਨਾ ਪ੍ਰੋਪੇਗੈਂਡਾ ਲੈਂਗੁਏਜ ਆ ਜਿਹੜੀ ਸਾਨੂੰ, ਉਹਦੀ ਆਦਤ ਪੈ ਗਈ ਆ ਪ੍ਰੋਪੇਗੈਂਡਾ ਦੀ। ਪ੍ਰੋਪੇਗੈਂਡਾ ਸੁਣਨਾ, ਇੰਜੋਏ ਵੀ ਉਹੀ ਕਰਨਾ, ਉਹਦਾ ਐਨਾਲਾਈਜ਼ ਨਹੀਂ ਕਰਨਾ। ਅਸੀਂ ਲੋਕ ਕਹਿੰਦੇ ਉਹਦੀ ਪ੍ਰਮੋਸ਼ਨ ਲਈ ਨਹੀਂ ਜਾਣਾ ਚਾਹੀਦਾ ਸੀ ਜਿਵੇਂ ਬਾਹਰ। ਬਾਈ ਹੁਣ ਮੇਰੀ ਗੱਲ ਸੁਣੋ, ਤੁਸੀਂ ਇੱਕ ਪੰਗਾ ਲਈ ਬੈਠੇ ਹੋ ਪਹਿਲਾਂ, ਉਹ ਤੁਸੀਂ ਐਗਰੀਮੈਂਟ ਵੀ ਸਾਈਨ ਕਰੀ ਬੈਠੇ ਹੋ, ਤੁਸੀਂ ਉਹਨਾਂ ਨੂੰ ਵਾਅਦੇ ਵੀ ਕਰੀ ਬੈਠੇ ਹੋ। ਅੱਜ ਤੁਸੀਂ ਕਹੋ ਵੀ ਉਹਦੀ ਪ੍ਰਮੋਸ਼ਨ ਲਈ ਮੈਂ ਤਾਂ ਨਹੀਂ ਜਾਂਦਾ ਜੀ। ਐਗਰੀਮੈਂਟ 'ਚ ਹੁੰਦਾ ਸਾਰਾ ਕੁਝ ਹੁੰਦਾ ਬਾਈ। ਐਗਰੀਮੈਂਟ 'ਚ ਇੱਕ ਚੀਜ਼ ਲਿਖਾਈ ਹੁੰਦੀ ਆ ਅਗਲੇ ਨੇ, ਇੱਕ ਚੀਜ਼ ਲਿਖਾਈ ਹੁੰਦੀ ਆ, ਇੱਥੋਂ ਤੱਕ ਕਿ ਕਿਹੜੇ ਕੱਪੜੇ ਪਾਏਗਾ, ਕੀ ਖਾਏਗਾ ਪੀਏਗਾ, ਅਪੀਅਰੈਂਸ ਕੀ ਹੋਊਗੀ, ਸਾਲਾ ਕਿਹੜਾ ਅੰਡਰਵੀਅਰ ਪਾਏਗਾ, ਇਹ ਵੀ ਲਿਖਾ ਲੈਂਦੇ ਆ। ਅੱਛਾ। ਸੋ ਮੈਂ ਤੁਹਾਨੂੰ ਦੱਸਦਾ, ਇਹ ਗੱਲਾਂ ਜਿਵੇਂ ਲੋਕ ਸਮਝਦੇ ਆ ਨਾ, ਲੋਕਾਂ ਨੂੰ ਮਾੜਾ ਮੋਟਾ ਐਨਾਲਾਈਜ਼ ਕਰਨੀਆਂ ਚਾਹੀਦੀਆਂ।
ਹੁਣ ਤਾਂ ਇੰਨਾ ਕਿ ਸਾਡੇ ਕੋਲੇ ਇੱਕ ਪੋਲੀਟੀਕਲ ਅਵੇਅਰਨੈਸ ਜਾਂ ਕੌਨਸ਼ੀਅਸਨੈਸ, ਸਾਡਾ ਚੇਤਨਾ ਦਾ ਪੱਧਰ ਇੰਨਾ ਉੱਚਾ ਹੋ ਗਿਆ ਵੀ ਇਹਨਾਂ ਗੱਲਾਂ ਨੂੰ ਸਮਝੀਏ। ਜੇ ਨਹੀਂ ਸਮਝਾਂਗੇ ਅਸੀਂ ਆਪ ਹੀ ਆਪਦੇ ਬੰਦਿਆਂ ਨੂੰ ਤੋੜਦੇ ਰਹਾਂਗੇ ਤੇ ਖਤਾ ਖਾਂਦੇ ਰਹਾਂਗੇ। ਲਾਸਟ ਸਵਾਲ ਹੈ, ਗੁਰਦਾਸ ਮਾਨ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ? ਜਿਵੇਂ ਲਾਡੀ ਸ਼ਾਹ ਨੂੰ ਜੋੜਿਆ ਗਿਆ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਤੇ ਬਾਅਦ ਵਿੱਚ ਮੁਆਫੀ ਮੰਗੀ ਗਈ ਹੈ। ਦੇਖੋ, ਮਾਨ ਸਾਹਿਬ ਵੀ ਇੱਕ ਸਤਿਕਾਰਯੋਗ ਸ਼ਖਸੀਅਤ ਆ, ਹੈ ਨਾ। ਪੰਜਾਬੀ ਸੱਭਿਆਚਾਰ ਦੇ ਲਈ ਉਹਨਾਂ ਨੇ ਬੜੇ ਗਾਣੇ ਵੀ ਗਾਏ ਆ, ਪਰ ਮਾਨ ਸਾਹਿਬ ਉਸ ਦੌਰ ਦਾ ਵੀ ਸ਼ਿਕਾਰ ਹੋਏ ਆ ਜਦੋਂ KPS ਗਿੱਲ ਨੇ ਇੱਕ ਆਪਰੇਸ਼ਨ ਨਾਈਟ ਡੋਮੀਨੈਂਸ ਚਲਾਤੀ ਸੀ ਤੇ ਉਦੋਂ ਕਲਚਰਲ ਪ੍ਰੋਗਰਾਮਾਂ ਦੇ ਅਧੀਨ ਮਾਨ ਸਾਹਿਬ ਜਾਂ ਸਰਦੂਲ ਸਿਕੰਦਰ ਜਾਂ ਹੰਸਰਾਏ ਹੰਸ ਇਹਨਾਂ ਨੂੰ ਵਰਤਿਆ ਗਿਆ। ਪਰ ਮਾਨ ਸਾਹਿਬ ਨੂੰ ਜਿੱਥੋਂ ਤੱਕ ਮੈਨੂੰ ਇਹ ਪਤਾ ਵੀ ਅਧਿਆਤਮ ਦੀ ਸਮਝ ਤਾਂ ਹੈਗੀ, ਸਪਿਰਚੁਅਲ ਸਮਝ ਤਾਂ ਹੈਗੀ ਆ। ਇੱਕ ਪਾਸੇ ਕੁੱਲ ਕਾਇਨਾਤ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ, ਇੱਕ ਪਾਸੇ ਕੋਈ ਸਧਾਰਨ ਸਾਧ ਸੰਤ, ਇਹਦਾ ਕੋਈ ਮੁਕਾਬਲਾ ਹੋ ਸਕਦਾ? ਅਧਿਆਤਮ ਲੈਵਲ ਤੇ ਹੋ ਸਕਦਾ? ਨਹੀਂ ਹੋ ਸਕਦਾ, ਹੈ ਨਾ। ਫਿਰ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਜੋਤ, ਇੱਕ ਪਾਸੇ ਇੱਕ ਡੇਰਾ, ਇਹਦਾ ਮੁਕਾਬਲਾ ਹੋ ਸਕਦਾ? ਇੱਕ ਪਾਸੇ ਐਡਾ ਸੰਘਰਸ਼, ਐਡਾ ਵੱਡਾ ਇਨਕਲਾਬ, ਮਾਨਵ ਮਨੁੱਖਾਂ ਅਧਿਕਾਰਾਂ ਦੀ ਰੱਖਿਆ ਖਾਤਰ ਲਹੂ ਡੋਲੇ ਗਏ, ਸ਼ਹਾਦਤਾਂ ਦਿੱਤੀਆਂ ਗਈਆਂ, ਸਿੰਘ ਸ਼ਹੀਦ, ਗੁਰੂ ਸਾਹਿਬਜ਼ਾਦੇ, ਕੀ ਕੁਛ। ਇੱਕ ਪਾਸੇ ਫੇਰ ਉਹੀ ਸਾਧ, ਕੋਈ ਮੁਕਾਬਲਾ ਉਸ ਜੋਤ ਦਾ? ਮਾਨ ਸਾਹਿਬ ਨੂੰ ਇਹ ਗੱਲ ਆਪ ਸਮਝਣੀ ਚਾਹੀਦੀ ਸੀ। ਗੁਰੂ ਦੀ ਆਜ਼ਮਤ ਨੂੰ ਅਸੀਂ ਜੇ ਇਹਨਾਂ ਸਾਧਾਂ ਦੇ ਨਾਲ ਰਲਾ ਕੇ ਦੇਖਣ ਲੱਗ ਜਾਈਏ ਫਿਰ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਨਾ। ਫਿਰ ਜਿਹੜੇ ਮਾਨ ਸਾਹਿਬ ਇੱਕ ਪਬਲਿਕ ਪਰਸਨੈਲਿਟੀ ਆ, ਤੁਹਾਡੇ ਲਈ ਸਾਧ ਹੋਊਗਾ, ਉਹ ਕਹਿੰਦੇ ਉਹਨਾਂ ਦੀ ਮਾਨਤਾ ਉਹਨਾਂ ਦੀ ਹੋਊਗੀ। ਹਾਂ। ਪਰ ਇੱਕ ਗੱਲ ਸਮਝੋ, ਅਸੀਂ ਉਹਨਾਂ ਦੀ ਮਾਨਤਾ ਦੀ ਗੱਲ ਨਹੀਂ ਕਰ ਰਹੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਅਮਰਦਾਸ ਜੀ ਜਾਂ ਆਪਣੇ 10ਵੇਂ ਪਾਤਸ਼ਾਹ ਜੀ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਆਜ਼ਮਤ ਆ, ਉਹ ਤਾਂ ਸਾਨੂੰ ਪਤਾ ਨਾ ਕਿੱਥੇ ਆ। ਇਹ ਤਾਂ ਦੇਖੋ, ਇਹ ਫਿਲਾਸਫੀਕਲ ਗੱਲ ਸਮਝਦੇ ਆ। ਗੱਲਾਂ ਕਹਿਣ ਨੂੰ ਗੱਲਾਂ ਕਹਿ ਦਈਏ ਆਪਾਂ, ਉਹ ਉਹਨਾਂ ਨੂੰ ਮੰਨਣ, ਆਪਾਂ ਆਪਣੇ ਵਾਲਿਆਂ ਨੂੰ ਮੰਨੀਏ। ਗੁਰੂ 10ਵੇਂ ਪਾਤਸ਼ਾਹ ਨੇ ਕਿਹਾ ਸੀ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਪਰ ਆਪਾਂ ਫਿਲਾਸਫੀਕਲ ਗੱਲ ਸਮਝੀਏ ਇਹਦੇ 'ਚ, ਜਿਹੜੀ ਗੱਲ ਸਮਝ ਆਉਣੀ ਚਾਹੀਦੀ ਆ। ਤੁਸੀਂ ਸਿੱਖ ਇਤਿਹਾਸ ਦੀ ਗੱਲ ਮੈਨੂੰ ਦੱਸੋ, ਕਿਤੇ ਕੋਈ ਨੁਕਸ ਕੱਢ ਸਕਦੇ ਹੋ ਸਿੱਖ ਇਤਿਹਾਸ 'ਚ? ਕਿਤੇ ਅਸੀਂ ਨਿੱਜ ਲਈ ਲੜੇ ਹੋਈਏ? ਕਿਤੇ ਅਸੀਂ ਆਪਦਿਆਂ ਓਨਲੀ ਆਪਦੇ ਬੰਦਿਆਂ ਦੇ ਹੱਕਾਂ ਖਾਤਰ ਲੜੇ ਹੋਈਏ? ਕਿਤੇ ਅਸੀਂ ਆਪਦੇ ਅਕੀਦੇ ਤੋਂ ਡੋਲੇ ਹੋਈਏ? ਕੋਈ ਨੁਕਸ ਕੱਢ ਦਿਓ, ਨਹੀਂ ਨਿਕਲਦਾ, ਹੈ ਨਾ। ਫਿਰ ਸਾਡਾ ਵਿਸ਼ਵਾਸ ਕਿੱਥੇ ਆ? ਸਾਡਾ ਵਿਸ਼ਵਾਸ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ, ਜਿਹੜੀ ਗੁਰੂ ਨਾਨਕ ਸਾਹਿਬ ਦੀ ਜੋਤ ਆ। ਜਦੋਂ ਇਹੋ ਜਿਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਕੌਮ ਤੇ ਉਹਦੇ ਵਿਸ਼ਵਾਸ ਨੂੰ ਤੁਸੀਂ ਤੋੜਤਾ ਤੇ ਉਹਨੂੰ ਮਿਲਾਤਾ ਤੁਸੀਂ ਕਿਸੇ ਸਾਧ ਦੇ ਨਾਲ, ਫਿਰ ਤੁਸੀਂ ਗੱਲ ਕੀ ਕਰ ਰਹੇ ਹੋ? ਉਹ ਮਨੁੱਖੀ ਅਧਿਕਾਰਾਂ ਵਾਲੀ ਕੌਮ ਨੂੰ ਇੱਕ ਲਿਆ ਕੇ ਇੱਕ ਬਹੁਤ ਵੱਡੇ ਅਕੀਦੇ ਤੋਂ ਜਾਂ ਉੱਥੋਂ ਦੇ ਰਹਿੰਦੇ ਹੋਏ ਲੋਕਾਂ ਨੂੰ ਇੱਕ ਬਹੁਤ ਨੀਵੇਂ ਅਕੀਦੇ ਦੇ ਨਾਲ ਜੋੜ ਰਹੇ ਹੋ। ਯਾਰ ਅਸੀਂ ਤਾਂ ਸਰਬੱਤ ਦਾ ਭਲੇ ਦੀ ਗੱਲ ਕਰਦੇ ਹਾਂ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ ਦੀ ਗੱਲ ਕਰਦੇ ਹਾਂ, ਹੈ ਨਾ। ਅਸੀਂ ਜਿਹੜੀ ਗੱਲ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਲੈ ਕੇ ਆਏ ਹਾਂ, ਕੁੱਲ ਕਾਇਨਾਤ ਦੀ ਗੱਲ ਕਰਦੇ ਹਾਂ। ਜੇ ਇਹ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ, ਉਹਦਾ ਜਗਤ ਦੀ ਚਾਦਰ ਸੀ। ਜੇ ਕਿਤੇ ਉੱਦੇ ਹਿੰਦੂ ਦਾ ਰਾਜ ਹੁੰਦਾ ਤੇ ਮੁਸਲਮਾਨਾਂ ਦਾ 5 ਨਵਾਜੀ ਉਹਨਾਂ ਨੇ ਛੜਾਈ ਹੁੰਦੀ, ਉਹਨਾਂ ਨੇ ਫਿਰ ਵੀ ਉਹੀ ਸ਼ਹਾਦਤ ਦੇਣੀ ਸੀ। ਇਹ ਥੋੜੀ ਵੀ ਉਦੋਂ ਫਿਰ ਗੁਰੂ ਸਾਹਿਬ ਕਹਿੰਦੇ ਨਹੀਂ, ਮੈਂ ਮੁਸਲਮਾਨਾਂ ਵਾਸਤੇ ਸ਼ਹਾਦਤ ਨਹੀਂ ਦਿੰਦਾ, ਪਰ ਮੈਂ ਹਿੰਦੂਆਂ ਵਾਸਤੇ ਸ਼ਹਾਦਤ ਦੇਵਾਂਗਾ। ਇਹ ਤਾਂ ਗੱਲ ਨਹੀਂ ਸੀ ਨਾ। ਉਹਨਾਂ ਨੇ ਕੀ ਗੱਲ ਕਹੀ ਵੀ ਮੈਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਦੇਖ ਸਕਦਾ, ਚਾਹੇ ਮੇਰੇ ਪਹਿਲੇ ਗੁਰੂ ਨੇ ਜਨੇਊ ਦਾ ਵਿਰੋਧ ਕੀਤਾ, ਪਰ ਅੱਜ ਇਹ ਜੇ ਧੱਕੇ ਨਾਲ ਤੂੰ ਲਾਹੇਗਾ ਇਹ ਨਹੀਂ ਹੋਣ ਦੇਣਾ। ਸੋ ਤੁਸੀਂ ਉਸ ਕੌਮ ਨੂੰ ਇੱਕ ਨੀਵੇਂ ਪੱਧਰ ਤੇ ਲਿਆ ਕੇ ਖੜਾ ਕਰਕੇ ਤੇ ਕਿਸੇ ਆਮ ਸਾਧ ਨਾਲ ਜੋੜ ਦਿੰਦੇ ਹੋ, ਜਿਹੜੀ ਕੌਮ ਨੇ ਕਦੇ ਆਪਦੇ ਖਾਤਰ ਤਾਂ ਕੁਝ ਲੜਿਆ ਹੀ ਨਹੀਂ ਯਾਰ ਅਸੀਂ। ਫਿਰ ਤੁਸੀਂ ਦੱਸੋ, ਫਿਰ ਅਸੀਂ ਇਹ ਗੱਲ ਐਜ਼ ਅ ਹਿਊਮਨ ਬੀਇੰਗ, ਤੁਸੀਂ ਐਜ਼ ਅ ਸਿੱਖ ਨਾ ਸੋਚੋ, ਐਜ਼ ਅ ਹਿਊਮਨ ਬੀਇੰਗ ਸੋਚੋ। ਜਿਹੜੀ ਕੌਮ ਲੜੀ ਹੀ ਦੂਜਿਆਂ ਖਾਤਰ ਆ, ਉਹਨਾਂ ਦੇ ਹੱਕ ਹਕੂਕ ਖਾਤਰ ਆ, ਉਹ ਕੌਮ ਨੂੰ ਅੱਜ ਤੁਸੀਂ ਅਸਿਮੀਲੇਟ ਕਰ ਦੇਣਾ, ਮਿਲਾਵਟ ਕਰ ਦੇਣੀ ਉਹਦੀ ਇਹਨਾਂ ਡੇਰਿਆਂ ਤੇ ਸਾਧਾਂ 'ਚ, ਇਹ ਕਿਤੇ ਚੰਗੀ ਗੱਲ ਆ? ਫਿਰ ਇਹ ਚੰਗੀ ਗੱਲ ਨਹੀਂ ਆ। ਫਿਲਾਸਫੀਕਲੀ ਗੱਲ ਤਾਂ ਸੋਚੋ ਯਾਰ। ਇਹ ਅਚਨਚੇਤ ਹੋਇਆ ਲੱਗਦਾ ਜਾਂ ਮਾਨ ਸਾਹਿਬ ਨੇ ਕੀਤਾ ਅਚਨਚੇਤ?
ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਈ, ਪਰ ਇਹਦੇ ਤੇ ਵਿਰੋਧ ਹੋਣਾ ਬਹੁਤ ਜ਼ਰੂਰੀ ਸੀ। ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਜਿਨ੍ਹਾਂ ਨੂੰ ਜਿਸ ਗੱਲ ਦੀ ਸਮਝ ਆ ਉਹਨਾਂ ਨੇ ਵਿਰੋਧ ਕੀਤਾ, ਪਰ ਮਾਨ ਸਾਹਿਬ ਹਜੇ ਵੀ ਸਤਿਕਾਰਯੋਗ ਆ। ਮਾਫੀ ਮੰਗ ਕੇ ਉਹਨਾਂ ਨੇ, ਮੈਨੂੰ ਐਂ ਲੱਗਦਾ ਜਿਹੜਾ ਮਾਫੀ ਘਰੇ ਬੈਠ ਕੇ ਤਾਂ ਉਹਨਾਂ ਨੇ ਮੰਗੀ ਆ, ਉਹਨਾਂ ਨੂੰ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਣਾ ਚਾਹੀਦਾ, ਸੰਗਤ ਦੇ ਸਾਹਮਣੇ ਮਾਫੀ ਮੰਗਣੀ ਚਾਹੀਦੀ ਆ ਵੀ ਮੇਰੇ ਤੋਂ ਇਸ ਗੁਰੂ ਦੀ ਸ਼ਰਨ 'ਚ ਆ ਕੇ ਮੈਂ ਮਾਫੀ ਮੰਗਦਾ, ਮੇਰੇ ਤੋਂ ਗਲਤੀ ਹੋਈ ਆ ਤੇ ਇਸ ਗਲਤੀ ਨੂੰ, ਅਦਰਵਾਈਜ਼ ਇਹ ਕੀ ਗੱਲ ਹੋਈ ਯਾਰ ਵੀ ਉਹ ਵੀ ਭੱਲਾ ਪਰਿਵਾਰ 'ਚੋਂ ਸੀ, ਉਹ ਵੀ ਭੱਲਾ, ਇੱਥੇ ਯਾਰ ਚਲੋ ਆਪਾਂ ਕਿਸੇ ਨੂੰ ਇਨਸਲਟ, ਇੱਥੇ ਕਿੰਨੇ ਭੱਲਾ ਪਰਿਵਾਰ ਤੁਰੇ ਫਿਰਦੇ ਆ ਯਾਰ, ਫਿਰ ਤਾਂ ਸਾਰੇ ਆਪਾਂ ਗੁਰੂ ਦੇ ਲੈਵਲ ਤੇ ਲੈ ਜਾਈਏ, ਇਹ ਕੀ ਗੱਲ ਬਣੀ। ਨਾਲੇ ਗੁਰੂ ਸਾਹਿਬ ਨੇ ਬਰਾਦਰੀਆਂ ਨੂੰ ਤਾਂ ਉਹਨਾਂ ਨੇ ਚੋਟ ਕੀਤੀ ਜਾਂ ਹੋਰ ਚੀਜ਼ਾਂ ਨੂੰ, ਜਾਤ ਪਾਤਾਂ ਨੂੰ ਨਹੀਂ। ਪਤਾ ਕੀ ਆ, ਗੁਰੂ ਨੂੰ ਤੁਸੀਂ ਇੱਕ ਇਲਾਹੀ ਉਹਦੀ ਅਜ਼ਮਤ ਤੋਂ ਲਿਆ ਕੇ ਇਨਸਾਨੀ ਤੌਰ ਤੇ ਦੇਖਣਾ, ਫਿਰ ਤਾਂ ਗੁਰੂ ਰਹਿ ਹੀ ਨਹੀਂ ਗਿਆ ਨਾ। ਫਿਰ ਉਹਦੀ ਇਲਾਹੀ ਅਜ਼ਮਤ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਨੂੰ ਦੇਖਣਾ ਪਊਗਾ, ਫੇਰ ਹੀ ਅਧਿਆਤਮ 'ਚ ਤੁਸੀਂ ਪੈਰ ਧਰ ਸਕਦੇ ਹੋ। ਜੇ ਤੁਸੀਂ ਉਹਦੀ ਇਲਾਹੀ ਅਜ਼ਮਤ ਨੂੰ ਸਮਝ ਹੀ ਨਹੀਂ ਪਾ ਰਹੇ ਤੇ ਤੁਸੀਂ ਕਹਿੰਦੇ ਹੋ ਵੀ ਮੈਂ ਸਪਿਰਚੁਅਲ ਹਾਂ ਜਾਂ ਮੈਂ ਅਧਿਆਤਮਕ ਇੱਕ ਜ਼ਿੰਦਗੀ ਦਾ ਬਾਸ਼ਿੰਦਾ, ਫਿਰ ਉਹਦੇ 'ਚ ਸੱਚ ਨਹੀਂ ਲੱਗਦਾ। ਪਰ ਮੈਂ ਮਾਨ ਸਾਹਿਬ ਦੀ ਗੱਲ ਨਹੀਂ ਕਰ ਰਿਹਾ, ਇਹ ਮਾਨ ਸਾਹਿਬ ਨਾਲ ਨਹੀਂ ਜੋੜ ਰਿਹਾ, ਪਰ ਮੈਂ ਗੁਰੂ ਦੀ ਅਜ਼ਮਤ ਦੀ ਗੱਲ ਜਿਹੜੀ ਦੱਸ ਰਿਹਾ, ਉਹਨੂੰ ਗੁਰੂ ਦੀ ਅਜ਼ਮਤ ਨੂੰ ਇਲਾਹੀ ਅਜ਼ਮਤ ਦੇ ਹਿਸਾਬ ਨਾਲ ਦੇਖੋ, ਦੁਨਿਆਵੀ ਗੱਲ ਦੇ ਹਿਸਾਬ ਨਾਲ ਨਾ ਜੋੜੋ ਉਹਨੂੰ। ਤੁਸੀਂ ਗੁਰੂ ਸਾਹਿਬਾਨਾਂ ਦੀ ਗੱਲ ਕਰਦੇ, ਫਿਲੋਸਫੀ ਦੀ ਗੱਲ ਕਰਦੇ ਹੋ, ਇਤਿਹਾਸ ਦੀ ਗੱਲ ਕਰਦੇ ਹੋ, ਸੰਤ ਭਿੰਡਰਾਂ ਵਾਲਿਆਂ ਦੀ ਸੋਚ ਦੀ ਗੱਲ ਕਰਦੇ ਹੋ। ਲੋਕ ਹਮੇਸ਼ਾ ਇੱਕ ਸਵਾਲ ਇਹ ਵੀ ਚੱਕਦੇ ਨੇ, ਉਹ ਕਹਿੰਦੇ ਗੁਰਬਾਣੀ ਤੇ ਸਿੱਖੀ ਦਾ ਪਹਿਲਾ ਸਟੈਪ ਹੈ ਸਿੱਖੀ ਸਰੂਪ ਕੇਸਾਧਾਰੀ ਹੋਣਾ, ਪਰ ਜਦੋਂ ਕਹਿੰਦੇ ਜੇਲ੍ਹ 'ਚੋਂ ਬਾਹਰ ਆਇਆ ਦੀਪ ਸਿੱਧੂ, ਅਸੀਂ ਤਾਂ ਸੋਚਿਆ ਵੀ ਚੱਲ ਹੁਣ ਦਸਤਾਰ ਬੰਨ੍ਹ ਕੇ ਪੂਰਾ ਪਗੜੀ ਧਾਰੀ ਹੋ ਕੇ ਆਓਗੇ, ਪਰ ਤੁਸੀਂ ਤੇ ਕਲੀਨ ਸ਼ੇਪ ਸੀਗੇ। ਨਹੀਂ ਦੇਖੋ, ਹਾਲਾਂਕਿ ਮੈਂ ਸ਼ੇਵ ਤਾਂ ਕਦੇ ਕੀਤੀ ਨਹੀਂ, ਪਰ ਐਨੀਵੇਜ਼ ਉਹ ਗੱਲ ਨਹੀਂ ਆ, ਮੇਰੇ 'ਚ ਵੀ ਕਮੀਆਂ ਬਹੁਤ ਆ, ਹੈ ਨਾ। ਫਿਰ ਮੇਰੇ 'ਚ ਰੀਝਾਂ ਵੀ ਹੈਗੀਆਂ। ਮੈਂ ਇੱਕ ਐਂਟਰਟੇਨਮੈਂਟ ਵਰਲਡ ਦਾ ਬੰਦਾ, ਐਕਟਰ ਹਾਂ। ਰੀਝਾਂ ਇਹ ਵੀ ਹੋਣਗੀਆਂ ਵੀ ਫਿਲਮਾਂ ਬਣਾਈਏ। ਜਿਹੜਾ ਇਹ ਸਿੱਖੀ ਸਰੂਪ ਆ ਨਾ, ਜਾਂ ਆਪਾਂ ਖਾਲਸਾ ਪੰਥ ਦੀ ਗੱਲ ਕਰਦੇ ਹਾਂ, ਇਹ ਵੀ ਇੱਕ ਜੋਤ ਪ੍ਰਗਟ ਕੀਤੀ ਗਈ ਸੀ, ਬਖਸ਼ ਹੁੰਦੀ ਆ ਇਹ ਵੀ ਗੁਰੂ ਦੀ ਬਖਸ਼ ਹੁੰਦੀ ਆ। ਜਿੱਦਾਂ ਹੀ ਗੁਰੂ ਦੀ ਬਖਸ਼ ਹੋਊਗੀ ਉਹਦੇ ਆਪੇ ਹੀ ਪ੍ਰਗਟ ਹੋ ਜਾਣੀਆਂ ਇਹ ਗੱਲਾਂ। ਜਦੋਂ ਤੱਕ ਉਦਮ ਕਰਨ ਦੀ ਵੀ ਤਾਂ ਗੁਰੂ ਸਾਹਿਬ ਨੇ ਗੱਲ ਕੀਤੀ ਹੈ, ਪਰ ਮੈਂ ਉਹੀ ਕਹਿੰਦਾ ਨਾ, ਮੇਰੇ 'ਚ ਹਜੇ ਕਮੀਆਂ, ਮੈਂ ਪਰਪੱਕ ਕਿਵੇਂ ਹੋ ਸਕਦਾ। ਕੁਰਬਾਨੀਆਂ ਦੀ ਤੁਸੀਂ ਗੱਲ ਕਰਦੇ ਹੋ, ਪਹਿਲੀ ਕੁਰਬਾਨੀ ਆਪਣੇ ਸਰੀਰ ਦੀ, ਜੇ ਤੁਸੀਂ ਇਹਨੂੰ ਚਾਹੁੰਦੇ ਵੀ ਨਹੀਂ ਇਹ ਕੁਰਬਾਨੀ ਦੇ ਦੋਵੇ, ਨਹੀਂ ਭਾਈ ਐਂਟਰਟੇਨਮੈਂਟ ਵਾਲੀ ਜਾਂ ਹੋਰ, ਮੈਂ ਤੁਹਾਨੂੰ ਦੱਸਦਾ, ਬੇਈਮਾਨੀ ਦੇ ਆਧਾਰ ਤੇ ਹੋਵੇ ਉਹ ਕੋਈ ਕੁਰਬਾਨੀ ਨਹੀਂ ਨਾ ਹੋਈ। ਜਦੋਂ ਮੈਂ ਅੰਦਰੋਂ ਸੰਪੂਰਨ ਤੌਰ ਤੇ ਇਹ ਮਹਿਸੂਸ ਕੀਤਾ ਵੀ ਹੁਣ ਮੈਂ ਸਾਬਤ ਸੂਰਤ ਹੋਣਾ, ਇਹ ਉਦਾਂ ਹੀ ਗੱਲ ਜਚੂਗੀ। ਅੱਜ ਜੇ ਮੈਂ ਰੀਝਾਂ ਅੰਦਰ ਲਈ ਫਿਰਾਂ ਵੀ ਯਾਰ ਮੈਂ ਤਾਂ ਯਾਰ ਫਿਲਮਾਂ ਕਰਨੀਆਂ ਸੀ, ਮੈਂ ਤਾਂ ਯਾਰ ਐਂ ਹਜੇ ਨਾ ਫਲਾਨਾ ਰੋਲ ਕਰਨਾ ਸੀ, ਮੈਂ ਤਾਂ 2-4 ਫਿਲਮਾਂ ਹੋਰ ਹਜੇ ਕਰਨੀਆਂ ਸੀ, 10 ਫਿਲਮਾਂ ਹੋਰ ਕਰਨੀਆਂ ਸੀ, ਇਹ ਰੀਝਾਂ ਅੰਦਰ ਪਾਲੀ ਫਿਰਾਂ ਤੇ ਉੱਤੋਂ ਮੈਂ ਸਾਬਤ ਸੂਰਤ ਹੋਏ ਫਿਰਾਂ, ਉਹਦਾ ਕੋਈ ਮਤਲਬ ਨਹੀਂ ਨਾ ਫਿਰ। ਸੋ ਇਸੇ ਕਰਕੇ ਸਿੰਘ ਜੀ ਦੀ ਫਿਲਾਸਫੀ ਜਾਂ ਉਹਨਾਂ ਦਾ ਇਤਿਹਾਸ ਤਾਂ ਰੀਝਾਂ ਵੱਲ ਤਾਂ ਜਾ ਜੀ, ਉਹਨਾਂ ਸ਼ਖਸੀਅਤਾਂ, ਉਹਨਾਂ ਰੂਹਾਂ ਦੀ, ਉਹਨਾਂ ਸ਼ਹੀਦਾਂ ਸਿੰਘਾਂ ਦੀ ਆਪਾਂ ਰੀਸ ਕਰ ਲਾਂਗੇ 2-4 ਗੱਲਾਂ ਕਰਕੇ, ਜਾਂ 2 ਮਹੀਨੇ 3 ਮਹੀਨੇ ਜੇਲ੍ਹਾਂ ਕੱਟ ਕੇ ਉਹਨਾਂ ਦੀ ਰੀਸ ਕਿੱਥੋਂ ਕਰ ਲਾਂਗੇ। ਕਿੱਥੇ ਮਲਾਈ ਜਾਂਦੇ ਹੋ ਤੁਸੀਂ ਹਜੇ, ਹੈ ਨਾ। ਜੇ ਉਹ ਚਿਣਗ ਜਦੋਂ ਅੰਦਰ ਲਾਉਣਗੇ, ਉਹ ਗੁਰੂ ਸਾਹਿਬ ਹੀ ਲਾਉਣਗੇ। ਜੇ ਉਹਨਾਂ ਨੇ ਇੰਨੀ ਕੁ ਸੇਵਾ ਲਾਈ ਆ, ਉਹ ਸੇਵਾ ਵੀ ਉਹਨਾਂ ਨੇ ਹੀ ਲਾਉਣੀ ਆ। ਵਿਸ਼ਵਾਸ ਕਰ ਦਿਓ ਇਹਦੇ ਲਈ। ਅਰਦਾਸ ਦੇਖੋ, ਬੰਦਗੀ ਜ਼ਰੂਰ ਕਰਦਾ, ਪਰ ਇਸ ਗੱਲ ਲਈ ਅਰਦਾਸ ਨਹੀਂ ਕਰਦਾ ਵੀ ਮੈਨੂੰ ਸਿੱਖੀ ਸਰੂਪ ਬਖਸ਼ਿਓ। ਮੈਂ ਸੱਚੀ ਦੱਸਦਾ, ਇਹ ਹਜੇ ਮੈਂ ਨਹੀਂ ਅਰਦਾਸ ਕੀਤੀ। ਮੈਂ ਅਨੰਦਪੁਰ ਸਾਹਿਬ ਜਾ ਕੇ ਇੱਕ ਦਿਨ ਮੇਰੇ ਜਦੋਂ ਉੱਥੇ ਗਿਆ, ਤਖਤ ਸਾਹਿਬ 'ਤੇ ਨਤਮਸਤਕ ਹੋਇਆ, ਤੇ ਮੇਰੇ ਅੰਦਰੋਂ ਇੱਕ ਗੱਲ ਜ਼ਰੂਰ ਉੱਠੀ ਸੀ। ਇਹ ਉਹਦੇ ਮੈਂ ਉੱਥੇ ਇਹ ਗੱਲ ਹੋਈ ਸੀ ਵੀ ਜੇ ਤੁਸੀਂ ਇਹ ਵੀ ਬਖਸ਼ਿਸ਼ ਦੇਣੀ ਆ, ਵੀ ਸਿੱਖੀ ਸਰੂਪ ਚਾਹੁੰਣਾ, ਤਾਂ ਫਿਰ ਤੁਸੀਂ ਦੇ ਦਿਓ। ਪਰ ਉਹ ਸਿਰਫ ਅਨੰਦਪੁਰ ਸਾਹਿਬ ਕੀਤੀ ਸੀ, ਅਦਰਵਾਈਜ਼ ਨਹੀਂ ਕਰਦਾ। ਚਲੋ ਇੰਨੀ ਇਮਾਨਦਾਰੀ ਨਾਲ ਦੱਸਦੇ ਤੁਸੀਂ ਵੀ ਨਹੀਂ ਕਰਦੇ, ਹਾਂਜੀ ਉੱਥੇ ਕੀਤੀ। ਚਲੋ ਬਹੁਤ ਸ਼ੁਕਰੀਆ ਗੱਲਬਾਤ, ਧੰਨਵਾਦ ਬਾਈ। ਇਹ ਸੀ ਦੀਪ ਸਿੱਧੂ ਹੋਰੀ, ਜਿਨ੍ਹਾਂ ਨੇ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ। ਉੱਥੇ ਹੀ ਕਿਸਾਨੀ ਮੋਰਚੇ ਨੂੰ ਲੈ ਕੇ ਜਾਂ ਕਿਸਾਨੀ ਲੀਡਰਾਂ ਦੇ ਜੋ ਸਵਾਲ ਸੀ ਅਸੀਂ ਉਹਨਾਂ ਦੇ ਨਾਲ ਕੀਤੇ, ਉਹਨਾਂ ਦੇ ਵੀ ਉਹਨਾਂ ਨੇ ਜਵਾਬ ਦਿੱਤੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।